ਕਿੱਦਾਂ ਵੀ ਵਿਦਵਾਨੂ ਹੈ ਕੋਈ ਤੁਹਾਡੇ ਕੋਲ ਤੋੜ ਇਹ ਸਾਡੇ ਭਾਈ ਸਾਹਿਬ ਦੇ ਜਿਨ੍ਹਾਂ ਨੂੰ ਤੁਸੀਂ ਅਨਪੜ੍ਹ ਦੱਸਦੇ ਆ ਜਾਣੀ ਹੈ ਕੋਈ ਇਹਨਾਂ ਗੱਲਾਂ ਦੀ ਬਦਲ ਕੋਈ ਉਹਨਾਂ ਦੇ ਜਾਣੀ ਜਿਹੜਾ ਉਹਨਾਂ ਦਾ IQ ਆ ਵਿਦਵਾਨਾਂ ਦਾ IQ ਆ ਉਹ ਕਰ ਸਕਦੇ ਇਸ ਪੱਧਰ ਦੀ ਗੱਲ ਆਮ ਲੋਕਾਂ 'ਚ ਬਹਿ ਕੇ ਔਰ ਇੰਨੇ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਬਿਠਾ ਕੇ ਰੱਖਣਾ ਔਰ ਗੱਲ ਕਹਿਣੀ ਜਾਣੀ ਆਪਣੀ ਗੱਲ ਡਿਲੀਵਰ ਕਰਨੀ ਅੱਜ ਸੰਸੇ ਪਿਓਕ ਨਹੀਂ ਜਥੇਦਾਰਾਂ ਨੂੰ ਹਨਾ ਕੀ ਕਰਨ ਉਹ ਜਾਣੀ ਛੇਕਣ ਰੋਕਣ ਕਰਨ ਏਦਾਂ ਦੀਵਾਨ ਬੰਦ ਕਰਾਉਣ ਕੀ ਕਹਿਣ ਔਰ ਮੈਂ ਕਹਿੰਦਾ ਜਿਹੜਾ ਵੀ ਸਟੈਪ ਲੈ ਕੇ ਦੇਖ ਲੈਣ ਉਹ ਜਾਣੀ ਉਲਟਾ ਪਊਗਾ ਹਨਾ ਕਿੱਦਾਂ ਗਲੇ ਦੀ ਹੱਡੀ ਬਣਾ ਤੱਕ ਨਹੀਂ ਜਾਣੀ ਹੁਣ ਉਦੋਂ ਕਿੱਦਾਂ ਮਾਝੀ ਹੁਣੀ ਢਪਾਲੀ ਹੁਣੀ ਕਿੱਦਾਂ ਰੌਲਾ ਪਾਉਂਦੇ ਸੀ ਜਦੋਂ ਵੀਰ ਆਪਣੇ ਭੁਪਿੰਦਰ ਸਿੰਘ ਦੀ ਡੈਥ ਹੋਈ ਆ ਛਬੀਲ ਲੱਗੀ ਆ ਵੀ ਆਹ ਕਰੋ ਕਿੱਦਾਂ ਦੀਆਂ ਸਪੀਚਾਂ ਉਹਨਾਂ ਦੀਆਂ ਠੀਕ ਹੈ ਜਾਂ ਅੱਜ ਦਾ ਵਿਹਾਰ ਦੇਖ ਪਰ ਜਿਹੜਾ ਉਹਨਾਂ ਨੇ ਉਸ ਵੇਲੇ ਪ੍ਰੋਗਰਾਮ ਦਿੱਤਾ ਸੀ ਵੀ ਮਹੀਨੇ ਦਾ ਇੱਕ ਦੀਵਾਨ ਜਿਹੜਾ ਆ ਏਦਾਂ ਜ਼ਿਲ੍ਹੇ 'ਚ ਏਦਾਂ ਕਰਾਂਗੇ ਅਸੀਂ ਹਨਾ ਪਰ ਉਹ ਕਿੱਥੇ ਅੱਜ ਗੱਲ ਕਿੱਥੇ ਪਹੁੰਚ ਗਈ ਹੈ ਜਾਣੀ ਕਮਾਲ ਆ ਜੀ ਹਨਾ ਹੈ ਕੋਈ ਮੁਕਾਬਲਾ ਇਹਨਾਂ ਗੱਲਾਂ ਦਾ ਤੁਸੀਂ ਤੋੜ ਦੀ ਗੱਲ ਕਰਦੇ ਹੋ ਮੈਂ ਇਹ ਸੋਚਦਾ ਵੀ ਜਿਹੜੇ ਇੱਕ ਤਾਂ ਦੋ ਚੀਜ਼ਾਂ ਜਸਟੀਫਾਈ ਹੁੰਦੀਆਂ ਇੱਕ ਤਾਂ ਜਿਹੜੀ ਬਾਰ ਇੱਥੋਂ ਕਹਿੰਦੇ ਹੋ ਵੀ ਇਨਫੋਰਮੇਸ਼ਨ ਆ ਜੇ ਮੈਂ ਉਹਨਾਂ ਟੋਟਲੀ ਐਗਰੀ ਕਰਦਾ ਵੀ ਜਿਹੜੀ ਅਕੈਡਮਿਕ ਤੁਹਾਡੀ ਕੁਆਲੀਫਿਕੇਸ਼ਨ ਆ ਨਾ ਉਹਦਾ ਵਿਜ਼ਡਮ ਨਾਲ ਕੋਈ ਲੈਣਾ ਦੇਣਾ ਨਹੀਂ ਅਕਲ ਨਾਲ ਅਕੈਡਮਿਕ ਕੁਆਲੀਫਿਕੇਸ਼ਨ ਵੱਖਰੀ ਹੁੰਦੀ ਆ ਅਕਲ ਵੱਖਰੀ ਆ ਹੁਣ ਤੋੜ ਤਾਂ ਦੂਰ ਦੀ ਗੱਲ ਆ ਗੱਲਾਂ ਜੇ ਉਹ ਆਪਦੇ IQ ਲੈਵਲ ਤੋਂ ਪ੍ਰੋਸੈਸ ਕਰਨ ਉਹਨਾਂ ਦੀ ਤਾਂ ਇਹੀ ਬਹੁਤ ਔਖਾ ਪ੍ਰੋਸੈਸ ਨਹੀਂ ਕਰ ਸਕਦੇ ਪ੍ਰੋਸੈਸਰ ਹੈ ਹੀ ਨਹੀਂ ਉਹਨਾਂ ਕੋਲ ਤੋੜ ਤਾਂ ਫੇਰ ਲੱਭਣ ਨਾ ਜੇ ਭਲਾ ਆਹ ਸਮਝ ਤਾਂ ਲੈਣ ਉਹ ਤਾਂ ਟਿਊਸ਼ਨ ਰੱਖ ਲੈਣ ਤਾਂ ਭਾਈ ਸਾਹਿਬ ਨੇ ਕਹਿਣਾ ਨਾ ਦੇਖ ਬਾਈ ਮੈਂ ਕਿਸੇ ਹੋਰ ਨੂੰ ਸਮਝਾ ਦੂੰ ਸੋਡੇ ਖਾਨਾ ਨਹੀਂ ਮੈਂ ਪਾ ਸਕਦਾ ਭਾਈ ਸਾਹਿਬ ਨੇ ਹੱਥ ਜੋੜ ਦੇਣੇ ਯਾਰ ਮੈਂ ਬਾਕੀ ਕਿਸੇ ਨੂੰ ਸਮਝਾ ਦੂੰਗਾ ਸੋਡਾ ਨਹੀਂ ਕਰ ਸਕਦੇ ਨਹੀਂ ਰਜਨੀਸ਼ ਦਾ ਵੀ ਹਾਹੀ ਪੰਗਾ ਪਿਆ ਆ ਨਾ ਜਾਣੀ ਠੀਕ ਆ ਉਹ ਗੱਲਾਂ ਵਿਦਵਾਨਾਂ ਵਾਂਗ ਗੱਲਾਂ ਤਾਂ ਉਹ ਕਰਦਾ ਰਿਹਾ ਹਨਾ ਜਦੋਂ ਪ੍ਰੈਕਟੀਕਲਟੀ ਦੀ ਗੱਲ ਆਈ ਆ ਫਿਰ ਬਹੁਤ ਨਹੀਂ ਮੰਗ ਰਿਹਾ ਨਹੀਂ ਨੀਵੇਂ ਦੀ ਭਾਈ ਹੁਣ ਹੱਦ ਆ ਤੁਸੀਂ ਸ਼ੁਰੂ ਕਰੋ ਜੇ ਆਪਾਂ ਹੁਣ ਉਹਦਾ ਬੈਕਗਰਾਉਂਡ ਫਲੈਸ਼ਬੈਕ ਦੇਖ ਲਈਏ ਇੱਕ ਸੈਕਿੰਡ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਰੋਤੇ ਆ ਸਾਡੇ ਨਾਲ ਹਾਂਜੀ WhatsApp ਤੇ ਤੁਸੀਂ ਆਉਨੇ ਰੋ ਜੀ ਭਾਈ ਸਤਿ ਸ੍ਰੀ ਅਕਾਲ ਸੁਖਪਾਲ ਬੋਲ ਰਿਹਾ ਜੀ ਆਰਸੀ ਹਰਿਆਣਾ ਤੋਂ ਜੀ ਹਾਂਜੀ ਕਿੱਦਾਂ ਜੀ ਠੀਕ ਹੈ ਭਾਜੀ ਵਧੀਆ ਮੈਂ ਗੱਲ ਕਰ ਰਹੇ ਹਾਂ ਤੁਸੀਂ ਸੰਗਤ ਦੀ ਹਾਂਜੀ ਭਾਈ ਸੰਗਤ ਦਾ ਟਕਸਾਲ ਹੀ ਬਥੇਰੀ ਲਿਆਂਦੀ ਪਰ ਉਹ ਨਾ ਮੈਂ ਪਿੱਛੇ ਚੀਜ਼ ਸੁਣ ਲਿਆ ਸੀਗਾ ਕਿ ਬਈ ਸੰਤ ਸਮਾਜ ਇਕੱਠਾ ਹੁੰਦਾ ਹੈ ਜੀ ਉਹ ਜਿਹੜੇ ਹੁਣ ਇਹਨਾਂ ਪ੍ਰੋਗਰਾਮ ਆ ਰਿਹਾ ਨਾ ਤੇ ਉਹ ਸੰਤ ਸਮਾਜ ਇਕੱਠਾ ਹੋਇਆ ਇਕੱਲੇ ਸੰਤ ਦੀ ਸੇਵਾ ਲਾਈ ਹੋਈ ਉਹਨਾਂ ਨੇ ਕਿ ਤੂੰ ਇੰਨੀਆਂ ਬੱਸਾਂ ਲੈ ਕੇ ਆਣੀਆਂ ਤੇ ਤੂੰ ਇੰਨੇ ਪੋਸਟਰ ਬਣਾਉਣੇ ਆ ਉਹਨਾਂ ਨੂੰ ਏਦਾਂ ਇਕੱਠੀ ਕਰਨੀ ਪੈਂਦੀ ਭੀੜ ਜੀ ਇੱਥੇ ਤਾਂ ਆਪਣੇ ਆਪ ਆ ਰਹੀ ਹੈ ਜਿਹਨਾਂ ਦਿਮਾਗ ਖੁੱਲ ਰਿਹਾ ਨਾ ਜੀ ਉੱਥੇ ਤਾਂ ਬੱਸਾਂ ਦੀ ਕੋਈ 30 ਬੱਸਾਂ ਸੇਵਾ ਲੈ ਰਿਹਾ ਜੀ ਕੋਈ 10 ਬੱਸਾਂ ਸੇਵਾ ਲੈ ਰਿਹਾ ਉਹ ਐਸ ਕਰਕੇ ਭੀੜ ਇਕੱਠੀ ਕਰਨੀ ਪੈਣੀ ਭਾਜੀ ਉਹਨਾਂ ਨੂੰ ਫਿਰ ਬਿਨਾਂ ਦਿਮਾਗ ਤੋਂ ਇੱਥੇ ਤਾਂ ਸੰਤ ਮਗਰ ਆਪਣੇ ਢੱਡਿਆਂ ਵਾਲਾ ਸੰਤ ਉਹਨਾਂ ਪਿੱਛੇ ਤਾਂ ਆਟੋਮੈਟਿਕਲੀ ਜਿਹਨਾਂ ਦਿਮਾਗ ਖੁੱਲ ਰਿਹਾ ਆ ਰਿਹਾ ਨਾ ਜੀ ਕੋਈ ਸ਼ੱਕ ਨਹੀਂ ਥੈਂਕ ਯੂ ਜੀ ਹਾਂ ਜੀ ਥੈਂਕ ਯੂ ਬਸ ਥੈਂਕ ਯੂ ਜੀ 0107 ਤੇ ਤੁਸੀਂ ਆਉਣੇ ਰੋ ਜੀ ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਗੁਰੂ ਫਤਿਹ ਤੇ ਪਿੰਡਾ ਬੋਲਦਾ ਹਾਂਜੀ ਅੱਛਾ ਹਾਂਜੀ ਕਿੱਦਾਂ ਠੀਕ ਠਾਕ ਠੀਕ ਹੈ ਤੁਸੀਂ ਜਿਹੜੀਆਂ 3 ਕਾਲਾਂ ਕੱਟੀਆਂ ਸੀ ਉਹਨਾਂ ਚ ਸੀ ਮੇਰੀ ਇੱਕ ਕਾਲ ਅੱਛਾ ਸੌਰੀ ਭਾਈ ਨਹੀਂ ਸੌਰੀ ਨਹੀਂ ਸੁਣ ਹੈ ਬਈ ਉਹ ਤਾਂ ਆਪਣਾ ਬੰਦਾ ਸੀ ਮੇਰਾ ਸਟਾਫ ਮੁਲਾਜ਼ਮ ਨਹੀਂ ਲਿਆ ਉਹ ਨੱਕ ਦੇ ਮੁਲਾਜ਼ਮ ਆ ਜੀ ਨਾਲੇ ਤਾਂ ਉਹ ਕਾਲ ਕੱਟੀ ਗਈ ਨਾਲੇ ਤੁਸੀਂ ਵੀਡੀਓ ਲਾਤੀ ਵੇ ਕੁਦਰਤ ਦੇ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੀ ਆ ਨਹੀਂ ਪਰ ਤੁਸੀਂ ਕੰਮ ਕਰਿਆ ਕਰੋ ਮੈਂ ਅੱਗੇ ਬਲਜਿੰਦਰ ਨੂੰ ਵੀ ਕਹਿਣਾ ਹੁੰਦਾ ਤੁਸੀਂ ਮੋਬਾਈਲ ਤੇ ਕਰਿਆ ਕਰੋ ਫੋਨ ਆਹੋ ਬਟ ਠੀਕ ਆ ਤੁਹਾਡੀ ਗੱਲ ਮੈਨੂੰ ਏਦਾਂ ਲੱਗਾ ਵੀ ਬਲਜਿੰਦਰ ਸਿੰਘ ਦੀ ਗੱਲ ਚੱਲਦੀ ਆ ਤੇ ਏਦਾਂ ਨੰਬਰ ਉੱਥੋਂ ਨੰਬਰ ਪਛਾਣਨੇ ਦੇਖਣੇ ਕਿਉਂਕਿ ਏਦਾਂ ਤਾਂ ਜੇ ਹੁਣ ਮੋਬਾਈਲ ਤੇ ਹੁੰਦੀ ਤੁਹਾਡੀ ਕਾਲ ਉਸ ਵੇਲੇ ਇਕੱਠੇ ਗੱਲ ਕਰ ਸਕਦੇ ਸੀ ਹਾਂਜੀ ਚਲੋ ਗਾਂ ਖਿਆਲ ਰੱਖਾਂਗੇ ਨਹੀਂ ਮੈਂ ਗੱਲ ਕਰਨੀ ਸੀ ਬਈ ਜੇ ਇਸ ਸੰਦਰਭ ਦੇ ਵਿੱਚ ਚੱਲਦੀ ਆ ਗੱਲ ਹਨਾ ਜਿਹਨੂੰ ਆਪਾਂ ਫਿਲਾਸਫੀ ਕਹਿੰਦੇ ਆ ਨਾ ਇਹਦਾ ਜਿਹੜਾ ਖਲਾਰਾ ਆ ਇਹ ਧਰਮ ਨੇ ਬੜਾ ਪਾਇਆ ਆ ਸਾਡੇ ਸਾਹਮਣੇ ਤੇ ਪਰ ਫਿਲਾਸਫੀ ਦੀ ਜ਼ੀਰੋ ਵੈਲਿਊ ਆ ਜਿੰਨਾ ਚਿਰ ਉਹਦੀ ਕੋਈ ਇਕੁਏਸ਼ਨ ਬਣਾ ਕੇ ਸਮਾਜ ਦੇ ਸਾਹਮਣੇ ਸਮੱਸਿਆ ਦੇ ਰੂਪ ਦੇ ਵਿੱਚ ਨਹੀਂ ਰੱਖੀ ਜਾਂਦੀ
ਸਾਰੇ ਧਰਮਾਂ ਨੇ ਬੜੀ ਵੱਡੀਆਂ ਫਿਲਾਸਫੀਆਂ ਦੇਤੀਆਂ, ਪਰ ਜਦੋਂ ਉਹਨੂੰ ਸਮੱਸਿਆ ਦਾ ਰੂਪ ਦੇਣ ਦੀ ਗੱਲ ਆਈ, ਜਦੋਂ ਉਹਨੂੰ ਸਵਾਲ ਦਾ ਰੂਪ ਦੇਣ ਦੀ ਗੱਲ ਆਈ, ਤਾਂ ਸਾਰੇ ਧਰਮ ਲਗਭਗ ਫੇਲ ਹੋ ਗਏ। ਅੱਜ ਭਾਈ ਰਣਜੀਤ ਸਿੰਘ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ ਨਾ, ਜਿਹੜਾ ਉਹਨਾਂ ਦਾ ਇੱਕ ਬਹੁਤ ਰਾਗਾਂ ਦੇ ਵਿੱਚ ਖੁੱਲਾ ਡੁੱਲਾ ਮੈਸੇਜ ਆ, ਉਹਨੂੰ ਬੜੇ ਛੋਟੇ ਰੂਪ ਦੇ ਵਿੱਚ ਉਹਨੂੰ ਕਰਕੇ ਕੰਜੈਸਟ ਕਰਕੇ ਜਾਂ ਕਿੱਦਾਂ ਇੱਕ ਲਫ਼ਜ਼ ਆ, ਤੇ ਉਹ ਸਾਡੇ ਸਾਹਮਣੇ ਰੱਖ ਰਹੇ ਆ, ਤੇ ਸਾਡੇ ਬੜੇ ਐਨ ਡਾਇਰੈਕਟਲੀ ਗੱਲ ਖਾਨੇ ਪੈ ਰਹੀ ਆ। ਜਦੋਂ ਕਿ ਬਾਕੀ ਜਿਹੜੇ ਪ੍ਰਚਾਰਕ ਅਸੀਂ ਪਹਿਲਾਂ ਸੁਣਦੇ ਸੀਗੇ, ਉਹ ਫਿਲਾਸਫੀ ਡਾਇਰੈਕਟਲੀ ਸਾਨੂੰ ਆਪਣੇ ਸਵਾਰਥ ਦੇ ਲਈ ਸੁਣਾਈ ਜਾਂਦੇ ਸੀਗੇ। ਨਾਲੇ ਉਹਦੇ ਨਾਲ ਉਹ ਕਰ ਵੀ ਇਹ ਰਹੇ ਆ ਵੀ ਉਹ ਕਹਿੰਦੇ ਵੀ ਜਿਹੜੀ ਸਾਡੀ ਫਿਲਾਸਫੀ ਨਾ, ਜਿਹੜਾ ਸਾਡਾ ਧਰਮ ਆ, ਜਿਹੜਾ ਸਾਡਾ ਰੱਬ ਆ, ਹੁਣ ਉਹ ਕਹਿੰਦੇ ਰੱਬ ਇੱਕ ਆ, ਪਰ ਜਿਹੜਾ ਸਾਡਾ ਰੱਬ ਆ ਉਹ ਵਧੀਆ ਆ, ਉਹ ਅਸਲੀ ਆ। ਹੁਣ ਜਿੱਦਾਂ ਬੰਦਾ ਨਿਊਜ਼ੀਲੈਂਡ ਚ ਸਮੁੰਦਰ ਦੇ ਕੰਢੇ ਖੜਾ, ਇੱਕ ਬੰਦਾ ਅਮਰੀਕਾ ਚ ਸਮੁੰਦਰ ਦੇ ਕੰਢੇ ਖੜਾ, ਤੇ ਹੁਣ ਨਿਊਜ਼ੀਲੈਂਡ ਵਾਲਾ ਕਹੇ ਵੀ ਜਿਹੜਾ ਸਾਡੇ ਵਾਲਾ ਸਮੁੰਦਰ ਆ ਇਹ ਅਸਲੀ ਆ, ਉਹ ਕਹੇ ਜਿਹੜਾ ਸਾਡੇ ਵਾਲਾ ਸਮੁੰਦਰ ਆ ਉਹ ਅਸਲੀ ਆ। ਹੁਣ ਜਿਹਨੂੰ ਪਤਾ ਆ ਵੀ ਸਮੁੰਦਰ ਦਾ ਮਤਲਬ ਆ ਜਿਹੜਾ ਧਰਤੀ ਤੇ, ਸਾਰੀ ਧਰਤੀ ਤੇ ਜਿੰਨਾ ਪਾਣੀ ਆ ਨਾ, ਇਹ ਉਹਦਾ ਨਾਂ ਸਮੁੰਦਰ ਆ। ਹੁਣ ਉਹ ਆਪੋ ਆਪਣੇ ਸਿਰੇ ਨੂੰ ਦੇਖ ਕੇ ਕਹਿ ਰਹੇ ਆ। ਜੇ ਇੱਕ ਰੱਬ ਦੀ ਗੱਲ ਆ ਤਾਂ ਉਹ ਸਾਰੀ, ਜੇ ਧਰਮ ਦੀ ਗੱਲ ਆ ਨਾ, ਫਿਰ ਉਹ ਹੈਗੀ ਆ ਵੀ ਇੱਕੋ ਧਰਮ, ਦ੍ਰਿੜਾ ਸੱਚ ਕੋਈ, ਉਹ ਇੱਕੋ ਹੀ ਆ। ਫਿਰ ਇਦਾਂ ਨਹੀਂ ਤੁਸੀਂ ਕਹਿ ਸਕਦੇ ਵੀ ਮੇਰੇ ਵਾਲਾ ਧਰਮ ਵਧੀਆ ਜਾਂ ਮੇਰੇ ਵਾਲਾ ਵਧੀਆ। ਫਿਰ ਇਹਦਾ ਚਾਹੇ ਬੂੰਦਾਂ ਦੇ ਵੀ ਆ ਜਾਏ ਨਾ ਪਾਣੀ ਦੀਆਂ, ਤੇ ਜੇ ਸਮੁੰਦਰ ਆ ਉਹ ਇੱਕੋ ਹੀ ਆ, ਨਾਨਕ ਵਾਲਾ ਤਾਂ ਇੱਕੋ ਹੀ ਆ, ਜਿੱਥੇ ਮਰਜੀ ਜਾਓ ਬਸ। ਹਾਂਜੀ, ਬਿਲਕੁਲ। ਜਿਹੜਾ ਰੱਬ ਆ ਨਾ, ਜਿਹੜੀ ਤੁਹਾਡੀ ਫਿਲਾਸਫੀ ਦਾ ਆਧਾਰ ਆ, ਜਿਹੜਾ ਉਹ ਤੁਹਾਨੂੰ ਜਦੋਂ ਤੁਸੀਂ ਆਇਡੈਂਟੀਫਾਈ ਕਰਨਾ ਆ, ਉਹ ਤੁਹਾਨੂੰ ਪ੍ਰੈਕਟੀਕਲ ਕਰਨਾ ਪੈਣਾ। ਜੇਕਰ ਉਹ ਜਿਹੜਾ ਤੁਸੀਂ ਰੱਬ ਪ੍ਰੈਕਟੀਕਲੀ ਆਇਡੈਂਟੀਫਾਈ ਨਾ ਕੀਤਾ, ਤਾਂ ਫਿਰ ਉਹਦੇ ਕੋਈ ਅਰਥ ਨਹੀਂ ਰਹਿ ਜਾਂਦੇ। ਫਿਰ ਜਿੱਦਾਂ ਬਾਕੀ ਧਰਮਾਂ ਨੇ ਮਤਲਬ ਸਮਾਜ ਦੇ ਵਿੱਚ ਪਿੱਛੇ ਲਾ ਕੇ ਲੋਕਾਂ ਨੂੰ ਗੰਦ ਪਾਇਆ ਆ, ਉਹੀ ਗੰਦ ਤੁਸੀਂ ਪਾਉਣਾ ਸ਼ੁਰੂ ਕਰ ਦੇਣਾ। ਬੇਸ਼ੱਕ ਰਜਨੀਸ਼ ਨੇ ਲਗਭਗ ਇਹੀ ਕੁਛ ਕੀਤਾ। ਤਾਂ ਹੀ ਰਜਨੀਸ਼ ਦੀਆਂ ਜਿਹੜੀਆਂ ਗੱਲਾਂ ਆ ਉਹ ਦਿਲ ਨੂੰ ਤਾਂ ਚੰਗੀਆਂ ਲੱਗਦੀਆਂ ਆ, ਪਰ ਜਦੋਂ ਤੁਸੀਂ ਉਹਨੂੰ ਸਮਾਜ ਦੇ ਕਸਵੱਟੀ ਤੇ ਲਾ ਕੇ ਦੇਖਦੇ ਆ ਤਾਂ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ। ਬਸ ਜਿਹੜਾ ਬੰਦਾ ਆ, ਬੰਦੇ ਦੇ ਸਰੀਰ ਦੇ ਵਿੱਚ ਸਾਰੇ ਜਜ਼ਬਾਤਾਂ ਦੀ ਉਤਪਤੀ ਹੁੰਦੀ ਹੈ, ਇਹ ਤਾਂ ਆਪਾਂ ਸਮਝਦੇ ਆ ਨਾ। ਦਿਮਾਗ ਉਹਨਾਂ ਨੂੰ ਡਾਇਗਨੋਸ ਕਰਦਾ, ਦਿਮਾਗ ਉਹਨਾਂ ਨੂੰ ਐਕਨੋਲੇਜ ਕਰਦਾ ਵੀ ਮੇਰੇ ਮਨ ਦੇ ਵਿੱਚ ਆਹ ਚੀਜ਼ਾਂ ਆਉਣੀਆਂ, ਮੈਂ ਕਿੱਦਾਂ ਵਿਚਰਨਾ, ਕਿੱਦਾਂ ਆਪਣੇ ਆਪ ਨੂੰ ਰੋਕਣਾ ਜਾਂ ਟੋਕਣਾ। ਪਰ ਜਿਹੜੀਆਂ ਪ੍ਰੋਬਲਮਾਂ ਆ, ਜਿਹੜੇ ਕੈਮੀਕਲ ਰਿਐਕਸ਼ਨ ਆ, ਉਹ ਦਿਮਾਗ 'ਚ ਨਹੀਂ ਹੋ ਰਿਹਾ, ਉਹ ਬੋਡੀ 'ਚ ਹੋ ਰਹੇ ਆ। ਉਹਦਾ ਬੋਡੀ, ਹੁਣ ਕਿਸੇ ਦੀ ਸੈਕਸ਼ੂਅਲ ਓਰੀਐਂਟੇਸ਼ਨ ਆ, ਉਹ ਦਿਮਾਗ ਦਾ ਵਿਸ਼ਾ ਨਹੀਂ ਹੈਗਾ, ਉਹ ਤੇ ਸਰੀਰ ਦਾ ਵਿਸ਼ਾ ਹੈ। ਦਿਮਾਗ ਤਾਂ ਗਾਂ ਦੱਸਦਾ ਆ ਵੀ ਤੂੰ ਏਦਾਂ ਦਾ ਆ, ਠੀਕ ਹੈ। ਹੁਣ ਉਹ ਮੇਰੇ ਕਹਿਣ ਦਾ ਮਤਲਬ ਹੈ ਵੀ ਦਿਮਾਗ ਜਿਹੜਾ ਇੱਕ ਨਾ ਆਪਾਂ ਬਹੁਤ ਘੱਟ ਗੱਲ ਕਹਿੰਦੇ ਆ, ਤੇ ਕਹਿਣ ਦੇ ਵਿੱਚ ਸ਼ਾਇਦ ਸ਼ਰਮ ਮਹਿਸੂਸ ਕਰਦੇ ਆ, ਜਾਂ ਪਤਾ ਨਹੀਂ ਇਹ ਟ੍ਰੈਂਡ ਹੀ ਨਹੀਂ ਹੈਗਾ ਬਈ ਸਾਰੀ ਜਿਹੜਾ ਜਦੋਂ ਵੀ ਆਪਾਂ ਕਹਿ ਦਿੰਦੇ ਬੰਦਾ ਸਰੀਰਕ ਤਲ ਤੇ ਜੀਂਦਾ ਆ, ਹੁਣ ਉਹ ਗੱਲ ਆਪਣੇ ਆਪ ਦੇ ਵਿੱਚ ਜਿੰਨੀ ਕਹਿਣ ਨੂੰ ਗਲਤ ਆ, ਉਨੀ ਸੱਚੀ ਵੀ ਆ। ਵੀ ਸਰੀਰਕ ਤਲ ਤੋਂ ਉੱਪਰ ਤੁਸੀਂ ਜਾ ਹੀ ਨਹੀਂ ਸਕਦੇ ਹੈਗੇ, ਕਿਉਂਕਿ ਹੈਗੇ ਤਾਂ ਅਕਸਰ ਤੁਸੀਂ ਸਰੀਰ ਆ ਨਾ, ਦਿਮਾਗ ਵੀ ਤਾਂ ਸਰੀਰ ਦੇ ਵਿੱਚ ਹੀ ਆ। ਹੁਣ ਰਜਨੀਸ਼ ਨੇ ਜਿਹੜੀ ਗੱਲ ਕੀਤੀ ਆ, ਰਜਨੀਸ਼ ਨੇ ਸਰੀਰ ਨੂੰ ਪਿੱਛੇ ਛੱਡ ਦਿੱਤਾ ਤੇ ਸਮਾਧੀ ਦੇ ਰੂਪ ਦੇ ਵਿੱਚ ਲੋਕਾਂ ਨੂੰ ਮਤਲਬ ਉਹ ਇਲੂਜਨ ਦਿਖਾ ਲਿਆ, ਜਿਹਦੇ ਮਗਰ ਲੋਕੀ ਮਗਰ ਲੱਗ ਗਏ। ਜਦ ਕਿ ਸਮਾਜ ਦੇ ਵਿੱਚ ਤੁਹਾਡੇ ਸਰੀਰ ਨੇ ਜੀਣਾ ਆ। ਜਦੋਂ ਤੁਹਾਡਾ ਸਰੀਰ ਵੱਖ-ਵੱਖ ਔਰਤਾਂ ਦੇ ਨਾਲ ਸੰਭੋਗ ਕਰੂਗਾ, ਜਾਂ ਔਰਤਾਂ ਬੰਦਿਆਂ ਦੇ ਨਾਲ ਸੰਭੋਗ ਕਰੂਗੀਆਂ, ਉਹ ਵੀ ਬਿਨਾਂ ਕਿਸੇ ਕੰਟਰੋਲ ਦੇ, ਬਿਨਾਂ ਕਿਸੇ ਰਿਸ਼ਤਿਆਂ ਦੇ, ਉਹ ਸਮਾਜ ਦੀ ਹਾਲਤ ਕਿੱਦਾਂ ਦੀ ਹੋ ਜਾਣੀ ਹੈ। ਉਹ ਜਦੋਂ ਨਾ ਪਿੰਦੇ ਆਪਣੀ ਗੱਲ ਚਿੱਤੇ ਰੱਖੀ, ਜਦੋਂ ਸਮਾਧੀ ਦੀ ਗੱਲ ਵੀ ਹੋਈ ਆ ਨਾ, ਹਾਂਜੀ, ਹੁਣ ਉਹ ਬੰਦੇ ਨੇ ਸਮਾਧੀ ਦੇ ਨਾਂ ਤੇ ਉਹ ਲੋਕਾਂ ਨੂੰ ਅਕਮੋਡੇਟ ਕਰਨ ਦੇ ਨਾਂ ਦੇ ਉੱਤੇ ਹਜ਼ਾਰਾਂ ਬੇਘਰ ਲੋਕਾਂ ਨੂੰ ਉੱਥੋਂ ਲਿਆ ਕੇ ਇਕੱਠੇ ਕਰਕੇ, ਉਹ ਜਿਸ ਬੰਦੇ ਨੇ ਉਹਦੀ ਹੈਲਪ ਕੀਤੀ ਸੀ ਜ਼ਮੀਨ ਜਮੂਨ ਲੈਣ ਦੇ ਲਈ, ਹਾਂਜੀ, ਉੱਥੇ ਲਿਆਂਦਾ ਸੀ ਇਸ ਕਰਕੇ ਵੀ ਇੱਥੇ ਰਹਿਣ ਲੱਗ ਪੈਣਗੇ ਤੇ ਵੋਟਾਂ ਸਾਡੇ ਹੱਕ 'ਚ ਪਾਉਣਗੇ। ਤੇ ਆ ਕੇ ਉਹਨਾਂ ਨੂੰ ਨਸ਼ੇ ਦੀਆਂ ਗੋਲੀਆਂ ਖੜਾ ਕੇ ਲਾ ਦਿੱਤਾ ਦੂਜੇ ਪਾਸੇ ਨੂੰ। ਹੁਣ ਜਦੋਂ ਸੱਚਾਈ ਆਈ ਆ ਸਾਹਮਣੇ, ਅਗਲੇ ਤਾਂ ਪਿੱਟੇ ਆ ਉੱਥੇ। ਸਮਾਧੀ ਜਿਹੜੀ ਲਾਉਣੀ ਚਾਹੁੰਦਾ ਸੀ, ਜਿਹਨੂੰ ਕਹਿੰਦਾ ਸੀ ਵੀ ਮੁਕਤੀ ਦਵਾਉਂਗਾ ਮੈਂ, ਤੁਹਾਨੂੰ ਧੁਰ ਲੈ ਕੇ ਜਾਊਂਗਾ, ਉਹ ਤਾਂ ਚੰਗਾ ਹੋਇਆ ਵੀ ਗੰਦ ਕਿਤੇ ਇੰਡੀਆ 'ਚ ਨਹੀਂ ਪੈ ਗਿਆ। ਨਹੀਂ ਤਾਂ ਸਾਡੇ ਬੰਦੇ ਜਿਹੜੇ ਮਗਰ ਲੱਗਣੇ ਵਾਲੇ ਪਤਾ ਜਾਣਾ ਸੀ ਲੱਗ ਇਹਨਾਂ ਨੂੰ। ਨਹੀਂ ਨੜੇ ਪਿੰਦੇ ਵਿੱਚ ਸ਼ਾਇਦ ਤੁਹਾਨੂੰ ਪਤਾ ਹੋਵੇ, ਇੱਕ ਆ ਤਾਂ ਇੱਕ ਤਾਂ ਵੋਟਾਂ ਵਾਲਾ ਫਰਾਡ ਪਹਿਲਾਂ ਕੀਤਾ ਉਹਨੇ ਸਭ ਤੋਂ ਵੱਡਾ, ਹਨਾ। ਹਾਂਜੀ।
ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਇਮੀਗ੍ਰੇਸ਼ਨ ਜਿਹੜਾ ਫਰਾਡ ਹੋਇਆ ਅੱਜ ਤੱਕ ਉਹ ਰਜਨੀਸ਼ ਨੇ ਕੀਤਾ, ਕਿਉਂਕਿ ਜਿਹੜੇ ਉਹਦੇ ਡਿਸਾਈਪਲ ਬਾਹਰੋਂ ਆਉਂਦੇ ਸੀ ਫਿਰ ਉਹ ਇਮੀਗ੍ਰੇਸ਼ਨ ਤੇ ਵੀਜ਼ੇ ਮੁੱਕ ਜਾਂਦੇ ਸੀਗੇ, ਫਿਰ ਉਹਨਾਂ ਨੇ ਉੱਥੇ ਜਾਲੀ ਵਿਆਹ ਕਰਾ ਕੇ, ਕਿਉਂਕਿ ਉਹਨਾਂ ਦੇ ਵਿੱਚ ਕੋਈ ਰਿਸ਼ਤਾ ਹੈ ਨਹੀਂ, ਉਹਨਾਂ ਹਸਬੈਂਡ ਵਾਈਫ ਦਾ ਕੋਈ ਮਤਲਬ ਨਹੀਂ, ਮੈਰਿਜ ਦਾ ਮਤਲਬ ਕੁਛ ਨਹੀਂ ਹੁੰਦਾ, ਠੀਕ ਆ, ਇੱਕ ਕਾਗਜ਼ ਚਾਹੀਦਾ ਤੁਹਾਨੂੰ ਦਬਾਉਣੇ ਆ। ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ, ਅਸਲੀ ਜੀ ਸਜ਼ਾ ਉਹਨੂੰ ਇਮੀਗ੍ਰੇਸ਼ਨ ਫਰਾਡ ਚ ਹੀ ਹੋਈ ਹੈ ਜਿੱਥੋਂ ਡਿਪੋਰਟ ਹੋਇਆ। 2 ਹੋ ਗਏ। ਤੀਜਾ, ਅਮਰੀਕਾ ਦੇ ਇਤਿਹਾਸ ਚ ਮੇਰੇ ਖਿਆਲ ਨਹੀਂ ਸ਼ਾਇਦ ਯੂਨੀਵਰਸ ਦੇ ਇਤਿਹਾਸ ਚ ਪਹਿਲਾ ਬਾਇਓ ਅਟੈਕ ਆ ਜਿਹੜਾ ਬਾਇਓ ਟੈਰਰ ਅਟੈਕ ਜਿਹਨੇ 750 ਬੰਦਾ ਟਾਰਗੇਟ ਕੀਤਾ, ਉਹ ਹੁਣੇ ਕੀਤਾ। ਜਿਹੜਾ ਜਿੰਨੀਆਂ ਬੇਕਰੀਆਂ ਸੀਗੀਆਂ ਉਹ ਰਿਟਾਇਰ ਬੰਦੇ ਰਹਿੰਦੇ ਸੀਗੇ, 750 ਬੰਦਾ ਸੀਗਾ, ਵੋਟਾਂ ਪੈਣੀਆਂ ਸੀਗੀਆਂ, ਇਹਨਾਂ ਦੇ ਬੰਦੇ ਜਿੰਨੇ ਰਜਿਸਟਰਡ ਹੋ ਗਏ, ਇਹਨਾਂ ਨੇ ਬੇਕਰੀਆਂ 'ਚ ਜਾ ਕੇ ਸਪਰੇਅ ਕਰਤਾ, ਸੈਲੋਮਨ ਵਾਲਾ ਕਹਿੰਦੇ ਕੈਮੀਕਲ ਆ, ਉਹਦੇ ਨਾਲ ਵੀ ਸਵੇਰੇ ਲੋਕਾਂ ਦਾ ਢਿੱਡ ਖਰਾਬ ਹੋ ਜਾਣਗੇ, ਵੋਟ ਹੀ ਨਾ ਪਾਉਣ ਜਾਣ। ਠੀਕ ਆ, ਬਾਇਓ ਅਟੈਕ ਤੇ ਇਮੀਗ੍ਰੇਸ਼ਨ ਤੇ ਜਿਹੜਾ ਇਲੈਕਸ਼ਨ ਦਾ ਵੋਟ ਦਾ ਸਭ ਤੋਂ ਵੱਡੇ ਫਰਾਡ ਇਤਿਹਾਸ ਅਮਰੀਕਾ ਦੇ ਇਸ ਲੈਵਲ ਤੇ ਬੰਦੇ ਨੇ ਕੀਤੇ। ਇਹ ਮਤਲਬ ਜਿਹੜੀ ਆਪਾਂ ਇੱਥੇ ਡਿਸਕਸ ਕਰ ਸਕਦੇ ਰੇਡੀਓ ਤੇ ਉਹੀ ਚੀਜ਼ਾਂ ਨੇ 3-4, ਜਿਹੜੇ ਉਦੋਂ ਬਾਅਦ ਆ ਉਹ ਗੱਲਾਂ ਹੀ ਛੱਡ ਦਿਓ, ਉਹ ਤਾਂ ਗੱਲਾਂ ਹੀ ਛੱਡ ਦਿਓ। ਹਾਂਜੀ, ਨਹੀਂ ਅਸਲ ਦੇ ਵਿੱਚ ਭਾਜੀ ਰਜਨੀਸ਼ ਨੇ ਇਕੱਲੇ ਨੇ ਨਹੀਂ, ਜਿੰਨੇ ਵੀ ਅੱਜ ਤੱਕ ਧਾਰਮਿਕ ਜਿਹੜੇ ਮਗਰ ਲਾਉਣ ਵਾਲੇ ਆਗੂ ਹੋਏ ਆ ਲੋਕਾਂ ਨੂੰ, ਇਹਨਾਂ ਨੇ ਸਾਰਿਆਂ ਨੇ ਇੱਕੋ ਹੀ ਹਥਿਆਰ ਵਰਤਿਆ ਆ, ਉਹ ਆ ਮਾਈਂਡ, ਤੁਹਾਡਾ ਦਿਮਾਗ। ਬਈ ਦਿਮਾਗ ਦੇ ਵਿੱਚ ਅਸੀਂ ਮਤਲਬ ਭਗਤੀ ਕਰਨ ਦੇ ਨਾਲ ਕੁਛ ਏਦਾਂ ਦੀਆਂ ਜਿਹੜੀਆਂ ਫੀਲਿੰਗਸ ਆ ਜਿਹਦੇ ਨਾਲ ਤੁਹਾਨੂੰ ਸੰਤੁਸ਼ਟੀ ਆਉਣੀ ਆ ਵਗੈਰਾ ਵਗੈਰਾ ਸਾਰਾ ਕੁਛ, ਜਦ ਕਿ ਏਦਾਂ ਦਾ ਕੁਛ ਨਹੀਂ ਹੈਗਾ। ਬੰਦਾ ਇੱਕ ਬੜੇ ਭੁਲੇਖੇ ਦੇ ਵਿੱਚ ਜੀਂਦਾ ਆ ਵੀ ਉਹਦਾ ਜਿਹੜਾ ਸਰੀਰ ਆ ਹਨਾ, ਜਿਹੜੀ ਸਰੀਰ ਨੂੰ ਕੋਈ ਸੁੱਖ ਮਿਲਣਾ ਆ ਤਾਂ ਜਿਹੜਾ ਦਿਮਾਗ ਨੂੰ ਸੁੱਖ ਮਿਲਣਾ ਆ ਉਹ ਵੱਖਰੋ ਵੱਖਰਾ ਆ। ਸਭ ਤੋਂ ਵੱਡੀ ਜਿਹੜੀ ਬੇਵਕੂਫੀ ਵਾਲੀ ਗੱਲ ਆ ਬੰਦੇ ਦੀ ਇਹ ਆ ਉਹ ਜੇ ਕੋਈ ਏਦਾਂ ਸੋਚਦਾ ਹੈ, ਜਦ ਕਿ ਏਦਾਂ ਨਹੀਂ ਹੈਗਾ। ਜੇਕਰ ਤੁਸੀਂ ਇਹ ਕਹੋ ਹਨਾ ਬਈ ਪਿਆਰ ਤੇ ਫਲੂ ਜ਼ੁਕਾਮ ਦੋ ਇੱਕੋ ਹੀ ਚੀਜ਼ ਆ, ਮਤਲਬ ਇਹ ਕਹਿਣ ਨੂੰ ਗੱਲ ਬੜੀ ਅਜੀਬ ਲੱਗਦੀ ਆ ਪਰ ਹੈ ਏਦਾਂ ਹੀ। ਜਿਹੜਾ ਪਿਆਰ ਆ ਉਹਦੇ ਜਿਹੜੇ ਸਿੰਪਟਮਸ ਆ ਨਾ ਬੋਡੀ ਦੇ ਵਿੱਚ, ਉਹ ਆਪਣੇ ਤਰੀਕੇ ਦੀ ਇੱਕ ਪੈਦਾ ਕਰਦੇ ਆ ਜਿਹਦੇ ਨਾਲ ਤੁਹਾਨੂੰ ਮਸ਼ੀਨ ਵੀ ਦੱਸ ਸਕਦੀ ਆ ਵੀ ਤੁਸੀਂ ਮਤਲਬ ਤੁਹਾਨੂੰ ਡਾਇਗਨੋਸ ਕਰ ਸਕਦੀ ਆ ਪਿਆਰ ਨੂੰ, ਜਿੱਦਾਂ ਫਲੂ ਡਾਇਗਨੋਸ ਹੁੰਦਾ। ਹੁਣ ਕੋਈ ਬੰਦਾ ਬੈਂਸੂਗਾ ਇਸ ਗੱਲ ਦੇ ਉੱਤੇ, ਨੋ ਡਾਊਟ ਵੀ ਪਿਆਰ ਨੂੰ ਡਾਇਗਨੋਸ ਨਹੀਂ ਕੀਤਾ ਜਾ ਸਕਦਾ, ਪਰ ਨਹੀਂ ਏਦਾਂ ਦਾ ਨਹੀਂ ਹੈਗਾ। ਸਾਇੰਟੀਫਿਕਲੀ ਕੋਈ ਬੰਦਾ ਇਸ ਗੱਲ ਨੂੰ ਪ੍ਰੂਵ ਨਹੀਂ ਕਰ ਸਕਦਾ ਕਿ ਕਿਸੇ ਬਿਮਾਰੀ ਦੇ ਵਿੱਚ ਤੇ ਇਹਨਾਂ ਜਿਹੜੇ ਜਜ਼ਬਾਤ ਪੈਦਾ ਹੁੰਦੇ ਤੁਹਾਡੇ ਸਰੀਰ ਦੇ ਵਿੱਚ, ਇਹਨਾਂ ਦਾ ਕੋਈ ਧੇਲੇ ਦਾ ਵੀ ਫਰਕ ਹੈ। ਇਹ ਆਪਸ ਦੇ ਵਿੱਚ ਮਤਲਬ ਸਾਰਾ ਕੁਝ ਜੋ ਵੀ ਵਾਪਰ ਰਿਹਾ ਤੁਹਾਡੇ ਸਰੀਰ ਦੇ ਤਲ ਤੇ ਵਾਪਰ ਰਿਹਾ, ਤੇ ਉਹਨੂੰ ਜਿਹੜੀ ਸਾਇੰਸ ਆ, ਮੈਡੀਕਲ ਸਾਇੰਸ ਆ, ਉਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਡਾਇਗਨੋਸ ਕਰ ਸਕਦੀ ਆ। ਪਰ ਕਿਉਂਕਿ ਅਸੀਂ ਸਦੀਆਂ ਤੋਂ ਧਰਮ ਦੇ ਮਗਰ ਲੱਗੇ ਹੋਏ ਆ, ਧਰਮ ਦੀ ਭਾਸ਼ਾ ਸੁਣਦੇ ਆਏ ਆ, ਤੇ ਧਰਮ ਦੀ ਭਾਸ਼ਾ ਨੇ ਸਾਨੂੰ ਇਹ ਦੱਸਿਆ ਆ ਵੀ ਦਿਮਾਗ, ਪਿਆਰ, ਸਮਾਧੀ, ਆਨੰਦ ਵਗੈਰਾ ਵਗੈਰਾ ਜੋ ਵੀ ਆ, ਇਹ ਇੱਕ ਵੱਖਰੀ ਅਵਸਥਾ ਆ। ਇਸ ਲਈ ਅਸੀਂ ਇਹਨਾਂ ਦੋਨਾਂ ਗੱਲਾਂ ਨੂੰ ਵੱਖਰਾ ਕਰਕੇ ਦੇਖਦੇ ਆ ਤੇ ਛੇਤੀ ਹੀ ਮਤਲਬ ਇਸ ਜਾਲ ਦੇ ਵਿੱਚ ਫਸ ਜਾਂਦੇ ਆ ਜਿਹੜਾ ਭਗਤੀ ਵਾਲਾ ਜਾਂ ਸਮਾਧੀਆਂ ਵਾਲਾ ਹੈ। ਵੇ ਦੇ ਵਿੱਚ ਕੋਈ ਸਾਨੂੰ ਆਨੰਦ ਆਉਣਾ ਹੈ, ਜਦ ਕਿ ਐਸਾ ਕੁਝ ਨਹੀਂ ਹੈਗਾ। ਆਹ ਨਹੀਂ ਉਹ ਹੈ ਜਾਣੀ ਜਿਹੜੀ ਨਾਲੇ ਜਦੋਂ ਨਾ ਤੁਸੀਂ ਜਿਹੜੇ ਇਹ ਹੈਗੇ ਆ ਕੁੰਡਲਨੀ ਵਾਲੇ, ਇਹ ਕੁੰਡਲਨੀ ਵਾਲੇ ਪਾਸੇ ਨੂੰ ਵੀ ਪੈ ਗਿਆ ਸੀ ਨਾ, ਕੁੰਡਲਨੀ ਜਾਗਰਣ ਜਿਹੜੀ ਆ। ਠੀਕ ਹੈ। ਹੁਣ ਜਿਹਨੂੰ ਇਹ ਕੁੰਡਲਨੀ ਜਾਗਰਣ ਦੀ ਗੱਲ ਕਰਦੇ ਆ, ਸਮਾਧੀ ਦੀ ਗੱਲ ਕਰਦੇ ਆ, ਜਿਹੜੇ ਅਖੰਡ ਕੀਰਤਨੀ ਜਥੇ ਵਾਲੇ ਨਾ ਵਾਹਿਗੁਰੂ ਦੀ ਗੱਲ ਕਰਦੇ ਆ, ਇਹਨਾਂ ਨੂੰ ਪਤਾ ਨਹੀਂ ਵੀ ਇਹ ਹੈਗਾ ਯੋਗ ਮਤ ਦੇ ਵਿੱਚੋਂ ਆਇਆ ਆ। ਹੁਣ ਯੋਗ ਮਤ ਦੇ ਵਿੱਚ ਕੀ ਸੀਗਾ ਵੀ ਜਦੋਂ ਨਾ ਉਹ ਜਿਹੜੀ ਧੁੰਨੀ ਆ ਥੱਲੇ ਨਾਭੀ, ਮੈਨੂੰ ਨਹੀਂ ਇਹਦਾ ਪਤਾ, ਮੈਂ ਸੁਣਿਆ ਜਿੰਨਾ ਕੁ। ਹਾਂਜੀ ਜਦੋਂ ਵਾਹੇ ਕਹਿੰਦੇ ਨਾ, ਏਦਾਂ ਕਹਿੰਦੇ ਵੀ ਵਾਹਿਗੁਰੂ ਏਦਾਂ ਸਾਹ ਅੰਦਰ ਨੂੰ ਖਿੱਚ ਕੇ, ਜਦੋਂ ਤੁਸੀਂ ਬੈਠੇ ਉਹਨਾਂ ਨੂੰ ਬੈਠਿਆਂ ਨੂੰ ਦੇਖਿਓ, ਜਦੋਂ ਉਹ ਕਰਦੇ ਆ ਵਾਹਿਗੁਰੂ, ਠੀਕ ਹੈ, ਉਹ ਲੱਕ ਤੱਕ ਹਿਲਦੇ ਆ ਥੱਲੇ ਤੱਕ। ਉਹ ਜਦੋਂ ਨਾ ਜ਼ੋਰ ਨਾਲ ਕਰਦੇ ਆ ਤੇ ਸੱਟ ਵੱਜਦੀ ਜਾ ਕੇ ਅੰਦਰ, ਠੀਕ ਹੈ, ਤੇ ਅੰਦਰੋਂ ਉਹਨਾਂ ਦੇ ਜਿੱਦਾਂ ਨਾ ਸਰੀਰਕ ਸੰਬੰਧ ਤੋਂ ਬਾਅਦ ਜੋ ਪ੍ਰਕਿਰਿਆ ਹੁੰਦੀ ਆ ਉਦਾਂ ਦੀ ਫੀਲਿੰਗ ਆਉਂਦੀ ਆ, ਰਿਲੀਜ਼ ਹੁੰਦੇ ਨੇ ਹਾਰਮੋਨ, ਇਦਾਂ ਦੱਸਦੇ ਆ। ਹਾਂਜੀ, ਠੀਕ ਹੈ, ਉਹਦੇ ਉਹਨਾਂ ਨੂੰ ਆਨੰਦ ਆਉਂਦਾ ਆ। ਬਸ ਉਹ ਹੁਣ ਉਹਨਾਂ ਦਾ ਆਪਣੀ ਤਰ੍ਹਾਂ ਦਾ ਹੋਊਗਾ। ਠੀਕ ਹੈ, ਇਹ ਇਹਦੇ ਦੁਆਲੇ ਪੈ ਗਏ। ਹੁਣ ਹੈ ਸਾਰਾ ਕੁਝ ਖੜਾ ਉੱਥੇ ਹੀ ਆ। ਹਾਂ, ਸਰੀਰ ਤੇ ਖੜੀਆਂ ਦੋ ਹੀ ਗੱਲਾਂ, ਨਾ ਹੋਰ ਦੇ ਦਿੱਤਾ। ਹੁਣ ਜਦੋਂ ਗੁਰੂ ਸਾਹਿਬ ਕਹਿੰਦੇ ਆ ਵੀ ਤੂੰ ਮੂਰਖਿਆ, ਤੂੰ ਗ੍ਰਹਿਸਥ ਛੱਡ ਕੇ, ਔਰਤ ਨੂੰ ਛੱਡ ਕੇ, ਪਹਿਲਾਂ ਤਾਂ ਪਰਿਵਾਰਾਂ ਨੂੰ ਛੱਡ ਕੇ ਰਹਿਣਾ, ਤੂੰ ਪਹਾੜਾਂ ਤੇ ਜੰਗਲਾਂ ਵਿੱਚ ਆ, ਮੁੜ ਕੇ ਮੰਗਣ ਉਹਨਾਂ ਦੇ ਕੋਲੋਂ ਜਾਣਾ, ਨਾਲੇ ਉਹਨਾਂ ਦੇ ਸਿਰ ਤੇ ਰੋਟੀ ਖਾ ਰਿਹਾ ਆ। ਜੇ ਉਹ ਨਾ ਕਮਾਉਣ
ਤੇਰੀਆਂ ਸਾਰਾ ਸਮਾਜ, ਸਾਰੀ ਦੁਨੀਆ ਜੰਗਲਾਂ 'ਚ ਬਹਿ ਜਾਏ, ਹਾਂਜੀ। ਰੋਟੀ ਕਿੱਥੋਂ ਖਾਵੋ ਤੁਸੀਂ? ਹਾਂਜੀ ਸਮਾਜ ਕਿੱਦਾਂ ਚੱਲੂਗਾ? ਹਾਂਜੀ ਨਾਲੇ ਉਹਨਾਂ ਨੂੰ ਭੰਡਦਾ ਹੈ, ਗਲਤ ਕਹਿਣਾ ਆ, ਹਾਂਜੀ ਹਨਾ? ਫਿਰ ਸਰੀਰ ਦੇ ਤੌਲ ਤੇ ਖੜਾ ਤੂੰ ਉੱਥੇ ਹੀ ਆ, ਔਰਤ ਨੂੰ ਕਹਿ ਕੇ, ਬ੍ਰਹਮਚਾਰੀ ਕਹਿ ਕੇ, ਹਾਂਜੀ ਹਾਂਜੀ ਹਨਾ? ਹੁਣ ਰਜਨੀਸ਼ ਆਪਣੇ ਆਪ ਨੂੰ ਬ੍ਰਹਮਚਾਰੀ ਦੱਸਦਾ, ਪਰ ਬਾਕੀਆਂ ਨੂੰ ਜਿਹੜੇ ਫਾਲੋਅਰ ਆ ਉਹਨਾਂ ਨੂੰ ਕਿਸ ਤਰ੍ਹਾਂ ਹਿਲਾ ਰਿਹਾ? ਸਾਰੇ ਉਹ ਕਹਿੰਦਾ ਨਹੀਂ, ਤੁਹਾਡੀ ਸੰਤੁਸ਼ਟੀ ਨਹੀਂ ਜੇ ਹੋਈ ਔਰਤ ਦਾ ਮਰਦ ਦੀ, ਹਾਂਜੀ। ਜੇ ਸਰੀਰਕ ਸੰਬੰਧ ਦੇ ਨਾਲ ਤੁਸੀਂ ਸੰਤੁਸ਼ਟ ਨਹੀਂ ਹੈਗੇ ਹਾਂਜੀ ਸੰਭੋਗ ਦੇ ਪੱਖੋਂ, ਹਾਂਜੀ। ਤੇ ਸਮਾਧੀ ਤੱਕ ਪਹੁੰਚ ਨਹੀਂ ਸਕਦੇ, ਹੈਗਾ ਬ੍ਰਹਮਚਾਰੀ ਆ। ਇਹਦਾ ਮਤਲਬ ਚਲੋ ਇੱਕ ਸਿੱਧੀ ਜਿਹੀ ਗੱਲ ਤਾਂ ਇਹ ਆ ਵੀ ਜਿਨ੍ਹਾਂ ਨੂੰ ਜੈਂਡਰ ਦੀ ਪ੍ਰੋਬਲਮ ਹੈ ਜਾਂ ਸੈਕਚੁਅਲੀ ਕੋਈ ਪ੍ਰੋਬਲਮ ਹੈ, ਉਹਨਾਂ ਦਾ ਤਾਂ ਕੋਈ ਫਿਰ ਕਨੈਕਸ਼ਨ ਜੁੜ ਹੀ ਨਹੀਂ ਸਕਦਾ ਹਨਾ ਕਿਸੇ ਚੀਜ਼ ਦੇ ਨਾਲ। ਬਸ ਉਹ ਤਾਂ ਹੀ ਤਾਂ ਸ਼ਾਇਦ ਸਾਡੇ ਇੰਡੀਅਨ ਜਿਹੜਾ ਕਲਚਰ ਆ ਨਾ, ਉਹਦੇ ਵਿੱਚ ਉਹਨਾਂ ਦਾ ਇੱਕ ਵੱਖਰਾ ਜਿਹੜਾ ਤਬਕਾ ਵੀ ਤਾਂ ਹੀ ਬਣਾ ਕੇ ਰੱਖ ਦਿੱਤਾ ਨਾ। ਹਾਂ ਬਿਲਕੁਲ ਬਿਲਕੁਲ। ਹੁਣ ਪੁਜਾਰੀ ਨੂੰ ਜਾਂ ਤਾਂ ਉਹ ਚਾਹੀਦੇ ਆ ਜਿਹੜੇ ਉਹਦੇ ਵਲੰਟੀਅਰ ਹੋਣ, ਜਾਂ ਉਹ ਚਾਹੀਦੀਆਂ ਆ ਜਿਨ੍ਹਾਂ ਦੇ ਨਾਲ ਉਹ ਸੌਂ ਸਕੇ। ਹਾਂ, ਦੋ ਹੀ ਹੈ ਬਿਲਕੁਲ ਠੀਕ ਹੈ। ਤੇ ਉਹ ਜਿਹੜੇ ਗੱਬੇ ਵਾਲੇ ਆ ਉਹਨਾਂ ਨੂੰ ਕੀ ਕਰੇ? ਉਹ ਫਿਰ ਚੱਕ ਕੇ, ਹੁਣ ਜਦੋਂ ਜਿੱਦਾਂ ਉਹ ਕਹਿੰਦਾ ਪਿਆ ਜਮਾੜ ਲਈ ਆ, ਹਨਾ, ਆ ਸ਼ੂਦਰਾਂ ਦਾ, ਵੈਸ਼ਾਂ ਦਾ ਫਲਾਨਾ ਆ, ਹਨਾ, ਤੇ ਉਹ ਚੱਕ ਕੇ ਨਾਲ ਉਹਨਾਂ ਦਾ ਇੱਕ ਵੱਖਰੀ ਬਸਤੀ ਬਣਾਤੀ, ਬਾਹਰ ਬਣਾਤੀ, ਕੱਢਤੇ, ਸਰਕਲ ਜੀ ਕੱਢਤੇ ਨਾ। ਨਾਲੇ ਜਦੋਂ ਅਸੀਂ ਨਾਨਕ ਪਾਤਸ਼ਾਹ ਦੀ ਜਾਂ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ ਨਾ, ਜੇਕਰ ਉਹਨਾਂ ਦਾ ਨਜ਼ਰੀਆ ਪ੍ਰੈਕਟੀਕਲ ਆ ਤਾਂ ਉਹਨਾਂ ਦੀ ਸੈਟਿਸਫੈਕਸ਼ਨ ਵੀ ਪ੍ਰੈਕਟੀਕਲ ਆ। ਉਹ ਕੋਈ ਸੱਤਵੇਂ ਅਸਮਾਨ ਦੀ ਸੈਟਿਸਫੈਕਸ਼ਨ ਨਹੀਂ ਹੈਗੀ, ਉਹ ਕੋਈ ਏਦਾਂ ਦਾ ਆਨੰਦ ਨਹੀਂ ਹੈਗਾ ਜਿਹੜਾ ਅਸੀਂ ਐਵੇਂ ਮਤਲਬ ਜਿਹੜਾ ਆਪਣੇ ਸ਼ਬਦਾਂ ਦੇ ਵਿੱਚ ਕਹਿੰਦੇ ਆ। ਉਹ ਆਨੰਦ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਨ ਦਾ ਆ, ਤੇ ਜਿਹੜਾ ਅਸੂਲਾਂ ਤੇ ਜ਼ਿੰਦਗੀ ਜੀਣ ਦਾ ਆਨੰਦ ਆ, ਜਿਹਦੀ ਗੁਰੂ ਸਾਹਿਬ ਗੱਲ ਕਰਦੇ ਆ। ਇਹਨੇ ਜਿਸ ਪੱਧਰ ਤੇ ਨਾ ਗੁਰੂ ਪਾਤਸ਼ਾਹ ਲੈ ਗਏ ਆ, ਹਾਂਜੀ, ਅਸਲ 'ਚ ਇਹ ਆ ਵੀ ਸਰੀਰ ਦੇ ਵਿੱਚ ਨਾ ਤੁਹਾਡੇ 'ਚ, ਹਾਂਜੀ, ਜਿਹੜੇ ਹਾਰਮੋਨ, ਜਿਹੜੀ ਉਹਨੂੰ ਕੁਛ ਵੀ, ਮੈਨੂੰ ਹੁਣ ਪਤਾ ਨਹੀਂ ਤੁਸੀਂ ਨਾਂ ਕੀ ਲੈਣਾ ਜਾਣੀ, ਠੀਕ ਹੈ ਜੀ, ਜਿਹੜੀ ਚੀਜ਼ ਤੁਹਾਡੀ ਜਿਹੜੀ ਔਰਤ ਮਰਦ ਦੇ ਸੰਬੰਧਾਂ ਲਈ ਤਾਕਤ ਪੈਦਾ ਕਰਦੀ ਆ, ਹਾਂਜੀ, ਉਹਦੇ ਰਾਹੀਂ ਹੀ ਤੁਹਾਨੂੰ ਉਹ એનર્ਜੀ ਮਿਲਦੀ ਆ ਜਿਹਦੇ ਰਾਹੀਂ ਤੁਸੀਂ ਸਮਾਜ ਲਈ ਕੁਝ ਕਰਨਾ ਹੈ। ਹਾਂ, ਕੋਈ ਸ਼ੱਕ ਨਹੀਂ, ਡਰਾਈਵਰ ਉਹੀ ਆ, ਡਰਾਈਵ ਉਹੀ ਆ। ਹਾਂ, ਡਰਾਈਵਰ। ਹੁਣ ਜਦੋਂ ਉਹ ਤੁਹਾਨੂੰ ਆਪਣੇ ਆਪ 'ਚ ਇੰਨਾ ਬਿਜੀ ਹੋਣ ਨੂੰ, ਹੁਣ ਜਦੋਂ ਦਿਸ ਰਿਹਾ ਆ ਨਾ, ਵੀ ਜਦੋਂ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਵੀ ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸਿਆਈ। ਹੁਣ ਜਦੋਂ ਬੈਠੇ ਨੂੰ ਇਦਾਂ ਦਿਸਿਆ ਪਿੱਛਾ ਯਾਰ ਆ ਪੁਜਾਰੀ ਦਾ ਗੰਦ, ਆ ਅਕਾਲ ਤਖਤ ਦੇ ਨਾਂ ਤੇ ਆ ਮੜ ਦਿੱਤਾ, ਆ ਕਰਤਾ, ਹਨਾ, ਹੁਣ ਉਹਦੇ ਉੱਤੇ ਕੰਮ ਕਰਨ ਲੱਗਾ, ਕਿੰਨੀ એનર્ਜੀ ਚਾਹੀਦੀ ਤੁਹਾਨੂੰ? ਬਹੁਤ ਚਾਹੀਦੀ। ਕਿਹਦੇ ਨਾਲ ਟਕਰਾਉਣਾ ਆ? ਹੁਣ ਜਦੋਂ ਗੁਰੂ ਪਾਤਸ਼ਾਹ ਨੂੰ ਤੁਸੀਂ ਦੇਖਦੇ ਆ ਵੀ ਹਫ਼ਤੇ 'ਚ ਕਿੰਨੀ ਵਾਰ ਇਦਾਂ ਦੇ ਚਾਂਸ ਬਣਦੇ ਹੋਣੇ ਆ ਜਿੱਥੇ ਮੌਤ ਦੀਦੀ ਹੋਣੀ ਆ, ਹਨਾ। ਹੁਣ ਜਦੋਂ ਸ਼ਾਂਤੀ ਹੁੰਦੀ ਆ, ਸ਼ਾਂਤੀ ਦੇ ਵਿੱਚ ਕੀ ਆ, ਜਿਹੜੇ ਖਤਰੇ ਆ ਨਾ ਉਹ ਸੁੱਤੇ ਪਏ ਆ। ਜੇ ਤੁਸੀਂ ਆਲੇ ਦੁਆਲੇ ਨੂੰ ਨਹੀਂ ਦੇਖਦੇ, ਚੁੱਪ ਸਮਾਧੀ ਲਾ ਲਓ, ਖਤਰੇ ਸੁੱਤੇ ਪਏ ਆ, ਹਨਾ। ਜਦੋਂ ਤੁਹਾਨੂੰ ਪ੍ਰਿਥਵੀ ਜਲਦੀ ਦਿਸੀ ਆ, ਮਤਲਬ ਕੀ ਆ, ਹੁਣ ਇਦਾਂ ਥੋੜਾ ਵੀ ਧਰਤੀ ਨੂੰ ਅੱਗ ਲੱਗੀ ਹੋਈ ਸੀ ਕਿਤੇ, ਹਨਾ। ਵੀ ਸਮਾਜ ਦੇ ਵਿੱਚ ਜਿਹੜੇ ਆਗੂ ਆ, ਜਿਹੜੇ ਲੋਕ, ਚਾਹੇ ਪੁਜਾਰੀ ਧਰਮ ਦੇ ਤੌਰ ਤੇ, ਚਾਹੇ ਰਾਜਸੀ ਤੌਰ ਤੇ, ਸਮਾਜਿਕ ਤੌਰ ਤੇ, ਪਰਿਵਾਰਾਂ ਦੇ ਤੌਰ ਤੇ ਜਿਹੜੇ ਆਗੂ ਸੀਗੇ, ਜਿਹੜੇ ਅਗਵਾਈ ਕਰ ਰਹੇ ਸੀ, ਉਹ ਧੱਕਾ ਕਰ ਰਹੇ ਸੀ, ਸ਼ੋਸ਼ਣ ਕਰ ਰਹੇ ਸੀ, ਜਿਹਦੇ ਵਿਰੁੱਧ ਉਹਨਾਂ ਨੇ ਆਵਾਜ਼ ਉਠਾਈ ਆ, ਹਨਾ। ਜਦੋਂ ਉਹਦੇ ਲਈ એનર્ਜੀ ਚਾਹੀਦੀ ਆ, ਹੁਣ ਜਿੰਨੇ ਖਤਰੇ ਆ ਸਾਰੇ ਜਾਗ ਪੈਂਦੇ ਆ। ਤੇ ਹਫ਼ਤੇ 'ਚ ਜੇ ਤੁਸੀਂ ਦੇਖੋ ਉਹਨਾਂ ਨੂੰ, ਮੈਂ ਕਹਿੰਦਾ ਦਿਹਾੜੀ 'ਚ ਵੀ ਦੇਖੋ, ਕਿੰਨੀ ਵਾਰ ਏਦਾਂ ਮੌਤ ਦੇ ਨਾਲ ਖਹਿ ਕੇ ਲੰਘਦੇ ਹੋਣੇ, ਨੇੜੇ ਏਦਾਂ ਟਕਰਾ ਕੇ, ਹਨਾ। ਹੁਣ ਜਦੋਂ ਆਪਣੀ ਸੱਤੇ ਬਲਵੰਡ ਦੀ ਵਾਰ ਦੇ ਵਿੱਚ ਆਉਂਦਾ ਨਾ, ਵੀ ਹੋਰਿਓ ਗੰਗ ਵਹਾਇਓਨ ਦੁਨਿਆਈ ਆਖੇ ਕੇ ਕਿਉਂ, ਇਹ ਕੀ ਹੋਇਆ ਜਾਣੀ, ਠੀਕ ਹੈ। ਉਹ ਤਾਂ ਗੰਗਾ ਹੀ ਉਲਟੀ ਵਹਿ ਗਈ ਨਾ। ਹੁਣ ਜਦੋਂ ਉਹ ਕਰ ਰਹੇ ਆ, ਉਹਦੇ 'ਚ ਕਿੰਨੇ ਖਤਰੇ ਆ ਰਹੇ ਆ ਤੇ ਕਿੰਨੀ એનર્ਜੀ ਚਾਹੀਦੀ ਹੋਊਗੀ। ਹੁਣ ਜਦੋਂ ਉਹ ਰਾਹ ਦੇ ਰਹੇ ਤੁਹਾਨੂੰ, ਉਹ ਪੈਸ਼ਨ ਦੇ ਰਹੇ ਆ, ਨਾਲੇ ਤਾਂ ਗ੍ਰਹਿਸਥ ਪ੍ਰਧਾਨ ਹੋ ਗਈ, ਹੁਣ ਤੁਸੀਂ ਪਰਿਵਾਰ ਆ, ਹਨਾ। ਤੁਸੀਂ ਕਿਸੇ ਇੱਕ ਨਾਲ ਕਮਿਟਮੈਂਟ ਕਰਕੇ ਬੱਚੇ ਆ, ਹੁਣ ਬੱਚੇ ਦੇ ਨਾਲ ਅਟੈਚਮੈਂਟ ਪਤਾ ਕਿੰਨੀ ਹੁੰਦੀ ਆ? ਬਿਲਕੁਲ ਜੀ। ਉਹ ਤਾਂ ਜਿੰਨਾ ਚਿਰ ਤੁਹਾਡੇ ਘਰ ਜੰਮਦਾ ਨਹੀਂ ਨਾ, ਉਨਾ ਚਿਰ ਤੁਸੀਂ ਕਹੀ ਜਾਂਦੇ ਆ ਪਿੱਲਾ ਹੈ ਮੁਚਰੂ ਜਿਹਾ, ਕਿੱਦਾਂ ਤੀਵੀਂ ਦਾ ਗੁਲਾਮ ਬਣਿਆ, ਮੁੰਡਾ ਚੱਕ ਕੇ ਤੁਰਿਆ ਹੈ, ਹਨਾ। ਪੰਜਾ ਲੈ ਦੱਸ, ਇਹ ਚੁੱਪ ਕਾਹਦੇ ਨਹੀਂ ਕਰਾਉਂਦੇ, ਨਿਆਣਾ ਰੌਲਾ ਪਾਈ ਜਾਂਦਾ। ਜਦੋਂ ਘਰੇ ਜੰਮਦਾ ਨਾ, ਫਿਰ ਉਹਨੂੰ ਪਤਾ ਲੱਗਦਾ ਵੀ ਨਿਆਣਾ ਕਿਤੇ ਨਾ ਮੰਨ ਲਓ ਘੰਟਾ ਸੌਂ ਕੇ ਉੱਠਦਾ ਆ, ਜਿੱਦਣ ਕਿਤੇ 1.5-2 ਘੰਟੇ ਸੁੱਤਾ ਰਹੇ,
ਮਾਪਿਆਂ ਨੂੰ ਫਿਕਰ ਪੈ ਜਾਂਦਾ, ਉੱਠਿਆ ਕਾਤੇ ਨਹੀਂ, ਚੈੱਕ ਕਰਦਾ ਜੀ ਪਹਿਲਾਂ ਨਿਆਣੇ ਰੋਇਆ ਕਾਤੇ ਨਹੀਂ, ਇਹ ਸ਼ਰਾਰਤਾਂ ਕਿਉਂ ਨਹੀਂ ਕਰ ਰਿਹਾ, ਇਹ ਅੱਜ ਚੁੱਪ ਕਾਤੇ ਬੈਠਾ। ਬੱਚਾ ਗੋਦੀ 'ਚ ਸੁਸਤ ਬੈਠਾ ਹੋਵੇ ਨਾ ਤੇ ਮਾਪੇ ਨੂੰ ਲੱਗਦਾ ਵੀ ਬੁਖਾਰ ਆ ਇਹਨੂੰ, ਅੱਜ ਖਾਣਾ ਨਹੀਂ ਪਚਿਆ, ਅੱਜ ਕੋਈ ਪ੍ਰੋਬਲਮ ਆ ਇਹਨੂੰ। ਠੀਕ ਹੈ। ਹੁਣ ਉਹ ਚੀਜ਼ ਤੁਹਾਡੇ ਅੰਦਰ ਫੇਰ ਦੇਖੋ, ਹੁਣ ਇੱਕ ਪਾਸੇ ਉਹਨਾਂ ਦੇ ਨਾਲ ਅਟੈਚਮੈਂਟ ਆ ਤੁਹਾਡੀ, ਅਫੈਕਸ਼ਨ ਆ, ਪਿਆਰ ਆ, ਹਨਾ। ਦੂਜੇ ਪਾਸੇ ਤੁਹਾਨੂੰ ਪ੍ਰਿਥਵੀ ਜਲਦੀ ਦੀਦੀ ਆ, ਦੂਜੇ ਪਾਸੇ ਮੌਤ ਨਾਲ ਖਹਿੰਨੇ ਆ, ਪਰਿਵਾਰ ਦੀ ਜ਼ਿੰਮੇਵਾਰੀ ਨਿਭਾ ਰਹੇ ਆ, ਕਿੰਨੀ એનર્ਜੀ ਚਾਹੀਦੀ ਆ ਤੁਹਾਨੂੰ। ਇਹ ਸਾਰੇ ਕੁਝ ਦੇ ਬਰਾਬਰ ਵੀ ਤੁਸੀਂ ਇੱਕ ਬੰਦ ਹਾਲ ਦੇ ਵਿੱਚ ਬੈਠੇ ਆ, ਉੱਥੇ 40-50 ਬੰਦੇ ਤੇ 40-50 ਤੀਵੀਆਂ, ਕੋਈ ਬੰਦਿਸ਼ ਨਹੀਂ, ਜਿਹਦੇ ਮਨਾਂ ਮਰਜੀ ਸੌ ਜਾਓ, ਕਿਹਦੇ ਨਿਆਣਾ ਹੁੰਦਾ, ਕੋਈ ਜ਼ਿੰਮੇਵਾਰੀ ਨਹੀਂ ਨਿਭਾਉਣੀ, ਕੋਈ ਤੇ ਸਮਾਜ ਦਾ ਕਾਹਦਾ ਖਤਰਾ ਤੁਹਾਨੂੰ? ਅੜ ਦੁਆਲੇ ਹੈ ਕੋਈ ਖਤਰਾ? ਨਹੀਂ ਤੁਸੀਂ ਗ੍ਰਸਤ ਹੋ ਜੀ, ਖਤਰੇ ਤਾਂ ਉੱਥੇ ਸਾਰੇ ਸੁੱਤੇ, ਤੁਸੀਂ ਤਾਂ ਨਾਲੇ ਮੰਜ਼ਿਲ ਤਾਂ ਸਮਾਧੀ ਆ ਤੁਹਾਡੀ, ਜਿੱਥੇ ਸਾਰਾ ਕੁਝ ਹੀ ਸੁੱਤਾ ਹੋਵੇ, ਤੇ ਸਾਰਿਆਂ ਤੋਂ ਮਗਰੋਂ ਸਭ ਤੋਂ ਵੱਡੀ ਗੱਲ, ਜਦੋਂ ਕਮਰੇ ਚੋਂ ਨਿਕਲੋ ਬਾਹਰ ਤਾਂ ਤੁਸੀਂ ਬ੍ਰਹਮਚਾਰੀ। ਜੋ ਕੀਤਾ ਧਰਮ ਦੇ ਨਾਂ ਤੇ ਕੀਤਾ, ਰੱਬ ਨੂੰ ਲੱਭਣ ਲਈ, ਹਨਾ। ਜ਼ਿੰਮੇਵਾਰੀ ਕੋਈ ਨਹੀਂ, ਖਤਰਾ ਕੋਈ ਨਹੀਂ, ਤੇ ਉਹਦੇ ਬਰਾਬਰ ਨਾਨਕ ਦਾ ਰਾਹ ਜਿਹੜਾ ਆ, ਉਹ ਜਿਹੜੀ ਤੁਸੀਂ ਕਹਿੰਦੇ ਨਾ ਡਰਾਈਵ ਆ ਵੀ, ਹੁਣ ਚਾਹੇ ਗੁੱਸੇ 'ਚ ਉਦੋਂ ਹੀ ਸਭ ਤੋਂ ਵੱਧ ਹਰਕਤ ਹੁੰਦੀ ਹੈ, ਫਿਜ਼ੀਕਲੀ ਬੰਦਾ ਕੁਝ ਕਰਦਾ, ਮਾਰਨ ਤੱਕ ਜਾਂਦਾ ਨਾ, ਸਾਰੇ ਕੰਸਨਟਰੇਟ ਹੁੰਦੀ ਹੈ ਕੰਮ 'ਚ ਵੀ ਇਦਾਂ ਹੀ। ਹੁਣ ਜਿਹੜਾ ਬੰਦਾ ਕਿਸੇ ਪਾਸੇ ਪੂਰਾ ਬਿਜ਼ੀ, ਉਹਨੂੰ ਐਨਰਜੀ ਤੋਂ ਉਹੀ ਡਰਾਈਵ ਕਰ ਰਹੀ, ਉਹ ਬੰਦੇ ਦੇ ਕੰਸਨਟਰੇਸ਼ਨ ਲੈਵਲ ਕਿੰਨਾ ਹੋਊਗਾ। ਜਿਹੜਾ ਜਦੋਂ ਉਹਨੇ ਕੋਈ ਪ੍ਰਾਪਤੀ ਕਰਨੀ, ਜਿਹੜਾ ਰਿਲੀਜ਼ ਕਰਨਾ ਹਾਰਮੋਨ, ਉਹ ਤਾਂ ਕੈਮੀਕਲੀ ਕਰਨਾ ਨਾ ਸਰੀਰਕ ਤਲ ਤੇ, ਤਾਂ ਸੋਰਸ ਵੱਖਰੇ ਵੱਖਰੇ ਆ। ਹੁਣ ਜਿਹੜੀ ਸਮਾਧੀ, ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਹਰ ਬੰਦਾ ਕੁਝ ਛੱਡਣ ਲਈ ਸਮਾਧੀ ਕਿਉਂ ਲਾਉਂਦਾ ਵਾ। ਜੇ ਆਪਾਂ ਨਾਨਕ ਪਾਤਸ਼ਾਹ ਦੇ ਪੱਖ ਤੋਂ ਦੇਖਦੇ ਆ, ਇੱਥੇ ਜਿਹੜੀ ਸਮਾਧੀ ਆ ਰਾਹ ਤੁਰਦਾ ਤੇ ਕੁਝ ਪ੍ਰਾਪਤ ਕਰਨ ਲਈ ਆ, ਰਾਈਟ, ਸਮਾਜ ਲਈ ਬਦਲਣ ਲਈ ਜਾਂ ਕੁਝ ਨਵਾਂ ਉਸਾਰਨ ਲਈ, ਕ੍ਰੀਏਟੀਵਿਟੀ ਲਈ ਆ। ਜੇ ਤੁਸੀਂ ਉਹ ਸਮਾਧੀ ਦੇਖਦੇ ਹੋ, ਜਿਹੜਾ ਬੰਦਾ ਵੀ ਆ, ਜਿਹੜੇ ਵਾਹਿਗੁਰੂ ਵੀ ਕਰਦੇ, ਕੁਝ ਛੱਡਣਾ ਚਾਹੁੰਦੇ ਆ, ਕੁਝ ਪ੍ਰਾਪਤ ਕਰਨ ਲਈ ਥੋੜੋ, ਚਾਹੇ ਆਪ ਦੇ ਕਾਬੂ ਪਾਉਣਾ। ਸੌਰੀ ਵੀਰੇ, ਹਾਂਜੀ। ਨਹੀਂ ਕੋਈ ਨਹੀਂ ਸੁਖਵਿੰਦਰ, ਸਮਾਧੀ ਦੀ ਵੀ ਤੈਨੂੰ ਸੁਣਾ ਦਿੰਦਾ ਗੱਲ। ਉਹ ਕਿਤੇ ਇੰਡੀਆ ਦੇ ਵਿੱਚ ਸੈਮੀਨਾਰ ਹੋਇਆ ਤੇ ਸਕਾਲਰ ਇਹਨਾਂ ਨੇ ਸੱਦ ਲਿਆ ਸਾਰੀ ਦੁਨੀਆ ਦੇ। ਉਹ ਇੱਕ ਇਜ਼ਰਾਈਲ ਦਾ ਸੀ, ਬੜਾ ਵਧੀਆ ਸਕਾਲਰ ਸੀਗਾ, ਉਹਨੇ ਨੈਸ਼ਨਲਿਜ਼ਮ ਬਾਰੇ ਬੜਾ ਵਧੀਆ ਲੈਕਚਰ ਦਿੱਤਾ, ਤੇ ਬਾਅਦ ਦੇ ਵਿੱਚ ਉਹ ਜਿੱਦਾਂ ਕੋਈ ਖਬਰਾਂ ਵਾਲੀਆਂ ਐਂਕਰਾਂ ਜਿਹੀਆਂ ਹੁੰਦੀਆਂ, ਉਹ ਇੱਕ ਬਿਠਾਲ ਦਿੱਤੀ ਸਵਾਲ ਕਰਨ ਨੂੰ ਉਹਨੂੰ। ਹਾਂਜੀ। ਉਹਨੂੰ ਕਿਤੇ ਪਤਾ ਸੀਗਾ ਵੀ ਇਹ ਮਤਲਬ ਥੋੜਾ ਬਹੁਤਾ ਕਿਤੇ ਮੈਡੀਟੇਸ਼ਨ ਵੀ ਕਰਦਾ ਆ। ਉਹ 2 ਮਿੰਟ ਹੀ ਜਿੱਦਾਂ ਘੁੰਮ ਕੇ ਉੱਥੇ ਕਿ ਲਿਆਉਣ ਦੀ ਕੋਸ਼ਿਸ਼ ਕਰੇ ਉਹਨਾਂ ਨੂੰ, ਵੀ ਸਾਡੇ ਹੱਕ ਦੇ ਵਿੱਚ ਕੁਝ ਕਹਿ ਦੇਵੇ, ਜਿੱਦਾਂ ਦਾ ਸਾਡਾ ਇੰਡੀਅਨ ਕਲਚਰ ਆ। ਪਹਿਲਾਂ ਤਾਂ ਉਹਨੂੰ ਕਹਿੰਦੀ ਵੀ ਆ ਗੂਗਲ ਵਾਲਿਆਂ ਨੇ ਜਿਹੜਾ ਸ਼੍ਰੀਲੰਕਾ ਤੇ ਇੰਡੀਆ ਦੇ ਵਿਚਕਾਰ ਉਹ ਜਿਹੜਾ ਰਾਮ ਜੀ ਨੇ ਪੁਲ ਬਣਾਇਆ ਸੀ, ਵੀ ਉਹ ਲੱਭ ਕੇ ਆਇਆ, ਉਹਦੇ ਬਾਰੇ ਤੁਸੀਂ ਕੀ ਕਹਿੰਦੇ ਆ? ਉਹ ਕਹਿੰਦਾ ਵੀ ਮੈਂ ਕੀ ਕਹਿ ਸਕਦਾ, ਵੀ ਜੇ ਲੱਭ ਪਿਆ ਤਾਂ ਬਹੁਤ ਵਧੀਆ ਗੱਲ ਆ ਤੁਹਾਨੂੰ, ਵੀ ਵੈਸੇ ਮੈਂ ਏਦਾਂ ਦੀਆਂ ਗੱਲਾਂ 'ਚ ਯਕੀਨ ਨਹੀਂ ਕਰਦਾ, ਹਨਾ। ਤੇ ਫਿਰ ਦੂਜੀ ਗੱਲ ਚੱਲੀ ਤਾਂ ਉਹ ਕਹਿੰਦੀ ਵੀ ਮੈਨੂੰ ਪਤਾ ਲੱਗਾ ਵੀ ਤੁਸੀਂ ਵਿਪਾਸਨਾ ਨਾਂ ਦੀ ਇੱਕ ਮੈਡੀਟੇਸ਼ਨ ਆ ਉਹ ਕਰਦੇ ਆ, ਵੀ ਕਿੱਦਾਂ ਤੁਹਾਨੂੰ ਕੁਝ ਪ੍ਰਾਪਤੀ ਹੋਈ ਕਿ ਨਹੀਂ? ਕਹਿੰਦਾ ਵੀ ਪ੍ਰਾਪਤੀ ਤੋਂ ਕਹਿੰਦਾ ਵੀ ਤੁਹਾਡੇ ਕੀ ਅਰਥ ਆ? ਕਹਿੰਦੀ ਵੀ ਤੁਹਾਨੂੰ ਕੁਛ ਦਿਸਿਆ ਕਿ ਨਹੀਂ, ਵੀ ਕੋਈ ਫਾਇਦਾ ਵੀ ਹੋਇਆ ਕਿ ਨਹੀਂ? ਉਹ ਫਿਰ ਹੋ ਗਿਆ ਸਿੱਧਾ, ਕਹਿੰਦਾ ਬੀਬੀ ਵੀ ਜੋ ਤੂੰ ਕੁਛ ਕਹਾਉਣਾ ਚਾਹੁੰਦੀ ਆ ਨਾ, ਮੈਡੀਟੇਸ਼ਨ ਇਹਨਾਂ ਕੰਮਾਂ ਲਈ ਨਹੀਂ ਹੁੰਦੀ। ਵੀ ਮੈਡੀਟੇਸ਼ਨ ਦਾ ਕਹਿੰਦਾ ਅਰਥ ਇਹ ਆ ਵੀ ਜਿੱਦਾਂ ਤੁਸੀਂ ਜਦੋਂ ਸ਼ਾਂਤ ਹੋ ਕੇ ਆਪਣਾ ਬਹਿਨੇ ਆ ਤਾਂ ਤੁਹਾਡੇ ਸਰੀਰ ਦੀ ਜਿਹੜੀ ਬਰੀਦਿੰਗ ਤੱਕ ਆ, ਜਿਹੜੇ ਸਾਹ ਵੀ ਆਉਂਦੇ ਆ ਤੁਹਾਨੂੰ, ਜਿਹੜੀਆਂ ਅੰਦਰ ਨਾੜਾਂ ਚੱਲਦੀਆਂ, ਸਾਰਾ ਕੁਛ ਆ, ਤੁਹਾਨੂੰ ਪਤਾ ਲੱਗਦਾ ਵੀ ਤੁਹਾਡਾ ਸਰੀਰ ਕੀ ਹਰਕਤ ਕਰ ਰਿਹਾ। ਕਹਿੰਦਾ ਤੁਸੀਂ ਲੋਕਾਂ ਨੇ ਜਿਹੜੀ ਮੈਡੀਟੇਸ਼ਨ ਹੈ ਇਹਦਾ ਵਿਸ਼ਾ ਹੀ ਬਦਲ ਕੇ ਰੱਖ ਦਿੱਤਾ। ਕਹਿੰਦਾ ਮੈਡੀਟੇਸ਼ਨ ਸਰੀਰ ਦਾ ਵਿਸ਼ਾ ਆ, ਇਹ ਦਿਮਾਗ ਦਾ ਵਿਸ਼ਾ ਨਹੀਂ ਹੈਗਾ। ਆਪਣੇ ਆਪ ਦੇ ਮਨ ਨੂੰ, ਆਪਣੇ ਜਿੱਦਾਂ ਦਿਮਾਗ ਨੂੰ, ਕਹਿੰਦਾ ਵੀ ਜਿਹੜੀ ਸਾਹ ਦੀ ਆਵਾਜ਼ ਆ ਹਨਾ, ਕਿਉਂਕਿ ਤੁਹਾਡਾ ਮਨ ਭਟਕਦਾ ਆ ਬੈਠਿਆਂ ਤੇ, ਉਹ ਤਾਂ ਕਹਿੰਦਾ ਵੀ ਇੱਥੇ ਤੱਕ ਕਹਿੰਦੇ ਆ ਵੀ ਤੂੰ 5 ਮਿੰਟ ਬਹਿ ਕੇ ਭਰਾਵਾ ਆਪਣੇ ਸਾਹ ਦੀ ਆਵਾਜ਼ ਸੁਣ ਲੈ, ਉਹੀ ਤੇਰੇ ਲਈ ਵਧੀਆ ਗੱਲ ਆ। ਘੱਟੋ ਘੱਟ ਤੇਰੇ ਮਨ ਨੂੰ ਟਿਕਾ ਆਊਗਾ ਕੋਈ ਮਾੜਾ ਜਿਹਾ। ਤੇ ਕਹਿੰਦਾ ਜਿਹੜਾ ਆਹ ਕਹਿੰਦੇ ਆ ਵੀ ਕੋਈ ਅਲੌਕਿਕ ਨਜ਼ਾਰੇ ਦੇਖਣੇ ਆ, ਜਾਂ ਕਹਿੰਦਾ ਇਹ ਸਭ ਬਕਵਾਸਬਾਜੀ ਆ, ਏਦਾਂ ਦਾ ਕੁਛ ਨਹੀਂ ਹੁੰਦਾ ਹੈਗਾ। ਇਹ ਸਿਰਫ ਕਿਉਂਕਿ ਤੁਹਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਪਹਿਲਾਂ ਤੋਂ ਏਦਾਂ ਦੀਆਂ ਗੱਲਾਂ ਲਿਖ ਦਿੱਤੀਆਂ, ਭਗਤੀ ਸ਼ਕਤੀ ਨੂੰ ਲੈ ਕੇ, ਤਾਂ ਤੁਸੀਂ ਉਹਦੇ ਮਗਰ ਲੱਗੇ ਹੋ ਬਈ ਇਹਨਾਂ ਚੀਜ਼ਾਂ ਚੋਂ ਨਿਕਲੋ। ਮੇਰੇ ਵੀ ਜਿੱਦਾਂ ਕਹਿਣ ਦਾ ਮਤਲਬ ਇਹੀ ਸੀ, ਕੱਲ ਵੀ ਗੱਲ ਕਰਦੇ ਸੀ ਵੀ ਜਿਹੜੀਆਂ ਸਾਰੀਆਂ ਗੱਲਾਂ ਆ ਨਾ, ਅਸਲ ਦੇ ਵਿੱਚ ਜਿੰਨਾ ਉਹਨਾਂ ਦੇ ਪ੍ਰਤੀ ਪ੍ਰੈਕਟੀਕਲ ਨਜ਼ਰੀਆ ਰੱਖਾਂਗੇ ਉਨਾ ਚੰਗੇ ਰਵਾਂਗੇ। ਹੁਣ ਜਿੱਦਾਂ ਤੁਸੀਂ ਧਰਮ ਬਾਰੇ ਇੱਕੋ ਹੀ ਗੱਲ ਕਹੀ ਸੀ ਪ੍ਰੋਗਰਾਮ ਦੀ ਸਟਾਰਟਿੰਗ ਦੇ ਵਿੱਚ, ਵੀ ਜਿਹੜਾ ਸਮਾਜ ਦੇ ਵਿੱਚ ਨਹੀਂ ਮਤਲਬ ਉਸ ਅਨੁਪਾਤ ਦੇ ਵਿੱਚ ਵਾਪਰ ਰਿਹਾ ਧਰਮ, ਜਿੱਦਾਂ ਵਾਪਰਨਾ, ਫਿਰ ਉਹਨੂੰ ਧਰਮ ਕਿੱਦਾਂ ਕਹਿ ਸਕਦੇ ਆ? ਧਰਮ ਦੇ ਤਾਂ ਕੋਈ ਅਰਥ ਹੀ ਨਹੀਂ ਉਹਦੇ। ਧਰਮ ਦੇ ਅਰਥ ਹੀ ਇਹ ਆ ਵੀ ਸਮਾਜ ਕਿੱਦਾਂ ਦਾ ਬਣਾਉਂਦਾ ਆ ਉਹ। ਹਾਂ, ਹੁਣ ਇੱਕ ਗੱਲ ਤੁਸੀਂ ਇੱਕ ਲਾਈਨ ਦੇ ਵਿੱਚ ਇੱਕ ਗੱਲ ਕਹਿ ਦਿੱਤੀ,
ਹੁਣ ਧਰਮ ਦੇ ਉੱਤੇ ਗ੍ਰੰਥ ਲਿਖੇ ਹੋ, ਆਪਾਂ ਨੂੰ ਇਹ ਨਹੀਂ ਆਪਾਂ ਭੁੱਲ ਸਕਦੇ। ਧਰਮ ਦੇ ਉੱਤੇ ਕਰੋੜਾਂ ਲੋਕ ਕਰੋੜਾਂ ਹੀ ਚਰਚਾਵਾਂ ਰੋਜ਼ ਕਰਦੇ ਆ ਤੇ ਕਿਤੇ ਪਹੁੰਚਦੇ ਨਹੀਂ ਹੈਗੇ। ਤੇ ਇੱਕ ਲਾਈਨ ਦੇ ਵਿੱਚ ਵੀ ਇੱਕ ਗੱਲ ਕਹੀ ਜਾ ਸਕਦੀ ਹੈ। ਇਹਦਾ ਮਤਲਬ ਕਮ ਸੇ ਕਮ ਗਲਤ ਕੱਢਿਆ ਜਾਂ ਸਹੀ ਕੱਢਿਆ, ਨਿਚੋੜ ਕੱਢ ਕੇ ਤਾਂ ਅਸੀਂ ਸਾਹਮਣੇ ਰੱਖਿਆ ਵੇ ਆਹ ਲਾਈਨ ਆ ਜਿਹਦੇ ਉੱਤੇ ਸਾਨੂੰ ਤੁਰਨਾ ਚਾਹੀਦਾ। ਪੈਮਾਨਾ ਤਾਂ ਹਰ ਕੰਮ ਲਈ ਪੈਮਾਨਾ ਤਾਂ ਹੁੰਦਾ ਨਾ, ਮਿਣਿਆ ਜਿਹੜਾ ਮਿਣਿਆ ਨਹੀਂ ਜਾ ਸਕਦਾ ਉਹਨੂੰ ਤੁਸੀਂ ਵਧੀਆ ਠੀਕ ਗਲਤ ਕਿੱਦਾਂ ਕਹਿ ਸਕਦੇ ਆ? ਸਾਡੇ 'ਚ ਇਹੀ ਪ੍ਰੋਬਲਮ ਹੈ। ਨਹੀਂ ਇੱਕ ਗੱਲ ਹੋਰ ਆ ਭਿੰਦੇ ਵੀਰੇ, ਹਾਂਜੀ ਮਤਲਬ ਨਾ ਹੁਣ ਮੇਰੇ ਬੈਠੇ ਦਿਮਾਗ 'ਚ ਗੱਲ ਆ ਰਹੀ ਸੀ ਵੀ ਆਪਾਂ ਕਈ ਵਾਰ ਬੰਦੇ ਕਹਿੰਦੇ ਨਾ ਵੀ ਆਪਾਂ ਦਿਸਦਾ ਅਣਦਿਸਦਾ ਜਾਂ ਵੀ ਹੋਣਾ ਤੇ ਅਨਹੋਣਾ, ਹਨਾ, ਅਣਹੋਂਦ ਜਿਹਦੀ ਕੋਈ ਹੋਂਦ ਨਹੀਂ ਹੈਗੀ, ਇਹ ਬਹੁਤ ਡਿਸਕਸ਼ਨ ਚੱਲਦੀ ਹੁੰਦੀ ਆ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਏਦਾਂ ਕਿੱਦਾਂ ਹੋ ਸਕਦਾ ਵੀ ਕੋਈ ਚੀਜ਼ ਵੀ ਹੋਵੇ ਤੇ ਉਹਦੀ ਹੋਂਦ ਵੀ ਨਾ ਹੋਵੇ। ਇਹ ਕਿੱਦਾਂ ਪੋਸੀਬਲ ਆ? ਵੀ ਉਹ ਗੱਲ ਵੱਖਰੀ ਵੀ ਸਾਡੀ ਆਈ ਆਪਾਂ ਅੱਖਾਂ ਨਾਲ ਨਹੀਂ ਦੇਖ ਸਕਦੇ, ਆਪਾਂ ਹੁਣ ਡਿਵੈਲਪ ਕਰ ਲਈਆਂ, ਆਪਾਂ ਇਨਫਰਾਰੈਡ ਯੂਜ਼ ਕਰਦੇ ਆ, ਸਾਰਾ ਕੁਝ ਦੇਖਦੇ ਆ ਕਰਦੇ ਆ, ਪਰ ਜਿਹੜੇ ਕਹਿੰਦੇ ਵੀ ਜਿਹਦੀ ਅਣਹੋਂਦ, ਏਦਾਂ ਕਿੱਦਾਂ ਹੋ ਸਕਦਾ ਵੀ ਕੋਈ ਚੀਜ਼ ਐਗਜ਼ਿਸਟ ਕਰਦੀ ਹੈ ਤੇ ਉਹਦੀ ਹੋਂਦ ਹੈ ਨੀ ਗੀ? ਆਈ ਮੀਨ ਕੰਟਰਾਡਿਕਟਰੀ ਨਹੀਂ ਆਸ ਵਿੱਚ ਗੱਲ? ਨਹੀਂ ਹਾਂ, ਜਿਹੜੀ ਐਗਜ਼ਿਸਟ ਹੀ ਨਹੀਂ ਕਰਦੀ ਉਹ ਤਾਂ ਪਤਾ ਨਹੀਂ। ਪਰ ਜਿੱਦਾਂ ਹੁਣ ਗੱਲ, ਮੈਂ ਤਾਂ ਇਹਦਾ ਇੰਨਾ ਹੀ ਜਵਾਬ ਦਊਂਗਾ ਵੀ ਦੇਖੋ ਜਦੋਂ ਵੀ ਇਦਾਂ ਦਾ ਬਹੁਤ ਗੱਲਾਂ ਆ ਜਿਹੜੀਆਂ ਭਾਜੀ ਏਦਾਂ ਗੱਲ ਕਰਦੇ ਹੁੰਦੇ ਵੀ ਕਾਮਨ ਸੈਂਸ ਦੇ ਲੈਵਲ ਤੇ ਆ ਕੇ ਹੀ ਉਹਨਾਂ ਗੱਲਾਂ ਦਾ ਜਵਾਬ ਦਿੱਤਾ ਜਾ ਸਕਦਾ ਆ। ਕਿਉਂਕਿ ਬਹੁਤ ਚੀਜ਼ਾਂ ਜਿਹੜੀਆਂ ਹੁਣ ਕੋਈ ਕਵੇ ਵੀ ਹਵਾ ਨਹੀਂ ਦਿਖਦੀ ਹੈਗੀ, ਬਟ ਹੁਣ ਸਾਨੂੰ ਪਤਾ ਹੈਗਾ ਆ, ਬਰੀਥ ਕਰਦੇ ਆ, ਸਾਹ ਲੈਂਦੇ ਆ, ਸਾਰਾ ਕੁਝ ਹੈਗਾ ਆ। ਬਟ ਉਹ ਗੱਲ ਫੇਰ ਉੱਥੇ ਹੋਣੀ ਆ ਵੀ ਕਾਮਨ ਸੈਂਸ ਦੀ। ਅਸੀਂ ਮਤਲਬ ਜਿਹੜੇ ਕੁਦਰਤ ਦੇ ਨਿਯਮ ਆ ਉਹਨਾਂ ਨੂੰ ਜਿੰਨੇ ਵਧੀਆ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਉਨੇ ਸੁਖੀ ਰਵਾਂਗੇ, ਤੇ ਜਿੰਨਾ ਮਤਲਬ ਅਸੀਂ ਇਹਨਾਂ ਦੇ ਪ੍ਰਤੀ ਸਾਡੀ ਅੰਡਰਸਟੈਂਡਿੰਗ ਮਾੜੀ ਹੋਊਗੀ ਤਾਂ ਉਨਾ ਹੀ ਅਸੀਂ ਮਤਲਬ ਇਹ ਜੰਜਾਲ ਆ ਜਿਹੜਾ ਉਹਦੇ ਵਿੱਚ ਫਸੇ ਰਹਾਂਗੇ, ਵੱਧਦਾ ਜਾਊਗਾ ਤਾਂ। ਹਾਂ, ਕਿਉਂਕਿ ਸਜ਼ਾ ਤਾਂ ਜਿੱਦਾਂ ਭਾਈ ਸਾਹਿਬ ਕਹਿੰਦੇ ਆ ਵੀ ਜਿਹੜੀ ਸਜ਼ਾ ਆ ਉਹ ਤਾਂ ਮਿਲਣੀ ਆ ਨਾ। ਜੇ ਮਤਲਬ ਰੱਬ ਨਹੀਂ ਵੀ ਹੈਗਾ ਤਾਂ ਸਜ਼ਾ ਤਾਂ ਆਪਣੇ ਕੀਤੇ ਕੰਮਾਂ ਦੀ ਉਦੋਂ ਵੀ ਜ਼ਿਆਦਾ ਮਿਲਣੀ ਆ। ਉਹਦਾ ਤਾਂ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਰੱਬ ਹੋਵੇ ਜਾਂ ਨਾ ਹੋਵੇ, ਉਹਨਾਂ ਦਾ ਕੋਈ ਮਸਲਾ ਹੀ ਨਹੀਂ। ਨਾਲੇ ਜਦੋਂ ਨਾ ਜਿਹਨੂੰ ਸਜ਼ਾ ਕਹਿੰਦੇ, ਜਿਹਨੂੰ ਠੀਕ ਗਲਤ ਕਹਿੰਦੇ ਆ, ਹਾਂਜੀ, ਜਦੋਂ ਨਾ ਉਹ ਤੁਹਾਡੇ ਰਾਹੀਂ ਕੁਛ ਵੀ ਕੋਈ ਕਰਮ ਹੋ ਗਿਆ, ਹਾਂਜੀ, ਉਹਦਾ ਜਿੰਨਾ ਫਾਇਦਾ ਹੋਣਾ ਉਹ ਵੀ ਹੋ ਚੁੱਕਾ ਆ, ਠੀਕ ਹੈ ਜੀ, ਜਿੰਨਾ ਨੁਕਸਾਨ ਹੋਣਾ ਉਹ ਵੀ ਹੋ ਚੁੱਕਾ ਆ ਜੀ ਜੀ। ਕਰਮ ਹੁੰਦਿਆਂ ਸਾਰ ਇੱਥੋਂ ਤੱਕ ਮੈਂ ਕਹਿੰਦਾ ਸੋਚਦਿਆਂ ਸਾਰ, ਕਰਮ ਕਰਨ ਤੋਂ ਪਹਿਲਾਂ ਜਦੋਂ ਤੁਸੀਂ ਵਿਚਾਰ ਕਰਦੇ ਨਾ, ਜਦੋਂ ਸੋਚਦੇ ਆ, ਹਾਂਜੀ, ਬਹੁਤ ਵਾਰੀ ਤੁਸੀਂ ਜ਼ਿੰਦਗੀ 'ਚ ਦੇਖ ਲਿਓ ਕਈ ਕੰਮਾਂ ਬਾਰੇ ਸੋਚ ਕੇ ਤੁਸੀਂ ਆਪਣੇ ਆਪ 'ਚ ਉੱਡਣ ਲੱਗ ਪੈਂਦੇ ਆ, ਹਾਂਜੀ, ਅਜੇ ਕੰਮ ਨਹੀਂ ਹੋਇਆ ਹੁੰਦਾ, ਨਹੀਂ, ਅਜੇ ਵਿਚਾਰੇ ਹੀ ਆਉਂਦੇ ਆ। ਕੋਈ ਬੰਦਾ 2 ਅੱਖਰ ਕਹਿੰਦਾ ਤੁਹਾਨੂੰ ਜਾਣੀ, ਹਨਾ, ਤੁਸੀਂ ਹੋਰ ਦੁਨੀਆ ਚਲ ਜਾਂਦੇ ਆ। ਕੌਨਫੀਡੈਂਸ ਦਾ ਲੈਵਲ ਜਿਹੜਾ ਤੁਹਾਡਾ ਉਹ ਕਿਤੇ ਦੀ ਕਿਤੇ ਚਲ ਜਾਂਦਾ, ਹਾਂਜੀ, ਠੀਕ ਹੈ। ਹੁਣ ਉਹ ਜੇ ਹੁਣ ਉਹ ਤੋਂ ਬਾਅਦ ਤੁਸੀਂ ਕਿਸੇ ਇਨਾਮ, ਜਿਹੜਾ ਬੰਦਾ ਉਹ ਤੋਂ ਬਾਅਦ ਆਪਣੇ ਠੀਕ ਹੋਣ ਤੇ ਕਿਸੇ ਰਿਵਾਰਡ ਦੀ ਆਸ ਰੱਖਦਾ ਨਾ, ਉਹ ਵੀ ਨਕਾਰਾ ਆ, ਠੀਕ। ਜਿਹੜਾ ਇਸ ਗੱਲੋਂ ਡਰਦਾ ਆ ਕਿ ਹੁਣ ਮੈਨੂੰ ਕਿਤੇ ਸਜ਼ਾ ਨਾ ਮਿਲ ਜਾਏ, ਉਹ ਵੀ ਨਕਾਰਾ ਆ, ਠੀਕ ਹੈ ਜੀ, ਠੀਕ ਆ। ਉਹ ਜਿਹੜਾ ਉਹਦੀ ਆਊਟਕਮ ਹੈ ਨਾ, ਜਿਹੜਾ ਉਹਦਾ ਸਿੱਟਾ ਆ, ਹਾਂਜੀ, ਜਿਹੜਾ ਕਰਮ ਹੁੰਦਿਆਂ ਸਾਰ ਜਾਂ ਤੁਹਾਡੇ ਵਿਚਾਰ ਕਰਦਿਆਂ ਸਾਰ ਨਿਕਲ ਗਿਆ, ਉਹੀ ਰਿਵਾਰਡ ਆ, ਠੀਕ ਹੈ, ਉਹੀ ਸਜ਼ਾ ਆ। ਬਸ ਕੰਪਲੀਟ ਪੈਕੇਜ ਹੀ ਆ, ਵਿੱਚ ਹੀ ਆ ਸਾਰਾ ਕੁਝ, ਬਸ। ਇਸ ਕਰਕੇ ਡਿਸਾਈਸਿਵ ਹੋਣਾ ਤੁਹਾਡਾ, ਠੀਕ ਹੈ। ਹੁਣ ਸਾਈਕੋਲੋਜਿਸਟ ਤਾਂ ਇਹ ਕਹਿੰਦੇ ਆ, ਕਹਿੰਦੇ ਫੈਸਲਾ ਨਹੀਂ ਕਰਨਾ, ਫੈਸਲਾ ਕਰਨਾ ਔਖਾ ਨਹੀਂ ਹੈਗਾ, ਔਖਾ ਆ ਸਹੀ ਫੈਸਲਾ ਕਰਨਾ, ਠੀਕ ਹੈ। ਪਰ ਸਾਡੀ ਸਮੱਸਿਆ ਇਹ ਨਹੀਂ ਹੈਗੀ ਕਿ ਅਸੀਂ ਸਹੀ ਫੈਸਲਾ ਨਹੀਂ ਕਰ ਪਾਉਂਦੇ, ਸਾਡੀ ਸਮੱਸਿਆ ਹੈ ਅਸੀਂ ਫੈਸਲਾ ਹੀ ਨਹੀਂ ਕਰ ਪਾਉਂਦੇ। ਮਤਲਬ ਤੁਸੀਂ ਗਏ ਆ, ਹਾਂਜੀ, ਤੁਸੀਂ ਤੁਹਾਡੇ ਕੋਲ 2 ਘੰਟੇ ਆ, 2 ਘੰਟਿਆਂ 'ਚ ਕੀ ਕਰਨਾ, ਹਾਂਜੀ। ਹੁਣ ਅਸੀਂ ਇੰਨੀ ਡਿਸਕਸ਼ਨ ਕਰਦੇ ਆ ਨਾ ਵੀ ਉਹ ਕਰਾਂ ਜਿਹੜਾ ਬਹੁਤ ਜ਼ਿਆਦਾ ਯੂਟਿਲਾਈਜ਼ ਕਰ ਲਵਾਂ ਮੈਂ, ਤੇ ਕੁਝ ਵੀ ਨਹੀਂ ਕਰ ਪਾਉਂਦੇ ਤੁਸੀਂ। ਪਰਫੈਕਸ਼ਨ ਦਾ ਚੱਕਰ ਹੀ ਹੈ। ਹੁਣ ਸਟੈਪ ਪਹਿਲਾ ਜਿਹੜਾ ਆ ਉਹ ਇਹ ਆ ਕਿ ਫੈਸਲਾ ਕਰਨ ਦੀ ਆਦਤ ਪਵੇ, ਠੀਕ ਹੈ ਜੀ। ਹੁਣ ਤੁਹਾਡੇ ਕੋਲ 2 ਘੰਟਿਆਂ 'ਚ ਤੁਸੀਂ 4 ਕੰਮ ਕਰ ਸਕਦੇ ਹੋ, ਪਰਿਵਾਰ ਨੂੰ ਲੈ ਕੇ ਘੁੰਮ ਸਕਦੇ ਆ, ਗਰੋਸਰੀ ਲਿਆ ਸਕਦੇ, ਕਾਰ ਧੋ ਸਕਦੇ, ਫਿਲਮ ਦੇਖ ਸਕਦੇ, ਹਨਾ, ਜਾਣੀ ਤੁਹਾਨੂੰ ਸੈਕਿੰਡ ਲੱਗਣੇ ਚਾਹੀਦੇ ਚੂਜ਼ ਕਰਨੇ ਨੂੰ, ਪਿਆ ਕਰ ਲਈ, ਹਾਂਜੀ, ਠੀਕ ਹੈ। ਉਹ ਕਰਨ ਤੋਂ ਬਾਅਦ ਦੇਖ ਲਓ ਵੀ ਨਹੀਂ ਇਹਦਾ ਫਾਇਦਾ ਨਹੀਂ ਹੋਇਆ ਮੈਨੂੰ, ਹਾਂਜੀ, ਦੂਜੀ ਵਾਰ ਲਈ ਤੁਹਾਡੀ ਲਿਸਟ ਵਿੱਚੋਂ ਉਹ ਨਿਕਲ ਗਿਆ, ਠੀਕ ਹੈ, 3 ਰਹਿ ਗਏ। ਜਦੋਂ ਇਦਾਂ ਦੀ ਆਦਤ ਪਊਗੀ ਨਾ ਸਾਨੂੰ, ਮਿਸਟਰ ਪਰਫੈਕਟ ਹੋਣ ਤੋਂ ਥੋੜਾ ਜਿਹਾ ਥੱਲੇ ਆ ਜਾਵਾਂਗੇ, ਫਿਰ ਕਰਦਿਆਂ ਨੇ ਅਸੀਂ ਡਿਸਾਈਸਿਵ ਹੋ ਜਾਣਾ, ਠੀਕ ਹੈ। ਫਿਰ ਬ੍ਰੇਨ ਦਾ ਪ੍ਰੋਸੈਸਰ ਇੰਨਾ ਫਾਸਟ ਹੋਣਾ ਨਾ, ਜਦੋਂ ਮਤਲਬ 6 ਮਹੀਨੇ, ਸਾਲ, 2 ਸਾਲ, 5 ਸਾਲ ਲੰਘ ਗਏ ਇਦਾਂ,
ਫਿਰ ਜਦੋਂ ਤੁਹਾਡੇ ਮੂਹਰੇ ਇਦਾਂ 2 ਘੰਟੇ ਆਉਣੇ ਆ ਹਨਾ, ਬ੍ਰੇਨ ਨੇ ਇੰਨੀ ਛੇਤੀ ਕਰ ਲੈਣਾ ਵੀ ਉਦੋਂ ਉਹ ਕੀਤਾ ਸੀ, ਆਹ ਕੀਤਾ ਸੀ, ਅੱਜ ਇੰਨੇ ਦਿਨ ਫਿਲਮ ਦੇਖਣ ਗਿਆ ਨੂੰ ਹੋ ਗਿਆ, ਅੱਜ 4 ਦਿਨ ਹੋ ਗਿਆ ਮੈਨੂੰ ਗਰੋਸਰੀ ਨੂੰ ਪੋਸਟਪੋਨ ਕਰਦਿਆਂ ਨੂੰ, ਜਾਂ ਫਿਰ ਆਹ ਚੀਜ਼ ਅੱਜ ਜਿਹੜੀ ਹੁਣ ਮੈਂ ਗੱਡੀ ਦੇ ਵਾਰੰਟ ਵੀ ਲੈਣੇ ਆ, ਇਹ ਕੱਲ ਨੂੰ ਮੈਂ ਗੱਡੀ ਖੜੀ ਕਰਕੇ ਕੰਮ ਤੇ ਜਾ ਸਕਦਾ ਹਨਾ, ਗਰੋਸਰੀ ਮੈਂ ਕੱਲ ਨੂੰ ਸ਼ਾਮ ਨੂੰ ਕੰਮ ਤੋਂ ਆਉਂਦਾ ਲੈ ਸਕਦਾ, ਅੱਜ ਫਿਲਮ ਦੇਖੀ ਜਾ ਸਕਦੀ ਹੈ। ਮਤਲਬ ਸੈਕੜਾਂ ਦੇ ਵਿੱਚ ਬ੍ਰੇਨ ਨੇ ਔਰ ਇਦਾਂ ਦੀ ਗਵਾਹੀ ਦੇਣੀ ਹੈ। ਔਰ ਜਿੱਦਣ ਉਹ ਹੋ ਗਿਆ ਉਦਣ ਜਿਹੜੀ ਨਾ ਸਭ ਤੋਂ ਵੱਡੀ ਸਜ਼ਾ ਆ ਸਾਡੇ ਲਈ, ਹਾਂਜੀ, ਆਪਣੇ ਆਪ 'ਚ ਕਮਜ਼ੋਰੀ ਤਾਂ ਸਾਡੀ ਇਹ ਆ ਵੀ ਅਸੀਂ ਫੈਸਲਾ ਨਹੀਂ ਕਰ ਪਾਉਂਦੇ। ਸਜ਼ਾ ਇਹ ਆ ਵੀ ਜਿਹੜਾ ਵੀ ਫੈਸਲਾ ਕਰਦੇ ਆ ਉਹ ਤੋਂ ਬਾਅਦ ਪਛਤਾਉਨੇ ਆ, ਸਾਨੂੰ ਸੰਤੁਸ਼ਟੀ ਨਹੀਂ ਮਿਲਦੀ ਕਿਉਂਕਿ ਪਰਫੈਕਸ਼ਨ ਦੀ ਆਸ ਵਿੱਚ ਆ, ਭਟਕਦਾ ਹੁੰਦਾ ਮਨ, ਕੰਮ ਇੱਕ ਕਰ ਲੈਂਦੇ ਆ ਤੇ ਮਨ ਕਹਿੰਦਾ ਓਹੋ ਕਿਤੇ ਉਹ ਕੀਤਾ, ਉਹ ਠੀਕ ਹੈ, ਜਿਹਨੂੰ ਕੁਝ ਵੀ ਮਿਲਦਾ, ਜਿਹੜਾ ਪਛਤਾਵਾ ਆ ਨਾ ਉਹ ਤੁਹਾਨੂੰ ਸ਼ੁਕਰ ਦੇ ਵਿੱਚ ਨਹੀਂ ਜਾਣ ਦਿੰਦਾ, ਧੰਨਵਾਦ ਦੀ ਵਿਰਤੀ 'ਚ ਨਹੀਂ ਜਾਣ ਦਿੰਦਾ। ਜਿਹੜਾ ਬੰਦਾ ਜ਼ਿੰਦਗੀ 'ਚ ਕਦੇ ਧੰਨਵਾਦ ਨਹੀਂ ਕਰ ਪਾਉਂਦਾ ਕਿ ਉਹ ਖੁਸ਼ ਹੋ ਸਕਦਾ ਕਿਸੇ ਨਾਲ, ਸਵਾਲ ਨਹੀਂ ਕਰਾਉਂਦਾ। ਉਹਨਾਂ ਨੂੰ ਕਹਿੰਦੇ ਨਾ ਕਈਆਂ ਨੂੰ ਵੀ ਜੇ ਯਾਰ ਰੱਬ ਵੀ ਆ ਜਾਏ ਨਾ ਤੈਨੂੰ ਉਹ ਵੀ ਖੁਸ਼ ਨਹੀਂ ਕਰ ਸਕਦਾ। ਜਿਹੜਾ ਅੱਧਾ ਗਲਾਸ ਖਾਲੀ ਉਹਦਾ ਖਾਲੀ ਉਹ ਹੁਣ ਉਹ ਨਿਰਾਸ਼ਾ 'ਚੋਂ ਨਿਕਲ ਸਕਦਾ ਕਦੇ? ਕੀ ਡਿਪਰੈਸ਼ਨ ਉਹਦਾ ਪਿੱਛਾ ਛੱਡ ਦਊਗਾ? ਕੀ ਉਹ ਕੁਛ ਉਸਾਰੂ ਕਰ ਸਕੂਗਾ? ਕਦੇ ਉਹਨੂੰ ਇਦਾਂ ਜਾਨੀ ਹਾਥੀ ਨੂੰ ਆਉਂਦੇ ਨੂੰ ਦੇਖ ਕੇ ਲੱਗੂਗਾ ਵੀ ਮੈਨੂੰ ਬਾਹਰ ਜਾ ਕੇ ਲੜਨਾ ਚਾਹੀਦਾ ਇਦਾਂ ਨਾ ਜੀ? ਜਿਹੜਾ ਨਿਰਾਸ਼ਾ ਵਿੱਚ ਆ ਠੀਕ, ਉਹਨੂੰ ਤਾਂ ਤੁਸੀਂ ਹੁਣ ਕਪੂਰ ਕਹਿੰਦਾ ਵੀ ਜੇ ਨਾ ਤੁਸੀਂ ਉਹਨਾਂ ਨੂੰ ਸੋਨਾ ਦੇ ਦਿਓ, ਹਾਂਜੀ, ਉਹ ਕਹਿਣਗੇ ਅੱਛਾ ਸੋਨਾ ਆ, ਮੈਂ ਸੋਚਿਆ ਸੀ ਹੀਰੇ ਦਊਂਗਾ। ਮਤਲਬ ਇਹ ਸੋਚ ਕੇ ਉਹ ਫੇਰ ਵੀ ਨਿਰਾਸ਼ ਹੀ ਰਹਿੰਦੇ, ਸੋਨੇ ਦਾ ਵੀ ਨਹੀਂ ਸਵਾਲ ਲੈ ਸਕਦੇ ਹਨ। ਠੀਕ ਹੈ, ਹੁਣ ਜਿਹਨੂੰ ਜਦੋਂ ਅਸੀਂ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ ਵੀ ਉਹ ਪੰਜਵੇਂ ਪਾਤਸ਼ਾਹ ਬਾਰੇ ਅਸੀਂ ਕਹਿੰਦੇ ਵੀ ਤਵੀ ਤੇ ਬੈਠ ਕੇ ਉਹ ਕਹਿੰਦੇ ਤੇਰਾ ਕੀਆ ਮਿੱਠਾ ਲੱਗਾ। ਸਕਰਾਤ ਬਾਰੇ ਕਹਿੰਦੇ ਵੀ ਜਦੋਂ ਨਾ ਉਹਨੂੰ ਜੇਲ੍ਹ ਹੋ ਗਈ ਉਹ ਕਹਿੰਦਾ ਅੱਛਾ, ਕਹਿੰਦਾ ਬਹੁਤ ਚਿਰਾਂ ਦੀ ਇੱਛਾ ਸੀ ਮੇਰੀ ਵੀ ਮੈਂ ਸਾਰਾ ਕੁਝ ਦੇਖ ਲਿਆ ਦੁਨੀਆ ਦਾ, ਏਦਾਂ ਇੰਨਾ ਕੁਝ ਲਿਖਿਆ ਮੈਂ ਹਨਾ, ਵੀ ਅੰਦਰੋਂ ਜੇਲ੍ਹ ਕਿੱਦਾਂ ਦੀ ਹੋਊਗੀ, ਜਿਹੜੇ ਬੰਦੇ ਜੇਲ੍ਹ 'ਚ ਰਹਿੰਦੇ ਕਿੱਦਾਂ ਟਾਈਮ ਕੱਟਦੇ ਹੋਣਗੇ ਉਹ। ਹੁਣ ਕੈਦੀ ਤਾਂ ਉਦਾਂ ਵੇਸ਼ੀ ਹੁੰਦੇ ਆ, ਕੈਦੀਆਂ ਦੇ ਕੋਈ ਸਾਈਕੋਲੋਜਿਸਟ ਜਾ ਕੇ ਕੈਦੀਆਂ ਦੇ ਕੋਲੋਂ ਸੱਚ ਪੁੱਛਣਾ ਚਾਹੇ ਤੇ ਅੰਦਰ ਕਿੱਦਾਂ ਫੀਲ ਹੁੰਦਾ ਤਾਂ ਮਾਂ ਭੈਣ ਕਰੂ ਹਨਾ। ਉਹ ਕਹਿੰਦਾ ਇੱਛਾ ਸੀ ਮੇਰੀ ਵੀ ਅੰਦਰੋਂ ਜਾ ਕੇ ਦੇਖਾਂ ਮੈਂ, ਧੰਨਵਾਦ ਕਹਿੰਦਾ ਤੁਹਾਡਾ, ਤੁਸੀਂ ਉਹ ਵੀ ਮੇਰੀ ਪੂਰੀ ਕਰ ਦਿੱਤੀ। ਦੇਖੋ ਪੋਜ਼ਿਟਿਵ ਹੈ ਕਿੰਨਾ ਪੋਜ਼ਿਟਿਵ। ਹੁਣ ਉਹ ਬੰਦੇ ਨੂੰ ਤੁਸੀਂ ਦੁਖੀ ਕਰ ਸਕਦੇ ਕਦੇ? ਨਹੀਂ ਹਨਾ, ਕਿਉਂਕਿ ਉਹਨਾਂ ਨੂੰ ਨਾ ਦੇਖ ਪਿੰਦੇ ਗੱਲ ਕੀ ਆ, ਤੁਹਾਨੂੰ ਨਾ ਜਦੋਂ ਤੁਸੀਂ ਇਸ ਰਾਹ ਤੇ ਤੁਰਦੇ ਆ ਤੁਹਾਨੂੰ ਜ਼ਿੰਦਗੀ ਬੋਨਸ ਲੱਗਣ ਲੱਗ ਪੈਂਦੀ ਆ। ਠੀਕ ਹੈ, ਬੋਨਸ ਦਾ ਮਤਲਬ ਸਮਝਦੇ? ਜਦੋਂ ਬੋਨਸ ਮਿਲਦਾ ਬੰਦਾ ਕਹਿੰਦਾ ਹੌਲੀਡੇ ਚਲੀਏ ਯਾਰ, ਨਜ਼ਾਰਾ ਆ ਗਿਆ ਹਨਾ। ਇੱਕ ਦਮ ਜਿਹੜੀ ਨਾ ਸੰਤੁਸ਼ਟੀ ਆ ਤੁਹਾਡੀ ਉਹ ਤੁਸੀਂ ਰੱਜ ਚੁੱਕੇ ਹੁੰਨੇ ਆ, ਹਰ ਵੇਲੇ ਤਿਆਰ ਹੁੰਨੇ ਆ ਤੁਸੀਂ, ਏਦਾਂ ਜੋ ਹੋਣਾ ਸੀ ਨਾ ਹੋ ਚੁੱਕਾ। ਤੁਹਾਨੂੰ ਲੱਗਦਾ ਵੀ ਜੋ ਆ ਮੇਰੇ ਰਾਹੀਂ ਆ ਹੋਇਆ ਨਾ ਇਹ ਤੋਂ ਵੱਧ ਮੇਰੇ ਕੋਲ ਕੱਖ ਨਹੀਂ ਹੈਗਾ। ਜਿਹੜਾ ਨਾ ਜਦੋਂ ਗੁਰਪ੍ਰਸਾਦ ਆ ਹਨਾ, ਜਿਹੜਾ ਹੈਗਾ ਵੀ ਜੋ ਹੁੰਦਾ ਹੈ ਨਾ ਮਾਲਕਾ ਤੇਰਾ ਕੀਤਾ ਹੋ ਰਿਹਾ, ਮੈਂ ਕੁਛ ਨਹੀਂ ਇਹਦੇ ਵਿੱਚ, ਠੀਕ ਉਹ ਇਹ ਆ ਵੀ ਜੋ ਹੋ ਗਿਆ ਨਾ ਉੱਥੇ ਲੱਗਦਾ ਵੀ ਬਸ ਹੁਣ ਮਤਲਬ ਜਦੋਂ ਤੁਹਾਨੂੰ ਇਹ ਲੱਗਿਆ ਵੀ ਜੋ ਕਰ ਸਕਣਾ ਸੀ ਉਹ ਹੋ ਗਿਆ, ਉਹ ਤੋਂ ਬਾਅਦ ਇੱਛਾ ਰਹਿੰਦੀ ਕੋਈ ਨਹੀਂ ਨਾ। ਫਿਰ ਹੁਣ ਤੁਸੀਂ ਕਿਤੇ ਛੁੱਟੀਆਂ ਤੇ ਗਏ ਆ, ਮਤਲਬ ਇੰਡੀਆ ਗਿਆ ਬੰਦਾ, ਜਿੰਨੇ ਕੰਮ ਸੀ ਸਾਰੇ ਹੋ ਗਏ ਹੁਣ ਹਨਾ, ਮੁੜ ਕੇ 에ਅਰਲਾਈਨ ਵਾਲੇ ਕਹਿਣ ਵੀ ਤੇਰੀ ਫਲਾਈਟ 4 ਦਿਨ ਪਹਿਲਾਂ ਆ ਤੇ ਨਿਰਾਸ਼ਾ ਹੋਊਗੀ ਬੰਦੇ ਨੂੰ? ਨਹੀਂ ਨਾ, ਬੰਦਾ ਕਹਿੰਦਾ ਯਾਰ $200 ਲੱਗਣਾ ਸੀ ਮੇਰਾ ਫਲਾਈਟ ਚੇਂਜ ਕਰਾਉਣ ਨੂੰ, ਆ ਤਾਂ ਧੰਨਵਾਦ 4 ਦਿਨ ਉੱਥੇ ਮੈਂ ਤਾਂ ਉਡੀਕਦਾ ਸੀ ਹਨਾ। ਫਿਰ ਚਾਹੇ ਉਹ ਤੁਹਾਨੂੰ ਉੱਥੋਂ ਇੰਡੀਆ ਤੋਂ ਚੱਕ ਕੇ ਨਿਊਜ਼ੀਲੈਂਡ ਭੇਜ ਰਹੇ ਆ, ਚਾਹੇ ਉਹ ਸਕਰਾਤ ਨੂੰ ਉਹਦੇ ਘਰੋਂ ਚੱਕ ਕੇ ਜੇਲ੍ਹ 'ਚ ਭੇਜ ਰਹੇ ਆ, ਉਹ ਵੀ ਇਹੀ ਕਹਿ ਰਿਹਾ ਹੈ, ਚਾਹੇ ਕਿਸੇ ਅਰਜਨ ਦੇਵ ਨੂੰ ਘਰੋਂ ਚੱਕ ਕੇ ਤਵੀ ਤੇ ਬਿਠਾ ਰਹੇ ਉਹ ਵੀ ਉਹੀ ਕਹਿ ਰਿਹਾ ਹੈ। ਜੋ ਕਰਨਾ ਸੀ ਨਾ ਮੈਂ, ਜਿੰਨਾ ਜੀਣਾ ਸੀ ਉਹ ਤਾਂ ਮੈਂ ਤਾਂ ਭਰ ਕੇ ਜੀ ਚੁੱਕਾ, ਸੈਟੀਸਫਾਈਡ ਆ ਮਾਈਂਡ। ਉਹ ਲੋਕ ਆ ਜਿਹੜੇ ਡਰਦੇ ਨਹੀਂ, ਉਹ ਲੋਕ ਆ ਜਿਹੜੇ ਮੌਤ ਨੂੰ ਅੱਗਿਓਂ ਜਾ ਕੇ ਟੱਕਰਦੇ ਆ। ਇਹ ਨਹੀਂ ਵੀ ਉਹ ਆਤਮ ਹੱਤਿਆ ਕਰਨੀ ਚਾਹੁੰਦੇ, ਨਿਰਾਸ਼ਾ ਵਿੱਚ ਨਹੀਂ, ਕਿਉਂਕਿ ਹੁਣ ਜਦੋਂ ਬੋਨਸ ਮਿਲਿਆ ਤੁਹਾਨੂੰ ਉਹਨੂੰ ਇਦਾਂ ਥੋੜਾ ਵੀ ਖਿਲਾਰ ਦਿੰਦੇ ਆ, ਤੁਸੀਂ ਭਰ ਕੇ ਜ਼ਿੰਦਗੀ ਜੀਨੇ ਆ, ਮਜ਼ਾ ਲੈਣੇ ਉਹਦਾ। ਹੁਣ ਜਿੰਨੇ ਸਾਹ ਮਿਲ ਰਹੇ ਆ ਉਹਦੇ ਵਿੱਚ ਜਿਹੜਾ ਇਹ ਸੋਚ ਕੇ ਬੈਠਾ ਹੈ ਨਾ ਵੀ ਜੋ ਮੈਂ ਕਰਨਾ ਸੀ ਕਰ ਲਿਆ ਆ, ਜੋ ਮੇਰੇ ਕੋਲੋਂ ਹੋਣਾ ਸੀ ਹੋ ਚੁੱਕਾ ਆ,
ਤੁਹਾਨੂੰ ਲੱਗਦਾ ਉਹਦੇ ਕੋਲੋਂ ਮੁੱਕ ਗਿਆ ਹੋਊਗਾ? ਨਹੀਂ ਹੋ ਸਕਦਾ ਕਦੇ ਨਾ, ਕਿਉਂਕਿ ਉਹ ਤਾਂ ਇਹ ਤਾਂ ਸੋਚਿਆ ਹੀ ਹੋ ਸਕਦਾ ਨਾ ਜਿਹਦਾ ਕਨੈਕਸ਼ਨ ਜੁੜਿਆ ਆ। ਹੁਣ ਤਾਂ ਤੁਸੀਂ ਹਿਲਾ ਕੇ ਦੇਖੋ ਮਾੜਾ ਜਿਹਾ, ਛੇੜ ਕੇ ਦੇਖੋ ਥੱਲੇ ਕਿੱਦਾਂ ਖਜ਼ਾਨੇ ਨਿਕਲਦੇ ਆ। ਅਸੀਂ ਤਾਂ ਹੀ ਕਹੀ ਨਾ ਚੌਥੇ ਪਾਤਸ਼ਾਹ ਪੜ੍ਹੇ ਨਹੀਂ ਸੀ ਯਾਰ 31 ਰਾਗਾਂ ਚ, ਇੰਨੇ ਰਾਗ ਕਿੱਦਾਂ ਲਿਖ ਦਿੱਤੇ ਨਹੀਂ ਬਸ। ਠੀਕ ਹੈ, ਹੁਣ ਹੁੰਦਾ ਬਹੁਤ ਕੁਛ ਆ, ਪਰ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਏਦਾਂ ਲੱਗਦਾ ਵੀ ਨਹੀਂ ਹੋ ਗਿਆ ਬਸ। ਉਹਦੇ ਲਈ ਉੱਥੋਂ ਛੱਡਣ ਨੂੰ ਜਾ ਕੇ ਨਾ ਮੋਹ ਨਾ ਕੋਈ ਪਕੜ। ਠੀਕ ਹੈ, ਹੁਣ ਜਿਹੜਾ ਇਸ ਸੁਭਾਅ ਦੇ ਵਿੱਚ ਜੀ ਰਿਹਾ ਆ, ਤੁਹਾਨੂੰ ਲੱਗਦਾ ਹੈ ਵੀ ਜਿਹੜੀਆਂ ਉਹਦੀਆਂ ਜ਼ਿੰਮੇਵਾਰੀਆਂ ਆ ਉਹ ਤੋਂ ਕੁਤਾਹੀ ਕਰਦਾ ਹੋਊਗਾ? ਨਹੀਂ ਨਾ, ਕਿਰਦਾਰ ਹੀ ਨਹੀਂ ਕੱਢ ਸਕਦੇ। ਉਹ ਹਰ ਵੇਲੇ ਏਦਾਂ ਨਹੀਂ ਜੀ ਰਿਹਾ ਪਈ ਹੁਣ ਅਸੀਂ ਇਹ ਤਾਂ ਇਤਿਹਾਸ ਨੇ ਯਾਰ ਕਹਿਤਾ ਨਾ ਵੀ 8ਵੇਂ ਪਾਤਸ਼ਾਹ ਕਹਿੰਦੇ ਬਾਬਾ ਬਕਾਲੇ, ਏਦਾਂ ਕਦੇ ਹੋ ਸਕਦੀ ਵੀ ਤਿਆਰੀ ਨਾ ਹੋਵੇ ਜਾਣੀ? ਨਹੀਂ। ਹੁਣ ਅਸੀਂ ਯਾਰ ਜਾਣੀ ਇੱਕ ਪਾਸੇ ਅਸੀਂ ਕਹੀ ਜਾਂਦੇ ਵੀ ਆਈਫੋਨ ਵਾਲਿਆਂ ਨੇ ਨਾ ਅਜੇ 10+ ਕੱਢਿਆ ਹੈ ਨਾ, ਹਨਾ, ਹਾਂਜੀ, ਪਰ ਘੱਟੋ ਘੱਟ 20 ਗਾਹਾਂ ਦੇ ਹੋਰ ਮਾਡਲ ਜਿਹੜੇ ਆ ਨਾ ਉਹ ਤਿਆਰ ਪਏ ਆ। ਹਾਂਜੀ, ਉਹ ਕੱਢ ਨਹੀਂ ਸਿਰਫ ਇਸ ਕਰਕੇ ਰਹੇ ਵੀ ਹੌਲੀ ਹੌਲੀ ਪੈਸੇ ਬਣਾ ਲਈਏ। ਹਾਂਜੀ, ਵੀ ਹੋ ਚੁੱਕੇ ਆ। ਹਾਂਜੀ, ਪ੍ਰੋਟੋਟਾਈਪਸ ਤਾਂ ਬਣ ਲੱਗੇ। ਹੁਣ ਅੱਜ ਅਗਲੇ ਕਹਿੰਦੇ ਆ ਵੀ ਆਹ ਗੱਡੀ ਤਿਆਰ ਹੋ ਗਈ ਆ ਜੀ, ਇਹ 2025 ਤੱਕ ਮਾਰਕੀਟ ਚ ਆ ਜਾਊਗੀ। ਮਤਲਬ ਤਿਆਰ ਹੋ ਗਈ, ਮਤਲਬ ਟੈਸਟ ਤਾਂ ਹੋ ਗਈ ਆ ਉਹ। ਹਾਂਜੀ, ਬਸ ਏਦਾਂ ਹੀ ਆ। ਤੇ ਅਸੀਂ ਗੁਰੂ ਸਾਹਿਬ ਬਾਰੇ ਕਹਿ ਰਹੇ ਆ ਵੀ ਉਹ ਜਦੋਂ ਆਖਰੀ ਟਾਈਮ ਆ ਗਿਆ ਨਾ ਫਿਰ ਉਹ ਕਹਿੰਦੇ ਵੀ ਬਾਬਾ ਬਕਾਲੇ। ਮਤਲਬ ਜਿਹੜੀ ਤਿਆਰੀ ਆ। ਹੁਣ 5ਵੇਂ ਪਾਤਸ਼ਾਹ ਬਾਰੇ ਅਸੀਂ ਕਹਿੰਦੇ ਆ ਵੀ ਜਦੋਂ ਉਹ ਏਦਾਂ ਹੋ ਗਏ ਹਨਾ, ਵੀ ਬਾਬਾ ਬੁੱਢਾ ਜੀ ਨੂੰ ਲੱਗਾ ਭਾਈ ਗੁਰਦਾਸ ਜੀ ਨੂੰ ਵੀ ਹੁਣ ਤਾਂ ਆਖਰੀ ਟਾਈਮ ਆ, ਹੁਣ ਨਹੀਂ। ਫਿਰ ਉਹ ਨਹੀਂ ਸੋਚਿਆ ਵੀ ਨਹੀਂ ਗੁਰੂ ਹਰਗੋਬਿੰਦ ਦੀ ਤਿਆਰੀ ਕਰਾਈਏ। ਖੋਲੀ ਮੁੜਿਆ ਹਨਾ, ਹੁਣ ਉਹ ਚੀਜ਼ਾਂ ਦੀ ਨਾ ਤੁਹਾਨੂੰ ਜਿਨ੍ਹਾਂ ਨੂੰ ਇਹਨਾਂ ਨੇ ਕਰਾਮਾਤ ਏਦਾਂ ਕੁਛ ਕ੍ਰਿਸ਼ਮੇ ਕਰਕੇ ਦਿੱਤਾ, ਉਹ ਅਸਲ ਚ ਜੀਣ ਜੋ ਗਿਆ, ਤੁਹਾਡੇ ਕਰਨ ਜੋ ਗਿਆ। ਬਿਲਕੁਲ, ਤੁਸੀਂ ਉਹ ਪ੍ਰੋਸੈਸ ਦੇ ਵਿੱਚ ਹੀ ਲੰਘ ਸਕਦੇ ਹੋ, ਆਨੰਦ ਨੂੰ ਮਾਣ ਸਕਦੇ ਆ ਜੀ। ਠੀਕ ਹੈ, ਜਦੋਂ ਨਾ ਮੌਤ ਨੂੰ ਨੇੜਿਓਂ ਦੇਖਣ ਲੱਗਦੇ ਤੁਸੀਂ ਏਦਾਂ, ਡਰ ਇੰਨੇ ਕਾਬੂ ਆ ਜਾਂਦੇ ਆ, ਹਰ ਤਰ੍ਹਾਂ ਦਾ ਖਤਰਾ ਜਿਹੜਾ ਆ ਉਹਨੂੰ ਵਿਚਾਰਨ ਲੱਗ ਪੈਂਦੇ ਤੁਸੀਂ। ਜਿਹਨੂੰ ਵਿਚਾਰ ਲੈਂਦੇ ਆ ਉਹ ਛੋਟਾ ਲੱਗਣ ਲੱਗ ਪੈਂਦਾ, ਉਹ ਨੀਵਾਂ ਹੋ ਜਾਂਦਾ, ਤੁਸੀਂ ਉੱਚੇ ਹੋ ਕੇ ਜੀਣ ਲੱਗ ਪੈਂਦੇ। ਫਿਰ ਤੁਹਾਨੂੰ ਸਮਝ ਆਉਂਦੀ ਆ ਵੀ ਉਹ ਕਬੀਰ ਸਾਹਿਬ ਏਦਾਂ ਹਾਥੀ ਦੇ ਮੂਹਰੇ ਜਾ ਕੇ ਕਿਉਂ ਨਹੀਂ, ਭਗਤ ਨਾਮਦੇਵ ਜੀ ਮੰਨ ਕਿਉਂ ਨਹੀਂ ਰਹੇ? ਸਹੀ ਹੈ, ਠੀਕ ਆ। ਇੱਕ ਫੇਰ ਭਾਈ ਹੁਣ ਇੱਕ ਗੱਲ ਹੋਰ ਆ, ਫਿਰ ਹੁਣ ਜਦੋਂ ਤੁਸੀਂ ਆਹ ਜਿਹੜੇ ਕਹਿੰਦੇ ਵੀ ਜਿਹੜੇ ਬੰਦੇ ਨੇ ਫੀਲ ਕਰ ਲਿਆ ਵੀ ਮੈਂ ਆਪਦਾ ਕੰਮ ਕਰ ਲਿਆ ਹਨਾ, ਮਤਲਬ ਜੇ ਆਪਾਂ ਨਾਨਕ ਤੋਂ ਦੂਜੇ ਪਾਤਸ਼ਾਹ ਤੀਜੇ, ਉਹਨਾਂ ਨੂੰ ਕਦੇ ਐ ਨਹੀਂ ਸੀ ਨਾ ਵੀ ਮੈਂ ਹੀ ਸਾਰਾ ਕਰਕੇ ਜਾਣਾ, ਉਹਨੇ ਆਪਦਾ ਕੰਮ ਕੀਤਾ। ਉਸੇ ਬੰਦੇ ਦੀ ਦਲੇਰੀ ਹੋ ਨਾ ਗਾਂ ਡੈਲੀਗੇਸ਼ਨ ਦੇਣ ਦੀ ਵੀ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾ ਹਮ ਆਦਮੀ ਹਾਂ ਇੱਕਦਮੀ। ਹਾਂਜੀ, ਮੋਹਲਤ ਮੋਹਤ ਨਾ ਜਾਣਾ। ਠੀਕ ਹੈ, ਠੀਕ ਹੈ। ਹੁਣ ਉਹ ਇੱਕ ਸਟੇਟਸ ਆ ਤੁਹਾਡੇ ਮਾਈਂਡ ਦਾ, ਸੰਤੁਸ਼ਟੀ ਦਾ, ਠੀਕ ਹੈ ਜੀ, ਆਨੰਦ ਦਾ, ਸੰਤੋਖ ਦਾ। ਠੀਕ ਹੈ, ਜੇ ਉਹ ਨਹੀਂ ਹੈਗਾ ਨਾ ਤੁਸੀਂ ਪਰਉਪਕਾਰੀ ਨਹੀਂ ਹੋ ਸਕਦੇ। ਜਿਹੜਾ ਦੂਜਿਆਂ ਲਈ ਮਰਨ ਲਈ ਤਿਆਰ ਹੋ ਗਿਆ, ਜੇ ਸੰਤੋਖੀ ਨਹੀਂ ਹੈਗਾ, ਜੇ ਸੈਟੀਸਫਾਈ ਨਹੀਂ ਹੈਗਾ, ਜੇ ਉਹਨੂੰ ਇਦਾਂ ਨਹੀਂ ਲੱਗਦਾ ਵੀ ਮੇਰੇ ਕੋਲ ਮੈਂ ਤਾਂ ਰਾਜਾ, ਮੈਂ ਤਾਂ ਬਾਦਸ਼ਾਹ ਆ, ਮੈਨੂੰ ਹੋਰ ਕੀ ਚਾਹੀਦਾ, ਉਹ ਦੇ ਦੂਗਾ ਕਿਸੇ ਨੂੰ? ਨਹੀਂ ਨਾ, ਨਹੀਂ ਦੇ ਸਕਦਾ। ਜਨ ਜਾਨ ਵੀ ਦੇਤੀ, ਜਨ ਬੱਚੇ ਵੀ ਦੇਤੇ, ਆਪਣਾ ਆਨੰਦਪੁਰ ਵੀ ਦੇ ਦਿੱਤਾ, ਉਹ ਕਿੰਨਾ ਕੁ ਰੱਜਿਆ ਹੋਊਗਾ? ਪੈਸਿਆਂ ਕਰਕੇ ਨਹੀਂ ਜਾਣੀ, ਬਸ ਆ ਹਮ ਆਦਮੀ ਹਾਂ ਇੱਕਦਮ ਹੀ। ਇਹਦੀ ਹੁਣ ਇਹ ਸਮਝ ਜਿਹੜੀ ਆ ਨਾ ਇਦਾਂ ਥੋੜੀ ਆਉਣੀ। ਹੁਣ ਇੱਕ ਬੰਦਾ ਜਿਹੜਾ ਰੋਜੀ ਦੀ ਖਾਤਰ ਤੁਰ ਰਿਹਾ ਆ, ਹਾਂਜੀ, ਸਟੇਟਮੈਂਟ ਤਾਂ ਉਹ ਵੀ ਦੇ ਦਊਗਾ, ਇਹ ਉਹਦੇ ਮੀਨਿੰਗ ਥੋੜਾ ਹੋਣੇ ਆ। ਨਹੀਂ ਹੁਣ ਤੁੰਦਾ ਕਹਿੰਦਾ ਵੀ ਮੈਨੂੰ ਤਾਂ ਇੱਥੋਂ ਕਹਿੰਦਾ ਜੇ ਤੰਬੂਜ ਵਿੱਚ ਪਾ ਕੇ ਤੋੜ ਦੇਣ ਨਾ ਮੈਂ ਪਰਵਾਹ ਨਹੀਂ ਕਰਦਾ, ਜੇ 4 ਬੰਦੇ ਉੱਠ ਕੇ ਏਦਾਂ ਰੱਖ ਦੇਣ ਮੂਹਰੇ ਬਕਸਾ ਲਿਆ ਕੇ, ਠੀਕ ਹੈ, ਤੇ ਹਿੱਲੀ ਨਾ ਹੁਣ, ਡੱਕਰੇ 4 ਕਰਨੇ ਤੇਰੇ, ਬੈਠਾ ਰਹੀ ਇੱਥੇ, ਨਹੀਂ ਤਾਂ ਹਾਂ ਗੱਲ ਕਹਿ ਕੇ ਦਿਖਾ ਦੁਬਾਰਾ ਹੁਣ, ਠੀਕ, ਫਿਰ ਜਾਪਸਾ ਪੜਨ ਬਹਿ ਜਾਣਾ। ਠੀਕ ਹੈ, ਹੁਣ ਸਟੇਟਮੈਂਟ ਦੇਣੀ ਤਾਂ ਸੌਖ। ਹੁਣ ਰਜਨੀਸ਼ ਨੇ ਸਿਰਫ ਸਟੇਟਮੈਂਟਾਂ ਦਿੱਤੀਆਂ, ਠੀਕ ਹੈ, ਉੱਥੇ ਏਦਾਂ ਨਹੀਂ ਹੋਇਆ ਜਿਹੜੀ ਮੈਂ ਵਿਚਾਰਧਾਰਾ ਦੇਣੀ ਚਾਹੁੰਦਾ, ਜਿਹੜੀ ਗੱਲ ਕਹਿਣੀ ਚਾਹੁੰਦਾ ਆ ਤਾਂ ਕਿ ਇਹ ਜਾਨ ਚੱਲ ਜਾਏ। ਅਖੀਰਲੇ ਦਮ ਤੱਕ ਭੱਜਿਆ ਜਹਾਜ਼, ਦੱਸਿਆ ਜਹਾਜ਼ ਤੇਲ ਮੁੱਕ ਗਿਆ ਤਾਂ ਲੈਂਡ ਕਰਨਾ ਪੈ ਗਿਆ, ਨਹੀਂ ਤਾਂ ਕੰਟਰੀ ਛੱਡ ਕੇ ਭੱਜ ਗਿਆ ਸੀ। ਨਾਲੇ ਇੱਕ ਬੰਦਾ ਭਾਜੀ, ਜੇ ਆਪਾਂ ਗੱਲ ਕਰੀਏ ਬਈ ਵਿਦਿਆ ਲੈ ਕੇ, ਦੁਨਿਆਵੀ ਵਿਦਿਆ ਲੈ ਕੇ ਵਧੀਆ ਬੁਲਾਰਾ ਬਣ ਸਕਦਾ, ਵਧੀਆ ਬੋਲ ਸਕਦਾ, ਪਰ ਜਿਹੜਾ
ਜਿਹਨੂੰ ਆਪਾਂ ਕਹਿੰਦੇ ਆ ਵੀ ਆਪਣੇ ਆਪ ਦੇ ਵਿੱਚ ਉਹਦਾ ਪੂਰਾ ਹੋਣਾ, ਹੁਣ ਇਹੀ ਕਮੀ ਆ ਨਾ ਜਿਹੜੀ ਰਜਨੀਸ਼ ਦੇ ਵਿੱਚ ਦਿਖਦੀ ਆ। ਗੱਲਾਂ ਤਾਂ ਉਹਦੇ ਕੋਟਸ ਜਦ ਤੁਸੀਂ ਪੜ੍ਹਦੇ ਆ ਤਾਂ ਏਦਾਂ ਹੀ ਲੱਗਦਾ ਵੀ ਬਹੁਤ ਸਾਰੇ ਕਾਸੇ ਦੀ ਸਮਝ ਰੱਖਦਾ, ਪਰ ਜਦੋਂ ਉਹਦੇ ਆਪਣੇ ਪ੍ਰੈਕਟੀਕਲ ਜੀਵਨ ਤੇ ਆ ਜਾਂਦੇ ਆ ਉਦੋਂ ਨਹੀਂ ਤੁਸੀਂ ਕਦੇ ਵੀ ਚਾਹੋਗੇ ਕਿ ਇਹਦੇ ਵਰਗੇ ਬੰਦਿਆਂ ਦਾ ਸਮਾਜ ਹੋਵੇ ਕਦੇ ਵੀ। ਉਹੀ ਤੁਹਾਨੂੰ ਅਪੀਲ ਆ ਨਾ, ਜਿਹੜੇ ਦੁਨੀਆ ਲਈ ਚਾਨਣ ਮਨਾਰਾ ਬਣਦੇ ਆ, ਉਹ ਹੁੰਦੇ ਆ ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਲੱਗਦਾ ਵੀ ਕਾਸ਼ ਕਿਤੇ ਇਹਨਾਂ ਦਾ ਸਮਾਜ ਹੁੰਦਾ। ਹਾਂ ਬਸ ਆ ਬੋਟਮ ਲਾਈਨ। ਇੱਕ ਗੱਲ ਹੋਰ ਆ ਪਿੰਦੇ ਵੀਰੇ, ਤੁਸੀਂ ਜੇ ਆਪਾਂ ਨੂੰ ਥੋੜਾ ਸਕੇਲ ਡਾਊਨ ਕਰ ਲਈਏ ਨਾ, ਵੀ ਚਲੋ ਉੱਥੋਂ ਬਾਹਰੋਂ ਗੋਰੇ ਆਉਂਦੇ ਸੀਗੇ ਨਾ, ਵੀ ਚਲ ਫਿਰ ਉਹਨਾਂ ਦਾ ਫੇਰ ਵੀ ਲੈਵਲ ਇੰਟੈਲੈਕਚੁਅਲ ਦਾ ਵੱਡਾ ਵਾ। ਜੇ ਆਪਾਂ ਰਜਨੀਸ਼ ਵਾਲੀ ਜਿਹੜੀ ਫਿਲਾਸਫੀ ਆ ਨਾ, ਜਾਂ ਉਹਨਾਂ ਜਿਹੜੇ ਮੈਨੂੰ ਕੈਟਾਗਰਾਈਜ਼ ਕੀਤਾ ਵੀ ਹਾਂ ਤੁਸੀਂ ਸਾਰੇ ਏਦਾਂ ਕਰੀ ਚਲੋ ਕੋਈ ਚੱਕਰ ਨਹੀਂ, ਮੈਂ ਬ੍ਰਹਮਚਾਰੀ ਆ, ਪਰ ਜਿੰਨੀਆਂ ਵੀ ਉੱਥੇ ਹੈ ਉਹਨਾਂ ਸਾਰਿਆਂ ਨੇ ਸੌਂ ਵੀ ਲਿਆ। ਹੁਣ ਜੇ ਇਹਨੂੰ ਤੁਸੀਂ ਆਹ ਜਿਹੜਾ ਸੀਗਾ ਆਪਣਾ ਕਿਆ ਨਾ ਰਾਮ ਰਹੀਮ ਵਾਲਾ, ਉਹ ਤਾਂ ਉਹਨੂੰ ਜਿਵੇਂ ਪੁਜਾਰੀ ਨੇ ਮਤਲਬ ਜਿਹੜਾ ਜੈਂਡਰ ਉਹ ਅੱਡ ਕਰਤੇ ਆ, ਔਰਤਾਂ ਰੱਖ ਲੀਆਂ, ਬੰਦੇ ਦੂਜੇ ਰੋਲ ਲਾ ਦੇ ਕੰਮਾਂ 'ਚ ਨਾ, ਉਵੇਂ ਉਹਨੇ ਕੁੜੀਆਂ ਦਾ ਹੋਸਟਲ ਬਣਾ ਲਿਆ ਆਪਦੇ ਵਾਸਤੇ, ਬੰਦੇ ਉਹਨਾਂ ਨੂੰ ਨਪੁੰਸਕ ਕਰੀ ਜਾਂਦਾ। ਪ੍ਰਚਾਰ ਤਾਂ ਉਹ ਵੀ ਕਰ ਰਿਹਾ ਵਾ, ਲੋਕੀ ਫੋਲੋ ਤਾਂ ਉਹਨੂੰ ਵੀ, ਜੇ ਟੋਟਲ ਗਿਣਤੀ ਦੇਖਣੀ ਹੋਵੇ ਤਾਂ ਉਹਦੇ ਨਾਲੋਂ ਵੱਧ ਆ, ਪਰ ਸਮਾਜ 'ਚ ਕਿਤੇ ਲਾਗੂ ਨਹੀਂ ਹੋ ਸਕਦਾ ਉਹ। ਨਹੀਂ ਜਿਉਂ ਆਪਾਂ ਨੂੰ ਛੋਟੇ ਲੈਵਲ ਤੇ ਦੇਖਿਓ ਨਾ, ਉਹਦਾ ਕੋਈ ਬੜਾ ਫਰਕ ਨਹੀਂ ਹੈਗਾ। ਉਹ ਵੀ ਗੌਡਮੈਨ ਉਵੇਂ ਬਣਿਆ ਹੋਇਆ ਸੀ, ਉਹ ਵੀ ਗੌਡਮੈਨ ਉਵੇਂ ਬਣਿਆ ਹੋਇਆ। ਇਹ ਕਹਿੰਦੇ ਇਨਸਾਨ ਬਣੋ, ਸਾਰੇ ਧਰਮ ਛੱਡੋ। ਉਹਨੇ ਆਪ BA ਕੀਤੀ ਵੀਰੇ, ਫਿਲਾਸਫੀ 'ਚ ਮਾਸਟਰਸ ਕੀਤੀ। ਵਾਈਸ ਚਾਂਸਲਰ ਨੇ ਉਹਨੂੰ ਕਾਲਜ 'ਚ ਇਹ ਕਹਿ ਕੇ ਕੱਢਿਆ ਵੀ ਤੂੰ ਪੜਾਉਣਾ ਕਾਲਜ 'ਚ, ਪਰ ਤੇਰੀ ਸਪੀਚ ਨਾਲ ਬੱਚਿਆਂ ਦੀ ਮੋਰੈਲਿਟੀ ਤੇ ਕਰੈਕਟਰ ਦਾ ਕੀ ਬਣੂਗਾ, ਤੂੰ ਛੱਡ ਕੇ ਜਾ ਇੱਥੋਂ। ਫੇਰ ਗਿਆ ਕਾਲਜ ਛੱਡ ਕੇ, ਟੀਚਰ ਲੱਗਿਆ ਸੀ ਉਹ ਮਾਸਟਰ ਫਿਲਾਸਫੀ ਕਰਕੇ। ਕਿੰਨਾ ਉਸ ਬੰਦੇ ਜਿਹੜਾ ਵਾਈਸ ਚਾਂਸਲਰ, ਉਹਨੇ ਇੰਨਾ ਤਕੜਾ ਉਹਨੂੰ ਸਵਾਲ ਕੀਤਾ ਵੀ ਤੇਰੀ ਜਿਹੜੀ ਤੂੰ ਕਹਿੰਦਾ ਜਿਹੜੀਆਂ ਗੱਲਾਂ ਕਰਦਾ ਇਹਦੇ ਵਿੱਚੋਂ ਬੱਚਿਆਂ ਨੂੰ ਮੋਰੈਲਿਟੀ ਤੇ ਕਰੈਕਟਰ ਉਹਨਾਂ ਦਾ ਕਿੱਥੋਂ ਬਿਲਡ ਹੋ ਜੂ। ਆਹੋ ਮੈਂ ਇੰਨੀ ਕੁ ਗੱਲ ਕਰਕੇ ਫੋਨ ਕੱਟਦਾ ਵੀ ਕਮਾਲ ਦੀ ਗੱਲ ਤਾਂ ਇਹ ਆ ਵੀ ਜਿਹੜੇ ਵੀ ਅਸੀਂ ਵੱਡੇ ਧਰਮਾਂ ਦੀ ਗੱਲ ਕਰਦੇ ਹਾਂ ਨਾ, ਜਦੋਂ ਇਹਨਾਂ ਦੀਆਂ ਮਾਨਤਾਵਾਂ ਤੇ ਮਤਲਬ ਇਹਨਾਂ ਬਾਰੇ ਸੋਚਾਂਗੇ ਜਾਂ ਦੇਖਦੇ ਆ, ਹਾਂਜੀ, ਤਾਂ ਮੋਰੈਲਿਟੀ ਦੇ ਸਕੇਲ ਤੇ ਇਹ ਜਿਹੜੇ ਧਰਮ ਆ ਜ਼ੀਰੋ ਆ ਜ਼ੀਰੋ ਆ ਇਹ ਸਾਰੇ ਧਰਮ। ਪਰ ਕਿਉਂਕਿ ਇਹ ਚੱਲਦੇ ਆ ਰਹੇ ਆ ਤੇ ਇਹਨਾਂ ਦੇ ਲੱਖਾਂ ਕਰੋੜਾਂ ਫੋਲੋਵਰ ਆ, ਇਹਨਾਂ ਦੇ ਨਾਲ ਮੋਰੈਲਿਟੀ ਨੂੰ ਕੰਪੇਅਰ ਹੀ ਨਹੀਂ ਕੀਤਾ ਜਾਂਦਾ ਕਦੇ। ਨਹੀਂ, ਔਰ ਜਿੱਦਣ ਕਰ ਲਿਆ ਨਾ ਕਿਸੇ ਨੇ, ਠੀਕ ਹੈ, ਉਦੋਂ ਲਾ ਕੇ ਏਦਾਂ ਕੱਚੇ ਸਿੱਟਣੇ ਆ ਜਾਣੀ। ਕਬੀਰ ਜੀ ਨੇ ਮੌਲਿਕਤਾ ਦਿਖਾਈ ਹੈ ਨਾ ਫਿਰ। ਨਹੀਂ ਆਪਾਂ ਉਹ ਗੱਲ ਕਰਦੇ ਸੀ ਨਾ ਇੱਕ ਵਾਰੀ ਗੁਰੂ ਪਾਤਸ਼ਾਹ ਦੀ, ਹਾਂਜੀ, ਵੀ ਜਦੋਂ ਤੁਸੀਂ ਕਿਤੇ ਹੁਣ ਟੇਬਲ ਤੇ ਖਾਣਾ ਲੱਗਾ ਹੁੰਦਾ ਹਨਾ, ਵੀ ਉਹ ਕੋਈ ਬੰਦਾ ਆ ਕੇ ਜਿਹੜਾ ਕੱਪੜਾ ਆ, ਹਾਂਜੀ, ਕੱਪੜੇ ਨੂੰ ਮਾਰੇ ਗੁੱਸੇ 'ਚ ਮਾਰਦੇ ਨਹੀਂ ਏਦਾਂ, ਹਾਂਜੀ, ਖਾਣੇ ਦਾ ਕੀ ਬਣਦਾ। ਆਹੋ, ਹਨਾ। ਹੁਣ ਉਹ ਜਿਹੜਾ ਪੁਜਾਰੀ ਦਾ ਸਾਰਾ ਢਾਂਚਾ ਸੀ, ਉਹਦਾ ਡਾਈਨਿੰਗ ਟੇਬਲ ਸੀ, ਗੁਰੂ ਪਾਤਸ਼ਾਹ ਨੇ ਥੱਲਿਓਂ ਆ ਕੇ ਮਾਰਿਆ ਕੱਪੜਾ ਖਿੱਚ, ਚਾਦਰ ਹੀ ਖਿੱਚੀ। ਹੁਣ ਜਦੋਂ ਤੁਸੀਂ ਆ ਜਿਹੜੀ ਗੱਲ ਜਿਸ ਪੱਧਰ ਤੇ ਢੱਡਰੀਆਂ ਵਾਲੀ ਲੈ ਗਏ ਆ, ਇੱਥੇ ਜਾ ਕੇ ਲੱਗਦਾ ਨਹੀਂ ਤੁਹਾਨੂੰ ਵੀ ਜਾਗਰੂਕਾਂ ਦੀ, ਟਕਸਾਲੀਆਂ ਦੀ ਨਾ, ਸਾਰਿਆਂ ਦੇ ਟੇਬਲਾਂ ਤੋਂ ਜਿੰਨੇ ਵਿਦਵਾਨ ਆ ਸਾਡੇ, ਸਾਰਾ ਖਿੱਚ ਲਿਆ। ਹੁਣ ਤੁਸੀਂ ਜਿੱਥੇ ਗੱਲ ਪਹੁੰਚ ਗਈ ਆ ਉੱਥੇ ਘੱਗੇ ਦੀਆਂ ਕਿਤਾਬਾਂ ਲਿਆ ਕੇ ਦੱਸੋ। ਨਹੀਂ ਕੋਈ ਨਹੀਂ। ਹੁਣ ਤੁਸੀਂ ਦੇਖੋ ਵੀ ਦਿਨੋਂ ਦਿਨ ਰੈਫਰੈਂਸ ਹੀ ਗੱਲਾਂ 'ਚ ਵੀ ਆਮ ਬੰਦੇ, ਮੇਰੇ ਕਹਿੰਦੇ ਚਲੋ ਤੁਹਾਡਾ ਦਾ ਫੇਰ ਏਡਾ ਹੈਗਾ, ਮੇਰਾ ਕੀ ਬੰਦੇ ਗੱਲਾਂ 'ਚ ਉਹ ਗੱਲਾਂ ਹੀ ਮੁੱਕ ਗਈਆਂ। ਉਧਰ ਦਿਮਾਗ ਵੀ ਨਹੀਂ ਜਾਂਦਾ ਕਿ ਜਾਗਰੂਕ ਨਾਲ ਦੀ ਸ਼ਹਿ ਵੀ ਹੈਗੀ ਆ, ਉਧਰ ਦਿਮਾਗ ਹੀ ਕੱਟ ਆਫ ਹੋ ਗਿਆ, ਉੱਥੇ ਪਹੁੰਚ ਖਤਮ ਹੀ ਹੋ ਗਿਆ, ਉਹ ਥੱਲੇ ਚਾਦਰ ਖਿੱਚ ਹੋ ਗਈ ਨਾ, ਉਹ ਰੈਫਰੈਂਸ 'ਚ ਮੁੱਕ ਗਏ ਯਾਰ। ਮੈਂ ਤਾਂ ਹੁਣ ਬੈਠ ਕੇ ਸੋਚਿਆ ਵੀ ਆਮ ਗੱਲਾਂ 'ਚ ਆਉਂਦੇ ਹੀ ਨਹੀਂ ਉਹ। ਅਸਲ ਦੇ ਵਿੱਚ ਇੱਕ ਬੰਦਾ ਹਨਾ ਤੁਹਾਡੇ ਸਾਹਮਣੇ, ਮਤਲਬ ਨਾ ਤਾਂ ਉਹ ਕੋਈ ਜ਼ਿੰਦਗੀ ਦਾ ਲਾਰੂ ਪੱਖ ਰੱਖ ਰਿਹਾ ਆ, ਨਾ ਉਹ ਕੋਈ ਮਤਲਬ ਡਿੱਗਣ ਵਾਲੀ ਗੱਲ ਕਰ ਰਿਹਾ, ਉਹ ਇੰਨਾ ਬੈਲੈਂਸ ਇਕੁਏਸ਼ਨ ਤੁਹਾਡੇ ਸਾਹਮਣੇ ਰੱਖ ਰਿਹਾ ਕਿ ਤੁਹਾਡਾ ਦਿਮਾਗ ਭਾਵੇਂ ਉਹਨੂੰ ਮੰਨੇ ਜਾਂ ਨਾ ਮੰਨੇ, ਪਰ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਤੁਹਾਨੂੰ ਇਹ ਰੀਅਲਾਈਜ਼ ਹੋ ਗਿਆ ਵੀ ਜਿਹੜਾ ਸਮਾਜ ਆ ਉਹ ਏਦਾਂ ਦਾ ਹੀ ਹੋਣਾ ਚਾਹੀਦਾ ਆ। ਇਹ ਗੱਲ ਵੱਖਰੀ ਆ ਕਿ ਮੈਨੂੰ ਆਪਣੇ ਆਪ ਤੇ ਕੰਮ ਕਰਨਾ ਪੈਣਾ ਹੈ ਉਹਦਾ ਹਿੱਸਾ ਬਣਨ ਦੇ ਲਈ। ਹਾਂ, ਮੈਨੂੰ ਆਪਣੇ ਆਪ ਤੇ ਕੰਮ ਕਰਨਾ ਪੈਣਾ, ਪਰ ਜਿਹੜੀ ਪਿਕਚਰ ਉਹ ਦਿਖਾ ਰਹੇ ਆ ਭਾਈ ਸਾਹਿਬ, ਉਹ ਇੰਨੀ ਕੁ ਕਲੀਅਰ ਆ ਕਿ ਕੋਈ ਜਿੱਦਾਂ ਹਰਾਮਖੋਰੀ ਕਰਕੇ ਹੀ ਉਹਦੇ ਤੋਂ ਮੁਨਕਰ ਹੋ ਸਕਦਾ, ਉਦਾਂ ਨਹੀਂ। ਜਿੰਨੇ ਵਧੀਆ ਤਰੀਕੇ ਨਾਲ ਉਹ ਸਮਝਾਉਂਦੇ ਆ ਗੱਲ ਨੂੰ। ਨਹੀਂ, ਸਮਾਜ ਬਣਦਾ ਵੀ ਉਦੋਂ ਹੀ ਆ ਨਾ। ਹੁਣ ਜਿਹੜਾ ਬਾਗ ਆ, ਹਾਂਜੀ, ਬਾਗ ਦੇ ਵਿੱਚ ਜਿੱਥੇ ਫੁੱਲ ਬਹੁਤ ਸੋਹਣੇ ਲੱਗਦੇ ਆ, ਉਹ ਪਤਾ ਕਿਉਂ ਲੱਗਦੇ ਆ? ਜਿਹੜਾ ਹਰੇਕ ਫੁੱਲ ਆ ਉਹ ਆਪਣੇ ਬੂਟੇ ਤੋਂ ਉਹਦੀਆਂ ਜੜਾਂ ਦੇ ਰਾਹੀਂ ਮਿਲੀ ਹੋਈ ਤਾਕਤ ਨੂੰ ਲੈ ਕੇ ਪੂਰੀ ਸ਼ਿੱਦਤ ਦੇ ਨਾਲ ਖਿੜ ਰਿਹਾ ਹੈ। ਠੀਕ ਹੈ। ਹੁਣ ਜੇ ਸੰਤਰਿਆਂ ਦੇ ਬਾਗ 'ਚ ਸਾਨੂੰ ਸੰਤਰੇ ਪੱਕਿਓ ਲੱਗ ਰਹੇ ਆ, ਉਹ ਤਾਂ ਲੱਗ ਰਹੇ ਆ ਵੀ ਹਰੇਕ ਸੰਤਰਾ ਆਪਣੇ ਬੂਟੇ ਤੋਂ ਉਹਦੀ ਜੜਾਂ ਰਾਹੀਂ ਮਿਲੀ ਹੋਈ ਤਾਕਤ ਨੂੰ ਲੈ ਕੇ
ਪੂਰੀ ਤਰ੍ਹਾਂ ਪੱਕਣ ਜੋਬਨ ਤੇ ਜਾ ਰਿਹਾ ਹੈ। ਉਹ ਸਾਰਾ ਪੀਲੇ ਪੀਲੇ ਦਿਸ ਰਹੇ ਆ। ਹਾਂਜੀ, ਹੁਣ ਉਹ ਸਾਡੇ ਚ ਕੀ ਆ, ਜਿੱਥੇ ਕਪੂਰ ਕਹਿੰਦਾ ਨਾ ਵੀ ਜਿਹੜੀਆਂ ਪਛੜੀਆਂ ਕੌਮਾਂ ਹੁੰਦੀਆਂ ਨਾ, ਜਿੱਥੇ ਬੁੱਧੀ ਦਾ ਵਿਕਾਸ ਨਹੀਂ ਹੋਇਆ ਹੁੰਦਾ, ਕਿਉਂਕਿ ਜ਼ਿੰਮੇਵਾਰੀ ਨਹੀਂ ਲੈ ਰਿਹਾ ਕੋਈ ਵੀ, ਉਹਨਾਂ ਦੀ ਹਾਲਤ ਕਹਿੰਦਾ ਉਹ ਬੈਠੇ ਹੋਏ ਭੱਠੇ ਵਾਲੀ ਹੁੰਦੀ ਆ, ਉੱਤੇ ਹੋਏ ਆਵੇ ਵਾਲੀ ਹੁੰਦੀ ਆ, ਜਿੱਥੇ ਹਰੇਕ ਕੱਚੀ ਇੱਟ ਆਪਣੀ ਕਚਿਆਈ ਨੂੰ ਲੁਕਾਉਣ ਲਈ ਦੂਜੇ ਤੇ ਤੁਹਮਤ ਲਾ ਰਹੀ ਆ। ਹੁਣ ਉਹ ਜਿਹੜੇ ਸੋਹਣੇ ਲੱਗਦੇ, ਜਿੱਦਣ ਸਮਾਜ ਦੇ ਵਿਕਾਸ ਦਾ ਅਰਥ ਹੀ ਇਹ ਆ ਤੇ ਅਸੀਂ ਉਸ ਸੰਤਰੇ ਵਾਂਗ, ਉਸ ਫੁੱਲ ਵਾਂਗ ਜਿਹੜਾ ਸਾਡਾ ਸੋਮਾ ਆ, ਉੱਥੋਂ ਤਾਕਤ ਲੈ ਕੇ ਆਪਣੇ ਆਪ ਨੂੰ ਪਕਾਉਣ ਤੇ ਜਾਈਏ, ਨਾ ਕਿ ਉਹ ਇੱਟ ਵਾਂਗ ਦੂਜੀ ਤੇ ਇਲਜ਼ਾਮ ਲਾਈਏ ਵੀ ਮੈਂ ਕੱਚੀ ਇਹਦੇ ਕਰਕੇ ਰਹਿ ਗਈ। ਜਦੋਂ ਤੁਸੀਂ ਇਲਜ਼ਾਮ ਬਲੇਮ ਗੇਮ ਸ਼ੁਰੂ ਕਰ ਦਿੱਤੀ, ਉਦੋਂ ਰਿਸਪੌਂਸਿਬਿਲਿਟੀ ਤੋਂ ਭਗੌੜੇ ਹੋ ਗਏ ਤੁਸੀਂ। ਨਹੀਂ, ਬਿਲਕੁਲ ਬਿਲਕੁਲ। ਆ ਜਦੋਂ ਤੋਂ ਚਲੋ ਇਸ ਤਰੀਕੇ ਦੇ ਨਾਲ ਸੋਚਣ ਲੱਗੇ, ਜਿਹੜਾ ਸਭ ਤੋਂ ਵੱਡਾ ਜ਼ਿੰਦਗੀ ਦੇ ਵਿੱਚ ਇੱਕ ਫਾਇਦਾ ਹੋਇਆ ਇਹ ਹੀ ਆ ਵੀ ਸੈਂਟਰ ਦੇ ਵਿੱਚ ਤੁਸੀਂ ਖੜੇ ਆ, ਹਮੇਸ਼ਾ ਹੀ ਸੈਂਟਰ ਦੇ ਵਿੱਚ ਤੁਸੀਂ ਖੜੇ ਆ। ਤੇ ਜਿਹੜਾ ਬੰਦਾ ਆਪਣੇ ਆਪ ਨੂੰ ਸੈਂਟਰ ਦੇ ਵਿੱਚ ਰੱਖ ਕੇ ਨਹੀਂ ਸੋਚਦਾ, ਉਹ ਤਾਂ ਬਲੇਮ ਗੇਮ ਹੀ ਫਿਰ ਦੁਨੀਆ ਦੇ ਨਾਲ ਖੇਲੂਗਾ। ਉਹ ਤਾਂ ਫਿਰ ਬੰਦੇ ਦੀ ਜਿਹੜੀ ਕੋਈ ਵੀ ਤੁਹਾਡੇ ਜਿਹੜੀ ਕਿਸੇ ਤਰੀਕੇ ਦੀ ਵੀ ਹੋਣੀ ਹੁੰਦੀ ਤਰੱਕੀ ਜ਼ਿੰਦਗੀ ਦੇ ਵਿੱਚ, ਉਹ ਖਤਮ ਕਰ ਦਿੰਦੀ ਆ ਨਾ ਬਲੇਮ ਗੇਮ ਤਾਂ। ਤੇ ਚਲੋ ਠੀਕ ਹੈ ਭਾਜੀ, ਥੈਂਕ ਯੂ ਜੀ, ਥੈਂਕ ਯੂ। ਓਕੇ ਭਾਜੀ, ਧੰਨਵਾਦ ਜੀ। WhatsApp ਦੇ ਉੱਤੇ ਸਾਡੇ ਨਾਲ ਇੱਕ ਸਰੋਤੇ ਆ ਜੀ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਵੀਰ ਜੀ, ਕਸ਼ਮੀਰ ਸਿੰਘ ਬੋਲਦਾ ਮੁਕਤਸਰ ਤੋਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮੁਕਤਸਰ ਵਾਲਿਓ, ਕੀ ਹਾਲ ਆ? ਠੀਕ ਹੈ ਜੀ। ਵਿਸ਼ਾ ਤਾਂ ਵੀਰ ਜੀ ਅੱਜ ਹੋਰ ਸੀ ਤੁਹਾਡਾ, ਤੇ ਪਰ ਮੈਂ ਤਾਂ ਭਾਈ ਸਾਹਿਬ ਦੇ ਦੀਵਾਨ ਸਾਡੇ ਪਰਸੋਂ ਖਤਮ ਹੋਏ ਜੀ, 27 ਤਰੀਕ ਨੂੰ। ਹਾਂਜੀ, ਵੀਡੀਓ ਦੇਖੀਆਂ ਜੀ ਅਸੀਂ, ਫੋਟੋ ਵੀ ਦੇਖੀਆਂ। ਹਾਂਜੀ, ਤੇ ਕੱਲ ਫਿਰ ਸਾਰੇ ਕੰਮਕਾਰ ਸਾਹਮਣੇ ਸੀਗੇ, ਉਧਰ ਬਿਜੀ ਸੀ, ਤੇ ਮੈਂ ਬਸ 2 ਮਿੰਟ ਵਾਸਤੇ ਹੀ ਗੱਲਬਾਤ ਕਰਨੀ ਜੀ ਸਰੋਤਿਆਂ ਨਾਲ। ਧੰਨਵਾਦ ਹੀ ਕਰਨਾ ਜੀ ਉਹਨਾਂ ਨੂੰ। ਥੈਂਕ ਯੂ ਜੀ, ਥੈਂਕ ਯੂ। ਕਰੋ। ਮੈਂ ਕਸ਼ਮੀਰ ਸਿੰਘ ਮੁਕਤਸਰ ਤੋਂ। ਤੁਹਾਡੇ ਸਾਰਿਆਂ ਲਈ ਬਹੁਤ ਖੁਸ਼ੀ ਭਰੀ ਇਹ ਗੱਲ ਆ ਕਿ ਅਸੀਂ 25, 26, 27 ਮਈ ਨੂੰ ਭਾਈ ਰਣਜੀਤ ਸਿੰਘ ਢੱਡਰੀਆਂ ਦੇ ਦੀਵਾਨ ਮੁਕਤਸਰ ਵਿਖੇ ਹੋਏ। ਬਹੁਤ ਵੱਡੀ ਗਿਣਤੀ 'ਚ, ਸਾਡੀ ਉਮੀਦ ਤੋਂ ਵੀ ਵੱਧ ਸੰਗਤਾਂ ਨੇ ਹਾਜ਼ਰੀ ਭਰ ਕੇ ਸਾਡਾ ਪ੍ਰਬੰਧਕਾਂ ਦਾ ਮਾਣ ਵਧਾਇਆ। ਅਸੀਂ ਸਾਰੇ ਪ੍ਰਬੰਧਕ, ਸਾਰੇ ਵੀਰਾਂ ਦਾ, ਜਿਸ ਕਿਸੇ ਨੇ ਵੀ ਸਮਾਗਮ ਨੂੰ ਸਫਲ ਕਰਨ ਲਈ ਜੋ ਵੀ ਇਨਪੁੱਟ ਪਾਈ ਆ, ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ। ਕਿਸੇ ਨਾ ਕਿਸੇ ਰੂਪ 'ਚ ਜਿਸ ਕਿਸੇ ਨੇ ਵੀ, ਭਾਵੇਂ ਕੋਈ ਆਪਣੇ ਘਰੋਂ ਉੱਠ ਕੇ ਸਮਾਗਮ ਸੁਣਨ ਆਇਆ, ਭਾਵੇਂ ਕਿਸੇ ਨੇ ਲੰਗਰ ਵਾਸਤੇ, ਭਾਵੇਂ ਕਿਸੇ ਨੇ ਆਰਥਿਕ ਤੌਰ ਤੇ, ਜਿੰਨਾ ਵੀ ਸਾਰੇ ਵੀਰਾਂ ਭੈਣਾਂ ਭਰਾਵਾਂ ਨੇ ਇਸ ਸਮਾਗਮ ਲਈ ਆਪਦੀ ਇਨਪੁੱਟ ਪਾਈ ਹੈ, ਉਹਨਾਂ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦੂਜੀ ਉਤਸ਼ਾਹਜਨਕ ਗੱਲ ਇਹ ਹੈ ਵੀ ਅੱਜ ਤੱਕ ਦੇ ਮੁਕਤਸਰ ਦੇ ਜਿੰਨੇ ਵੀ ਧਾਰਮਿਕ ਸਮਾਗਮ ਹੋਏ ਆ, ਉਹਨਾਂ ਸਾਰਿਆਂ ਨਾਲੋਂ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ, ਖਾਸ ਕਰਕੇ ਨੌਜਵਾਨਾਂ ਨੇ ਇਸ ਸਮਾਗਮ 'ਚ ਭਾਗ ਲਿਆ, ਜਿਹੜਾ ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ। ਤੀਜੀ ਗੱਲ ਮੈਂ ਕੀ ਸਾਂਝੀ ਕਰਨਾ ਚਾਹੁੰਦਾ, ਦੂਜੇ ਦਿਨ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਲੰਗਰ ਦੀ ਬਾਬਤ ਲੋਕਾਂ ਨੂੰ ਅਪੀਲ ਕੀਤੀ, ਤੇ ਤੀਜੇ ਦਿਨ ਸਾਡੇ ਕੋਲ ਇੰਨੀ ਮਾਤਰਾ 'ਚ ਪ੍ਰਸ਼ਾਦੇ, ਦਾਲਾਂ, ਸਬਜ਼ੀਆਂ, ਚੌਲ ਤੇ ਹੋਰ ਇੰਨਾ ਕੁਝ ਪਹੁੰਚਿਆ ਵੀ ਜਿੰਨਾ ਅਸੀਂ 3 ਦਿਨਾਂ 'ਚ ਆਪ ਬਣਾਇਆ ਨਹੀਂ ਸੀਗਾ। ਇਹ ਗੱਲ ਤੋਂ ਮੈਂ ਇੱਕ ਪੱਖ ਮੈਨੂੰ ਹੋਰ ਮਹਿਸੂਸ ਹੁੰਦਾ ਵੀ ਭਾਈ ਸਾਹਿਬ ਪ੍ਰਤੀ ਲੋਕਾਂ 'ਚ ਬਹੁਤ ਸਤਿਕਾਰ ਆ। ਉਹਨਾਂ ਦੀ ਜ਼ੁਬਾਨ ਤੇ ਫੁੱਲ ਚੜਾਉਂਦੇ ਆ, ਜੋ ਉਹਨਾਂ ਨੇ ਸੰਗਤਾਂ ਨੂੰ ਹੁਕਮ ਕੀਤਾ, ਇਹ ਸਾਰਿਆਂ ਨੇ ਉਹਨੂੰ ਆਪਦੀ ਨਿੱਜੀ ਬੇਨਤੀ ਸਮਝ ਕੇ ਲੰਗਰ 'ਚ ਇੰਨਾ ਸਾਨੂੰ ਕੁਝ ਦੇ ਕੇ ਗਏ ਵੀ ਉਹ ਸਾਡੇ ਤੋਂ ਵਰਤਾਇਆ ਨਹੀਂ ਗਿਆ। ਈਵਨ ਕਿ ਸੁੱਕੀਆਂ ਰਸਦਾਂ ਜਿਹੜੀਆਂ ਸਾਡੇ ਕੋਲ ਵੱਧ ਗਈਆਂ, ਤੇ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਵੀ ਅਸੀਂ ਉਹ ਪਰਮੇਸ਼ਰ ਦਵਾਰ ਜਦੋਂ ਜਾਵਾਂਗੇ ਤਾਂ ਉੱਥੇ ਅਸੀਂ ਭੇਜਣਾ ਚਾਹੁੰਦੇ ਆ। ਇਦੋਂ ਇੱਕ ਹੋਰ ਜ਼ਰੂਰੀ ਗੱਲ ਜਿਹੜੀ ਕਿ ਮੈਂ ਮੁੱਖ ਪ੍ਰਬੰਧਕ ਹੋਣ ਦੇ ਨਾਤੇ ਸਾਰੇ ਸ਼ੁਰੂ ਤੋਂ ਲੈ ਕੇ ਜਿਉਂ ਪਹਿਲੀ ਮੀਟਿੰਗ ਅਸੀਂ ਦੀਵਾਨਾਂ ਸੰਬੰਧੀ ਉਹਨਾਂ ਨਾਲ ਕੀਤੀ ਵੀ ਅਸੀਂ ਮੁਕਤਸਰ ਦੀਵਾਨ ਕਰਾਉਣਾ ਚਾਹੁੰਦੇ ਆ, ਉਸ ਤੋਂ ਲੈ ਕੇ 27 ਮਈ ਦੇ ਐਂਡ ਤੱਕ, ਰਾਤ 12 ਵਜੇ ਤੱਕ ਸਾਰੇ ਇਸ ਪ੍ਰੋਸੈਸ ਦੇ ਵਿੱਚ ਮੈਂ ਮੁੱਖ ਤੌਰ ਤੇ ਜੁੜਿਆ ਰਿਹਾ। ਹਾਂਜੀ, ਇਹ ਸਾਰੇ ਦੀਵਾਨ ਸਾਨੂੰ ਜੋ ਵੱਧ ਤੋਂ ਵੱਧ ਇਨਕੁਆਰੀਆਂ ਆਈਆਂ ਉਹ ਇਹ ਸੀ ਵੀ ਭਾਈ ਸਾਹਿਬ ਕਿੰਨੇ ਪੈਸੇ ਲੈਂਦੇ ਆ ਦੀਵਾਨ ਦੇ। ਤੇ ਮੈਂ ਇਹ ਗੱਲ ਸਪਸ਼ਟ ਸ਼ਬਦਾਂ ਤੇ ਸਾਫ਼ ਸ਼ਬਦਾਂ 'ਚ ਕਹਿਣਾ ਚਾਹੁੰਦਾ ਵੀ ਜਿਉਂ ਪਹਿਲੀ ਮੀਟਿੰਗ ਤੋਂ ਲੈ ਕੇ ਅੱਜ ਤੱਕ ਵੀ ਨਾ ਭਾਈ ਸਾਹਿਬ ਨੇ, ਨਾ ਉਹਨਾਂ ਦੇ ਕਿਸੇ ਵੀ
ਪਰਸਨ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਪੈਸਿਆਂ ਸੰਬੰਧੀ ਸਾਡੇ ਨਾਲ ਗੱਲ ਕੀਤੀ ਆ। ਸੋ ਇਹ ਬਹੁਤ ਵੱਡੀ ਕਨਫਿਊਜ਼ਨ ਆਮ ਲੋਕਾਂ 'ਚ ਬਣੀ ਹੋਈ ਆ ਵੀ ਭਾਈ ਸਾਹਿਬ 5 ਲੱਖ ਲੈਂਦੇ ਆ, 10 ਲੱਖ ਲੈਂਦੇ ਆ, ਜੋ ਕਿ ਗਲਤ ਅਨਸਰਾਂ ਦੁਆਰਾ ਇਹ ਗੱਲਾਂ ਫੈਲਾਈਆਂ ਗਈਆਂ ਭਾਈ ਸਾਹਿਬ ਦੇ ਨੂੰ ਖਰਾਬ ਕਰਨ ਲਈ। ਸੋ ਐ ਜੇ ਮੁੱਖ ਪ੍ਰਬੰਧਕ ਮੈਂ ਇਹ ਗੱਲ ਸਰੋਤਿਆਂ ਨੂੰ ਤੇ ਸਾਰੀ ਪਬਲਿਕ ਨੂੰ ਸਪਸ਼ਟ ਕਰਨ ਤਾਂ ਵਾਰ-ਵਾਰ ਕਹਿੰਦੇ ਆ, ਪਰ ਫਿਰ ਵੀ ਮੈਂ ਸਮਝਦਾ ਵੀ ਸਾਡਾ ਵੀ ਇਹ ਫਰਜ਼ ਬਣਦਾ ਵੀ ਅਸੀਂ ਦੀਵਾਨ ਕਰਾਏ ਆ ਤੇ ਤਾਂ ਕਿ ਅਸੀਂ ਆਮ ਸੰਗਤਾਂ ਨੂੰ ਇਹ ਗੱਲ ਸਪਸ਼ਟ ਕਰ ਸਕੀਏ ਕਿ 1 ਰੁਪਈਆ ਵੀ ਇਸ ਬਦਲੇ ਨਹੀਂ ਲੈਂਦੇ। ਇਹ ਤੋਂ ਬਾਅਦ ਦੀ ਸਾਡੀ ਸਮਝਦਾਰੀ ਆ ਜਾਂ ਸਾਡੀ ਮਰਜ਼ੀ ਆ ਵੀ ਅਸੀਂ ਉਹਨਾਂ ਨੂੰ 50,000 ਰੁਪਈਆ ਉੱਥੇ ਦੇ ਕੇ ਆਈਏ ਜਾਂ 5 ਲੱਖ ਦੇ ਕੇ ਆਈਏ। ਇਹ ਸਾਡੇ ਤੇ ਨਿਰਭਰ ਕਰਦਾ। ਅਸੀਂ ਆਪਦੀ ਸਮਝ ਅਨੁਸਾਰ ਭਾਈ ਸਾਹਿਬ ਦੇ ਇਸ ਸੰਬੰਧੀ ਕੋਈ ਵੀ ਡਿਮਾਂਡ ਨਾ ਉਹਨਾਂ ਵੱਲੋਂ ਨਾ ਹੋਰ ਪਰਸਨਾਂ ਵੱਲੋਂ, ਜਦ ਕਿ ਸ਼ੁਰੂ ਦੀ ਪਹਿਲੀ ਮੀਟਿੰਗ ਤੋਂ ਲੈ ਕੇ ਅੱਜ ਤੱਕ ਇਹ ਮੁੱਦਾ ਹੀ ਨਹੀਂ ਰਿਹਾ। ਸੋ ਦੁਬਾਰਾ ਫੇਰ ਮੈਂ ਸਾਰੇ ਉਹਨਾਂ ਵੀਰਾਂ ਦਾ, ਭੈਣਾਂ ਦਾ, ਸਾਰਿਆਂ ਸਰੋਤਿਆਂ ਦਾ, ਦਰਸ਼ਕਾਂ ਦਾ ਜਿਨ੍ਹਾਂ ਨੇ ਸਾਡੇ ਸਮਾਗਮ ਨੂੰ ਸਫਲ ਕਰਨ ਲਈ ਕਿਸੇ ਨਾ ਕਿਸੇ ਰੂਪ 'ਚ ਇਨਪੁੱਟ ਪਾਈ ਆ, ਤੇ ਸਾਰੀ ਪ੍ਰਬੰਧਕ ਕਮੇਟੀ ਦਾ ਤੇ ਖਾਸ ਕਰਕੇ ਰੇਡੀਓ ਵਿਰਸਾ ਦਾ ਵੀ ਧੰਨਵਾਦ ਕਰਦਾ। ਵੀ ਮੈਂ ਅਪੀਲ ਕੀਤੀ ਸੀ 15-20 ਦਿਨ ਪਹਿਲਾਂ ਰੇਡੀਓ ਵਿਰਸੇ ਤੇ ਭਾਈ ਸਾਹਿਬ ਦੇ ਦੀਵਾਨਾਂ ਸੰਬੰਧੀ, ਤੇ ਬਹੁਤ ਸਾਰੇ ਵੀਰਾਂ ਨੇ ਆ ਕੇ ਮੈਨੂੰ ਮਿਲੇ ਵੀ ਤੇ ਮੈਨੂੰ ਇਹ ਵੀ ਕਿਹਾ ਵੀ ਸਾਨੂੰ ਸਮਾਗਮ ਦਾ ਪਤਾ ਲੱਗਿਆ ਰੇਡੀਓ ਵਿਰਸਾ ਤੋਂ ਤੇ ਅਸੀਂ ਇਸ ਲਈ ਸ਼ਾਮਲ ਹੋਣ ਲਈ ਆਏ ਹਾਂ। ਸੋ ਸਾਰਿਆਂ ਦਾ ਇਹ ਧੰਨਵਾਦ ਬਹੁਤ ਬਹੁਤ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਸ ਕਰਦੇ ਹਾਂ ਜੀ ਅੱਗੇ ਵੀ ਜਿਹੜੀ ਗੱਲ ਵੀਰ ਜੀ ਹੁਣਾਂ ਨੇ ਕੀਤੀ ਆ, ਇੱਕ ਚੀਜ਼ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ। ਭਾਈ ਸਾਹਿਬ ਹੋਰੀ ਬੇਸ਼ੱਕ ਲੱਖ ਕਹਿਣ, ਆਪਣੇ ਆਪ ਦੇ ਵਿੱਚ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਐਡੀ ਵੱਡੀ ਸੰਸਥਾ, ਐਡਾ ਵੱਡਾ ਪ੍ਰਬੰਧ ਆ, ਉਹ ਪੈਸਿਆਂ ਤੋਂ ਬਿਨਾਂ ਚੱਲ ਨਹੀਂ ਸਕਦਾ। ਇਹ ਤਾਂ ਉਹਨਾਂ ਦੀ ਦਰਿਆਦਿਲੀ ਆ, ਹਨਾ। ਮੈਂ ਕਹਿੰਦਾ ਜਿੰਨੀ ਗਿਣਤੀ 'ਚ ਲੋਕ ਸੁਣ ਰਹੇ ਆ, ਠੀਕ ਆ, ਪਰਮੇਸ਼ਰ ਦਵਾਰ ਦੇ ਵਿੱਚ ਵੀ ਜਾਣੀ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਉੱਥੇ ਲੰਗਰ ਲਈ ਉਹਨਾਂ ਨੂੰ ਕਿਤੇ ਪੈਸਾ ਖਰਚਣਾ ਪੈ ਜਾਏ, ਠੀਕ ਹੈ ਜੀ। ਅਸੀਂ ਜੇ ਆਪਣਾ ਫਰਜ਼ ਨਿਭਾਉਂਦੇ ਹੋਈਏ ਜਿੰਨੇ ਜੋਗੇ ਵੀ ਜੋ ਵੀ ਕਰ ਸਕਦੇ ਆ ਜਾਣੀ, ਹਾਂਜੀ, ਹਨਾ। ਜਿਹਦੇ ਕੋਲ ਕੋਈ 1000-2000 ਰੁਪਈਆ ਉਹ ਪੈਸੇ ਦੇ ਕੇ ਆਵੇ, ਠੀਕ ਹੈ। ਜਿਹਦੇ ਕੋਲ ਕੋਈ ਰਸਤੇ ਆਪਦਾਂ ਦੀ ਘਰ ਦੇ, ਕੋਈ ਕਿਸੇ ਦੇ ਚੌਲ ਆ, ਕਿਸੇ ਦੀ ਕਣਕ ਆ, ਕਿਸੇ ਦਾ ਕੁਛ ਆ, ਦਾਲਾਂ ਆ, ਸਬਜ਼ੀਆਂ ਆ, ਹਾਂਜੀ, ਕਿਸੇ ਦਾ ਬਿਜ਼ਨਸ ਆ, ਕਿਸੇ ਦਾ ਦੁੱਧ ਦਾ ਕੰਮ ਆ, ਹਾਂਜੀ, ਠੀਕ ਹੈ। ਉਹ ਸਾਰਾ, ਕਿਉਂਕਿ ਜੇ ਇਦਾਂ ਸਟੈਪ ਲੈਣਗੇ ਸਾਰੇ ਤੇ ਅੱਗੇ ਤੋਂ ਉਤਸ਼ਾਹ ਮਿਲੂਗਾ। ਇੱਕ ਬੰਦਾ ਜ਼ਿੰਦਗੀ ਆਪਣੀ ਜਾਨ ਨੂੰ ਤਲੀ ਤੇ ਧਰ ਕੇ ਤੁਰਿਆ ਹੋਵੇ, ਹਨਾ, ਤੇ ਅਸੀਂ ਉਹ ਆਪਣਾ ਫਰਜ਼ ਵੀ ਜਾਣੀ ਜਿੰਨਾ ਬਣਦਾ ਆ ਉਹ ਵੀ ਅਸੀਂ ਨਾ ਨਿਭਾਈਏ, ਹਾਂਜੀ, ਤੇ ਬਹੁਤ ਜਿਹੜੀ ਆ ਸਾਡੇ ਲਈ ਸ਼ਰਮ ਵਾਲੀ ਗੱਲ ਆ। ਅੱਗੇ ਤੋਂ ਜਾਣੀ ਕੋਈ ਇਹ ਨਾ ਕਹੇ ਵੀ ਇਹ ਅਕ੍ਰਿਤਕਣਾਂ ਦੇ ਲਈ ਮੈਂ ਕਿਉਂ ਮਰਾਂ, ਇੰਨੀ ਗੱਲ ਦਾ ਖਿਆਲ ਰੱਖਿਓ, ਠੀਕ ਆ। ਜਾਣਾ ਚਾਹੀਦਾ ਇਹ ਆ ਵੀ ਜਿਹੜੀ ਅਸੀਂ ਗੱਲ ਕਰਦੇ ਸੀ ਨਾ ਵੀ ਜ਼ਿੰਦਗੀ ਤੋਂ ਸੰਤੁਸ਼ਟ ਹੋ ਕੇ, ਹਾਲਾਂਕਿ ਕਰਨੇ ਵਾਲੇ ਨੇ ਜੋ ਕਰਨਾ ਨਾ ਉਹ ਆਪਣੇ, ਕਿਉਂਕਿ ਉਹਨੂੰ ਤਾਂ ਆਪਣਾ ਰਸ ਆ ਰਿਹਾ ਨਾ, ਉਹਦਾ ਤਾਂ ਆਪਣਾ ਸਵਾਦ ਆ, ਉਹਨੂੰ ਨਹੀਂ ਪਤਾ। ਹੁਣ ਪੰਜਵੇਂ ਪਾਤਸ਼ਾਹ ਏਦਾਂ ਤਵੀ ਤੇ ਬਹਿ ਰਹੇ ਥੋੜੇ ਵੀ ਇਦਾਂ ਕਿਸੇ ਦੇ ਲਈ ਬਹਿ ਰਹੇ, ਉਹਦਾ ਤਾਂ ਆਪਣਾ ਆ, ਹਨਾ। ਪਰ ਫਿਰ ਵੀ ਜਾਣੀ ਇੱਕ ਮੋਰਲਿਟੀ ਜਿਹੜੀ, ਨੈਤਿਕਤਾ ਜਿਹੜੀ ਆ ਨਾ, ਉਹ ਇਸ ਗੱਲ ਦੇ ਉੱਤੇ ਸਾਡਾ ਫਰਜ਼ ਬਣਦਾ ਵੀ ਅਸੀਂ। ਟਾਈਮ ਸਾਡਾ ਹੋ ਗਿਆ ਜੀ, ਪਰ 107 ਦੇ ਉੱਤੇ ਸਾਡੇ ਨਾਲ ਸਰੋਤੇ ਆ। ਸਵਾਗਤ ਹੈ ਤੁਹਾਡਾ। ਹੈਲੋ, ਹਾਂਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਹਰਨੇਕ ਸਿੰਘ ਜੀ। ਸਤਿ ਸ੍ਰੀ ਅਕਾਲ। ਅੱਛਾ, ਮੈਂ ਤੇ ਇਹੀ ਕਹਿਣਾ ਸੀਗਾ ਜੀ ਕਿ ਤੁਹਾਡੇ ਕੁਝ ਦਿਨਾਂ ਤੋਂ ਹੀ ਮੈਂ ਪ੍ਰੋਗਰਾਮ ਸੁਣਨ ਲੱਗਿਆ ਤੇ ਮੈਨੂੰ ਬਹੁਤ ਹੀ ਵਧੀਆ ਲੱਗਿਆ। ਅੱਜ ਰਜਨੀਸ਼ ਦੀ ਜਿਹੜੀ ਚਰਚਾ ਹੋ ਰਹੀ ਸੀ ਉਹਦੇ ਵਿੱਚ ਵੀ ਵਿਚਾਰ ਸੁਣ ਕੇ ਬਹੁਤ ਵਧੀਆ ਲੱਗਿਆ। ਪਹਿਲਾਂ 6 ਮਹੀਨੇ ਵੀਰਾ ਉਦਾਂ ਹੀ ਵਧੀਆ ਲੱਗਦਾ ਹੁੰਦਾ। ਨਹੀਂ ਏਦਾਂ ਦੀ ਕੋਈ ਗੱਲ ਨਹੀਂ। ਬਾਅਦ ਵਿੱਚ ਫਿਰ ਮਤਲਬ ਗੁਰਬਾਣੀ ਦਾ ਤਾਂ ਮੈਂ ਐਵੇਂ ਤੁਹਾਨੂੰ ਕਹਿ ਦਿਆਂ ਕਿ ਮੈਂ ਬਹੁਤ ਜਾਂ ਪੜ੍ਹੀ ਹੈ ਜਾਂ ਨਹੀਂ ਰਹੀ ਹੈ, ਉਹਦਾ ਤਾਂ ਮੈਨੂੰ ਕੋਈ ਏਦਾਂ ਮੈਂ ਇੰਨਾ ਨਹੀਂ ਪੜ੍ਹਿਆ ਹੈਗਾ, ਲੇਕਿਨ ਬਚਪਨ 'ਚ ਬਹੁਤ ਸਾਖੀਆਂ, ਬਹੁਤ ਕੁਝ ਸੁਣਿਆ ਆਪਣੇ ਪਰਿਵਾਰ ਤੋਂ ਹੀ। ਨਹੀਂ ਜਿਹੜੀ ਰੇਡੀਓ ਵਿਰਸੇ ਦੀ ਹੈਗੀ ਆ ਨਾ ਰਿਐਕਸ਼ਨ, ਹਾਂਜੀ, ਠੀਕ ਹੈ, ਉਹ ਜਿਹੜੀ ਆ ਉਹ ਇਮਿਊਨ ਸਿਸਟਮ ਦੇ ਨਾਲ ਇੱਕਦਮ ਨਹੀਂ ਟਕਰਾਉਂਦੀ ਜਾ ਕੇ ਤੁਹਾਡੇ ਨਾਲ। ਇਹ ਮੈਂ ਪ੍ਰਿਸਕ੍ਰਿਪਸ਼ਨ ਨੋਟ ਜਿਹੜਾ ਲਿਖਿਆ ਨਾ ਡਾਕਟਰ, ਉਹ ਹੈ ਛੋਟੇ ਅੱਖਰਾਂ ਪ੍ਰਿੰਟ ਲਿਖਣ ਦਾ ਥੱਲੇ ਪੜ੍ਹ ਲੈਣਾ ਚਾਹੀਦਾ। ਕਈ ਦਵਾਈਆਂ ਹੁੰਦੀਆਂ ਨਾ, ਉਹ ਕਈ ਤਾਂ ਦਵਾਈਆਂ ਹੁੰਦੀਆਂ ਉਹ ਕਹਿੰਦੇ ਵੀ ਦਵਾਈ ਖਾਣ ਤੋਂ ਬਾਅਦ ਨੀਂਦ ਆਉਣੀ ਆ ਤੁਹਾਨੂੰ, ਹਨਾ। ਕਈ ਕਹਿੰਦੇ ਆ ਵੀ ਇਹ ਦੇਰ ਤੱਕ ਇਫੈਕਟ ਕਰੂਗੀ, 24 ਘੰਟੇ ਤੱਕ ਡਰਾਈਵ ਨਾ ਕਰਿਓ। ਹਾਂਜੀ, ਹਾਂ, ਸਮਝਦਾ ਜੀ ਮੈਂ ਉਹਨਾਂ ਗੱਲਾਂ ਨੂੰ। ਇੱਕ ਮੈਂ 2-4 ਮਿੰਟ ਹੀ ਲਾਉਂਗਾ ਤੁਹਾਡੇ। ਨਹੀਂ ਆਪਾਂ ਨਹੀਂ ਹੁਣ ਇੰਨੇ ਨਾ ਲਿਓ, ਸਾਡਾ ਫਿਰ ਰਿਪੀਟ ਬਹੁਤ ਤੰਗ ਹੋਣਾ। ਕੱਲ ਨੂੰ ਬਲਜਿੰਦਰ ਹੁਣੀ ਪ੍ਰੋਗਰਾਮ ਕਰਨਾ ਤੇ ਉਹ ਵੀਰਾ ਜਦੋਂ ਨਾ ਗਾਲਾਂ ਕੱਢਦੇ ਆ ਬਹੁਤ, ਬਲਜਿੰਦਰ ਬਹੁਤ ਭੈੜੀਆਂ ਗਾਲਾਂ ਕੱਢਦਾ ਜਾਣੀ ਉਹ,
ਚਲੋ ਅੱਜ ਦੀ ਤੇ ਜਦੋਂ 6 ਵਜੇ ਉਹਨੂੰ ਆਉਣਾ ਆ 3 ਵਜੇ ਰਿਪੀਟ ਚੱਲਣਾ 6 ਵਜੇ ਮੁੱਕਣਾ ਹਨਾ। ਹੁਣ ਜਦੋਂ ਜਿਹੜੇ ਤੁਹਾਡੀ ਕਾਲ ਚੱਲਦੀ ਹੋਣੀ ਆ ਹਨਾ, ਹੁਣ ਜਦੋਂ ਗਾਲਾਂ ਕੱਢਣੀਆਂ ਇੰਨੀਆਂ ਭੈੜੀਆਂ ਕੱਢਦਾ ਨਾ, ਉਹ ਇਸ ਕਰਕੇ ਆਪਾਂ ਸਮਾਪਤ ਕਰੀਏ ਫਿਰ ਕਿਤੇ ਪਹਿਲਾਂ 3 ਮਿੰਟ ਲੇਟੇ ਆਪਾਂ ਹਨਾ। ਨਹੀਂ ਚਲੋ ਬਾਕੀ ਦਾ ਜਿਹੜਾ ਹੋਊਗਾ ਉਹ ਤਾਂ ਸਾਡੇ ਨਾਲ ਹੋਊਗਾ, ਪਰ ਹੁਣ ਅਸੀਂ ਵੀਰ ਦਾ ਇਹਦੇ ਬਾਰੇ ਜਦੋਂ ਕੋਈ ਕਹੂਗਾ ਫਿਰ ਥੋੜਾ ਸੁਣੂਗਾ, ਸਾਤੋਂ ਚੰਗਾ ਨਹੀਂ ਲੱਗਦਾ ਸਾਨੂੰ ਨਾ। ਧੰਨਵਾਦ ਜੀ, ਮਿਲਦੇ ਆਪਾਂ ਤੁਹਾਨੂੰ ਅਗਲੇ ਦਿਨਾਂ ਵਿੱਚ। ਕੱਲ ਨੂੰ ਪ੍ਰੋਗਰਾਮ ਚਿੱਟੀ ਸਿਉਂਕ ਬਲਜਿੰਦਰ ਤੇ ਪਰਮਵੀਰ ਸਿੰਘ ਹੁਣਾਂ ਨੇ ਹੋਣਾ, ਤੇ ਆਪਾਂ ਬਾਅਦ ਵਿੱਚ ਫਿਰ ਜਦੋਂ ਵੀ ਸਮਾਂ ਬਣਿਆ ਮਿਲਾਂਗੇ।